ਆਦਿ ਗੁਰਏ ਨਮః ਜੁਗਾਦਿ ਗੁਰਏ ਨਮঃ ਸਤ ਗੁਰਏ ਨਮঃ ਸ੍ਰੀ ਗੁਰਦੇਵੇ ਨਮঃ। ਨਮਸਕਾਰ ਨਮਸਕਾਰ ਨਮਸਕਾਰ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕਲੰਗੀਆਂ ਵਾਲੇ ਪਾਤਸ਼ਾਹ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ 9 ਦਿਨ ਠਹਿਰੇ। ਜਿਸ ਮਾਈ ਦੇਸਾਂ ਦੇ ਘਰ ਬੁਰਜ ਸਾਹਿਬ 'ਚ ਠਹਿਰੇ, ਉਹ ਅੱਜ ਵੀ ਉਸੇ ਰੂਪ 'ਚ ਸਹੀ ਸਲਾਮਤ ਹੈ ਜਿਹਨੂੰ ਬਣਾਇਆ ਸੀ ਭਾਈ ਭਗਤੂ ਦੀ ਦੂਸਰੀ ਪਤਨੀ ਮਾਈ ਵੀਰੋ ਨੇ ਆਪਣੇ ਹੱਥੀਂ ਅੱਜ ਤੋਂ 450 ਸਾਲ ਪਹਿਲਾਂ, ਜੋ ਅੱਜ ਵੀ ਉਸੇ ਰੂਪ 'ਚ ਹੀ ਹੈ। ਜਿੱਥੇ ਬਹੁਤ ਭਗਤੀ ਕੀਤੀ ਮਾਈ ਵੀਰੋ ਨੇ, ਮਾਤਾ ਦੇਸਾਂ ਨੇ, ਮਾਤਾ ਦੇਸਾਂ ਜੀ ਮਾਤਾ ਜੀ ਦੇ ਪੋਤ ਨੂੰ ਮਾਈ ਵੀਰੋ ਦੇ ਹਰ ਵੇਲੇ ਇੱਕ ਭਾਵਨਾ ਬਣਾਈ ਕਿ ਸਤਿਗੁਰੂ ਜਿੱਥੇ ਵੀ ਮੇਰੀ ਹੂਕ ਸੁਣਦੇ ਹੋ, ਮੇਰੇ ਘਰ ਚਰਨ ਜ਼ਰੂਰ ਪਾਇਓ। ਮੈਂ ਸੰਸਾਰ ਤੋਂ ਜਾਣ ਤੋਂ ਪਹਿਲਾਂ ਆਹ ਬੋਡੀ ਨੂੰ ਛੱਡਣ ਤੋਂ ਪਹਿਲਾਂ ਆਪ ਜੀ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦੀ ਹਾਂ। ਸਤਿਗੁਰਾਂ ਨੇ ਉਹ ਹੂਕ ਸੁਣੀ। ਉਸ ਬਰਾਗਣ ਰੂਹ ਕੋਲ 1706 ਈਸਵੀ ਦੇ ਵਿੱਚ 18 ਜੇਠ ਵਾਲੇ ਦਿਨ ਆ ਕੇ ਸਿਰ ਤੇ ਹੱਥ ਰੱਖਿਆ, ਬਚਨ ਕੀਤਾ ਕਿ ਐ ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ। ਅਨੇਕਾਂ ਬਖਸ਼ਿਸ਼ਾਂ ਕੀਤੀਆਂ। 9 ਦਿਨ ਖੰਡੇ ਦੀ ਪਹੁਲ ਤਿਆਰ ਹੁੰਦੀ, ਸੰਗਤਾਂ ਸਤਿਗੁਰਾਂ ਤੋਂ ਨਾਮਦਾਨ ਲੈਂਦੀਆਂ, ਖੰਡੇ ਦੀ ਪਹੁਲ ਛਕ ਕੇ ਸ਼ਸਤਰਧਾਰੀ ਹੋ ਕੇ ਜਾਂਦੀਆਂ। ਜੋ ਸੂਤਰ ਸਤਿਗੁਰਾਂ ਨੇ ਮਾਤਾ ਜੀ ਨੂੰ ਬਖਸ਼ਿਸ਼ ਕੀਤੇ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਤਾ ਦੀ ਝੋਲੀ ਪਾਈਆਂ, ਇਹਨਾਂ ਪਿਛਲੇ 50 ਸਾਲਾਂ ਦੌਰਾਨ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਮਨਨ ਕਰਦਿਆਂ ਸਾਡੀ ਝੋਲੀ ਪਈਆਂ ਹਨ। ਮਾਤਾ ਨੇ ਬਖਸ਼ਿਸ਼ ਕੀਤੀ ਹੈ। ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਸੰਗਤਾਂ ਦੇ ਚਰਨਾਂ 'ਚ ਭੇਟਾ ਕਰਨ ਦੀ। ਮਾਤਾ ਜੀ ਵੱਲੋਂ ਹੁਕਮ ਹੋਇਆ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਸੰਗਤਾਂ ਨਾ ਪਾਓ। ਜਿੱਥੇ ਹੋਰ ਸਾਡੇ ਗੁਰਮੁਖ ਪਿਆਰੇ ਸਾਧੂ ਸੰਤ ਵੀਰ ਭਰਾ ਰੋਜ਼ਾਨਾ ਸਾਂਝ ਪਾਉਂਦੇ ਨੇ, ਉੱਥੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜੋ ਮਾਤਾ ਜੀ ਤੋਂ ਲਿਆ ਹੈ, ਜੋ ਇੱਥੇ ਖੱਟਿਆ ਹੈ, ਉਹ ਅਸੀਂ ਵੀ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰ ਜਾਈਏ। ਆਪ ਸੰਗਤਾਂ ਪਿਆਰ ਬਖਸ਼ਿਸ਼ ਕਰ ਰਹੇ ਹੋ। ਮਾਤਾ ਜੀ ਦੇ ਹੁਕਮ ਕਿ ਇਹ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਪ੍ਰਚਾਰ ਪ੍ਰਸਾਰ ਕਰਦਿਆਂ ਜੋ ਦਰ ਅੱਜ ਸਾਂਭਿਆ ਹੋਇਆ ਹੈ, ਜੋ ਬਚਿਆ ਹੈ, ਪਾਤਸ਼ਾਹ ਦੀ ਨਿਸ਼ਾਨੀ ਹੈ ਪੂਰੀ ਦੁਨੀਆ 'ਚ ਇੱਕੋ ਇੱਕ। ਇਹਦੀ ਕਾਰ ਸੇਵਾ ਵੀ ਆਪਣੇ ਹੱਥੀਂ ਕਰੋ। ਕਾਰ ਸੇਵਾ ਸਹਿਜੇ ਸਹਿਜੇ, ਜੋ ਇੱਕ ਆਪ ਦਾ ਖਾਸ ਰੂਪ ਸੀ, ਮਾਤਾ ਜੀ ਵੱਲੋਂ ਹੁਕਮ ਸੀ ਕਿ ਤੁਸੀਂ ਨਹੀਂ ਕਿਸੇ ਨੂੰ ਕਹਿਣਾ, ਜੋ ਕੋਈ ਆ ਕੇ ਕਰਦਾ ਉਹਨੂੰ ਕਰਨ ਦਿਓ। ਉਸ ਰੂਪ ਦੇ ਵਿੱਚ ਅੱਜ ਤੱਕ ਜਿੰਨਾ ਕੁ ਤਿਆਰ ਹੋ ਚੁੱਕਿਆ, ਦਰਬਾਰ ਸਾਹਿਬ ਬਣ ਚੁੱਕਿਆ। ਇਹ ਬੁਰਜ ਸਾਹਿਬ ਨੂੰ ਵਿਚਾਲੇ ਲੈ ਕੇ ਇਹਦੇ 4 ਸਪੇਰੇ ਇੱਕ ਇਮਾਰਤ ਤਿਆਰ ਹੋਈ ਹੈ ਜਿਹਨੂੰ ਦਰਬਾਰ ਸਾਹਿਬ ਕਹਿੰਦੇ ਆ। ਇਹ ਇਹਦੀ ਸੁਰੱਖਿਆ ਲਈ ਹੈ। ਉਹਦੀ ਦੂਸਰੀ ਮੰਜ਼ਿਲ 'ਤੇ ਸੰਪੂਰਨ ਦਰਬਾਰ ਸਾਹਿਬ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰਾਂ ਦਾ ਪ੍ਰਕਾਸ਼ ਬੁਰਜ ਸਾਹਿਬ ਦੇ ਵਿੱਚ ਵੀ ਹੁੰਦਾ ਹੈ। ਇਸ ਤਰ੍ਹਾਂ ਦੀ ਇਹ ਇਮਾਰਤ ਤਿਆਰ ਹੋ ਚੁੱਕੀ ਹੈ ਜਿਹੜੀ ਹਲੇ ਅਧੂਰੀ ਹੈ, ਜਿਹਦੇ 'ਤੇ ਪੱਥਰ ਦੀ ਸੇਵਾ, ਬਿਜਲੀ ਦੀ ਫਿਟਿੰਗ ਦੀ ਸੇਵਾ, ਹੋਰ ਹਰ ਤਰ੍ਹਾਂ ਦਾ ਰੰਗ ਰੋਗਣ ਜੋ ਡੈਕੋਰੇਸ਼ਨ ਦਾ ਹੁੰਦਾ ਹੈ ਆਪਾਂ ਨੂੰ ਪਤਾ, ਉਹ ਸਾਰੇ ਕਾਰਜ ਹੁਣ ਹੋਣੇ ਹਨ। ਮਾਤਾ ਜੀ ਵੱਲੋਂ ਜੋ ਬਚਨ ਮਿਲਿਆ ਹੈ ਕਿ ਤੁਸੀਂ ਹਰ ਇੱਕ ਕਿਰਤੀ ਗੁਰਸਿੱਖ ਨੂੰ ਇੱਕ ਇੱਕ ਦਮੜੇ ਦੀ ਬੇਨਤੀ ਕਰਨੀ ਆ। ਜੋ ਅਗਲੇ ਦਾ ਭਾਵ ਬਣਦਾ ਉਹ ਜ਼ਰੂਰ ਹੱਕ ਸੱਚ ਦੀ ਕਮਾਈ 'ਚ ਇੱਥੋਂ ਭੇਜੂਗਾ। ਜਿਹੜੇ ਪਿਆਰ ਕਰਨ ਵਾਲੇ ਨੇ ਸਤਿਗੁਰਾਂ ਨੂੰ,
ਪੁਰਾਤਨ ਵਿਰਾਸਤ ਨੂੰ ਉਹ ਆਪੇ ਤੁਹਾਡੇ ਤੱਕ ਪਹੁੰਚ ਕਰਨਗੇ। ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਕਰਦਿਆਂ ਪ੍ਰਸਾਰ ਕਰਦਿਆਂ ਤੁਸੀਂ ਹਰ ਥਾਂ ਪਹੁੰਚਣਾ। ਜੋ ਵਿਧੀਆਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਅਭਿਆਸ ਸੰਗਤਾਂ ਤੋਂ ਕਰਾਉਣਾ, ਸੰਗਤਾਂ ਦੀ ਝੋਲੀ ਪਾਉਣੀਆਂ, ਤਾਂ ਕਿ ਆਪਣੇ ਆਪੇ ਨਾਲ ਸੰਗਤ ਜੁੜ ਸਕੇ, ਆਪਣੇ ਅੰਦਰ ਜਿਹੜਾ ਵਸਦਾ ਮਾਹੀ ਹੈ ਉਹਦੇ ਨਾਲ ਜੁੜ ਸਕੇ, ਸਾਰੀ ਭਟਕਣਾ ਮਿਟ ਜਾਵੇ, ਕਿਤੇ ਜਾਣਾ ਨਾ ਪਵੇ। ਜੇ ਕਿਤੇ ਤੀਰਥ ਯਾਤਰਾ 'ਤੇ ਜਾਣਾ ਵੀ ਆ ਉਹ ਇੱਕ ਸ਼ੌਂਕ ਲਈ ਜਾਈਏ, ਗੁਰਸਿੱਖ ਭਾਈਆਂ ਦੇ ਦਿਦਾਰਿਆਂ ਲਈ ਜਾਈਏ, ਸੰਗਤਾਂ ਦਾ ਆਨੰਦ ਮਾਣਨ ਲਈ ਜਾਈਏ, ਪਰ ਅਸਲ ਗੱਲ ਦਾ ਸਾਨੂੰ ਪਹਿਲਾਂ ਹੀ ਪਤਾ ਹੋਵੇ। ਜੋ ਗੁਰੂ ਨਾਨਕ ਨੇ ਸਾਡੇ ਨਿਉ ਜੜ ਲਾਈ ਹੈ ਉਹ ਬੂਟੇ ਨੂੰ ਪਾਣੀ ਪੈਂਦਾ ਹੋਵੇ, ਉਹ ਜਗ੍ਹਾ ਜਾ ਕੇ ਜਿੱਥੇ ਚੱਲੇ ਆ ਉਹ ਪ੍ਰਫੁੱਲਤ ਹੋਵੇ, ਉਹ ਜੜ ਸਿੱਖੀ ਦੀ, ਫਿਰ ਜਾਣ 'ਚ ਕੋਈ ਹਰਜ ਨਹੀਂ। ਇਹ ਸਾਰਾ ਸੰਸਾਰ ਉਹਦਾ ਮਾਲਕ ਦਾ ਹੀ ਹੈ, ਇਹ ਜਗ ਸੱਚੇ ਦੀ ਕੋਠੜੀ ਹੈ। ਆਓ ਸਾਰੀਆਂ ਸਾਂਝਾਂ ਪਰ ਜਾਨਾ ਪਾਉਂਦੇ ਰਹਿੰਦੇ। ਅੱਜ ਦਾ ਜੋ ਹੁਕਮਨਾਮਾ ਹੈ, ਮੁੱਖ ਵਾਕ ਸਾਹਿਬ ਹੈ, ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਵੀ ਵਿਧਾਨ ਹੈ ਕਰਤੇ ਪੁਰਖ ਦਾ, ਉਹਦੇ ਅੱਗੇ ਸਤਿਗੁਰਾਂ ਨੇ ਇਹ ਮੋਹਰ ਲਾਈ ਹੈ ਕਿ ਇਹ ਸਾਰਾ ਪਸਾਰਾ ਇੱਕ ਓੰਕਾਰ ਦਾ ਹੀ ਹੈ। ਉਹ ਊਰਜਾ ਸਰੂਪ ਪਾਰ ਬ੍ਰਹਮ ਪਿਤਾ ਜੋ ਹਰ ਰੂਪ ਧਾਰਨ ਕਰਦਾ ਤੇ ਜਦੋਂ ਜੀ ਚਾਹੇ ਜੋ ਵੀ ਮਰਜ਼ੀ ਧਾਰਨ ਕਰ ਸਕਦਾ, ਉਹਦੀ ਜੋ ਨੇੜਤਾ ਹੈ, ਉਹਦੇ ਨਾਲ ਜਿਹੜੀ ਇੱਕ ਵਿਕਤਾ ਹੈ, ਬੇਸ਼ੱਕ ਉਹਦਾ ਸੈਂਟਰ ਤੁਹਾਡੇ ਅੰਦਰ ਹੀ ਹੈ, ਪਰ ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦੇ, ਸਾਧਨਾ ਨਹੀਂ ਕਰਦੇ, ਆਪਣੇ ਆਪੇ ਨੂੰ ਨਹੀਂ ਜਾਣਦੇ, ਉਹਨਾਂ ਚਿਰ ਉਹ ਮਿਲਦਾ ਨਹੀਂ ਹੈ। ਉਹ ਸਤਿਗੁਰ ਪ੍ਰਸਾਦ ਹੈ, ਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰਦਾ। ਸਾਧਨਾ ਤੁਸੀਂ ਕਰਨੀ ਹੈ, ਤੜਪ ਤੁਹਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ, ਪਿਆਸ ਤੁਹਾਨੂੰ ਚਾਹੀਦੀ ਹੈ, ਪਰ ਉਹ ਜਾਗਣ ਤੋਂ ਬਾਅਦ ਜਿਹੜਾ ਰਸਤਾ ਦੱਸਦਾ, ਜਿਹੜਾ ਪੰਥ ਜਾਂ ਰਸਤਾ, ਉਹ ਸਤਿਗੁਰੂ ਦੱਸਦਾ। ਉਹਦੇ ਲਈ ਬਹੁਤ ਜ਼ਰੂਰੀ ਹੈ ਸਾਧੂਆਂ ਦਾ ਸੰਗ, ਸੰਤਾਂ ਦੀ ਸੰਗਤ, ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੈ ਸੋ ਭਾਈ ਸਹਿਜ ਗੁਣ ਗਾਈਐ ਜੀਓ। ਸਤਿਗੁਰ ਕਹਿੰਦੇ ਨੇ ਕਿ ਆਹ ਜੀਵਨ ਆਪਾਂ ਨੂੰ ਮਿਲਿਆ, ਜਿੰਨੀ ਵੀ ਜ਼ਿੰਦਗੀ ਮਿਲੀ ਹੈ, ਇਹਦੇ ਵਿੱਚ ਸਾਨੂੰ ਆ ਪਿੰਡ ਮਿਲਦਾ, ਸਰੀਰ ਰੂਪੀ ਹਰਮੰਦਰ, ਚੇਤਨਾ ਮਿਲਦੀ ਹੈ ਜਿਹੜੀ ਆ ਫਿਰਦੀ ਹੈ, ਬੋਲਦੀ, ਜਾਗਦੀ ਹੈ, ਪ੍ਰਾਣ ਸ਼ਕਤੀ ਜੋੜੀ ਹੋਈ ਹੈ ਆਪਣੇ ਅੰਦਰ ਤੇ ਬਾਹਰ, ਜਿਹਨੂੰ ਪਵਨ ਗੁਰੂ ਲੈ ਕੇ ਸਪਲਾਈ ਕਰਦਾ, ਸਾਨੂੰ ਜਿਉਂਦੇ ਰੱਖਦਾ। ਜਿੰਨਾ ਚਿਰ ਸਾਡੇ ਕੋਲੇ ਪਵਨ ਗੁਰੂ ਦੀ ਮੌਜੂਦਗੀ ਹੈ, ਆ ਪਿੰਡ ਹੈ, ਤੇ ਤੀਜਾ ਜਿਹੜਾ ਸਾਨੂੰ ਧਿਆਨ ਦਿੱਤਾ ਹੈ, ਜੇ ਕਿਤੇ ਅਸੀਂ ਇਹ ਤਿੰਨੇ ਇੱਕ ਥਾਂ ਕਰ ਲਈਏ ਤਾਂ ਸਾਡੇ ਨਾਲ ਉਹ ਕਿਰਪਾ ਵਰਸ ਜਾਂਦੀ ਹੈ, ਇੱਕ ਮਿਕਤਾ ਪਤਾ ਲੱਗ ਜਾਂਦੀ ਹੈ, ਸਾਰੇ ਅਸੂਲਾਂ ਦਾ ਪਤਾ ਲੱਗ ਜਾਂਦਾ, ਹੁਕਮ ਦਾ ਪਤਾ ਲੱਗ ਜਾਂਦਾ। ਹੁਣ ਬੇਸ਼ੱਕ ਸਰੀਰ ਸਾਡੇ ਕੋਲ ਆ, ਪ੍ਰਾਣ ਸਾਡੇ ਕੋਲ ਆ, ਸਾਹ ਸਾਡੇ ਚੱਲ ਰਹੇ ਆ, ਪਵਨ ਗੁਰੂ ਆਪਣਾ ਕਾਰਜ ਕਰ ਰਿਹਾ, ਪਰ ਹੈ ਕੀ ਨਹੀਂ, ਸਾਡਾ ਧਿਆਨ ਕਿਤੇ ਹੋਰ ਆ। ਦੁਨਿਆਵੀ ਕੁਛ ਵੀ ਚਾਹੀਦਾ ਬਾਹਰੋਂ ਮਿਲੂਗਾ, ਧਿਆਨ ਵੀ ਬਾਹਰ ਰੱਖਣਾ ਪਊ, ਸੁਚੇਤ ਵੀ ਰਹਿਣਾ ਪਊ, ਹੋਸ਼ ਨਾਲ ਵੀ ਰਹਿਣਾ ਪਊ। ਇਹ ਵੀ ਸਾਡਾ ਕਾਰਜ ਹੈ, ਕਿਰਤ ਕਮਾਈ ਵੀ ਬਾਹਰ ਹੈ, ਪਰ ਜਦੋਂ ਪਰਮ ਪਿਤਾ ਪਰਮਾਤਮਾ ਨੂੰ ਮਿਲਣਾ, ਉਹ ਅੰਤਰਾਤਮੇ ਹੈ, ਉਹ ਆਤਮਾ ਦੀ ਸੱਤਾ ਸਾਡੇ ਅੰਦਰ ਹੈ, ਉਦੋਂ ਨੇਤਰ ਬੰਦ ਕਰਨੇ ਪੈਣੇ, ਅੰਦਰ ਉਤਰਨਾ ਪੈਣਾ। ਜਿਹੜਾ ਬੈਠ ਕੇ ਵੀ ਅਸੀਂ ਪਾਠ ਪੂਜਾ ਕਰਦੇ ਹਾਂ ਉਹ ਵੀ ਬਾਹਰ ਹੈ, ਹਲੇ ਦੱਸੇ ਹੀ ਜਾ ਰਿਹਾ, ਉਹ ਤਾਂ ਕਿ ਤੇਰੇ ਅੰਦਰ ਹੈ। ਜਿਹੜੀ ਗੱਲ ਦੱਸੀ ਜਾ ਰਹੀ ਹੈ ਅੰਦਰ, ਉਹਦੇ ਵਾਸਤੇ ਨੇਤਰ ਬੰਦ ਕਰਕੇ ਬਹਿਣਾ ਹੀ ਪੈਣਾ, ਕੋਈ ਹੱਲ ਨਹੀਂ ਹੈ। ਪਾਠ ਜਿੰਨੇ ਮਰਜ਼ੀ ਕਰੀ ਚਲੋ, ਜਿੰਨੇ ਮਰਜ਼ੀ ਸਾਲ ਕਰੀ ਚਲੋ, ਉਹ ਗੱਲ ਨਹੀਂ ਬਣਨੀ, ਕਿਉਂਕਿ ਇਹ ਤਾਂ ਅਸੀਂ ਕਿਰਿਆ ਹੀ ਕਰ ਰਹੇ ਹਾਂ ਕਿ ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ। ਜਿਵੇਂ ਆ ਬਾਣੀ ਲਿਖੀ ਹੈ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਇਹ ਦੱਸ ਰਹੇ ਆ ਕਿ ਪਰਮ ਪਿਤਾ ਪਰਮਾਤਮਾ, ਹਰੀ ਪਰਮਾਤਮਾ ਜਦੋਂ ਕਿਰਪਾ ਕਰਦਾ ਨਾ, ਉਦੋਂ ਅਸੀਂ ਉਹਦੇ ਨਾਮ ਵੱਲ ਤੁਰਦੇ ਹਾਂ, ਉਹਦਾ ਨਾਮ ਸਾਡੇ ਧਿਆਨ 'ਚ ਆਉਂਦਾ, ਉਹਦੀ ਪਰਮ ਸੱਤਾ ਦਾ ਸਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ। ਸਾਡੇ ਤੋਂ ਜਿਹੜੀ ਪੱਟੀ ਵੱਜੀ ਵੀ ਆ ਅਗਿਆਨ ਦੀ, ਉਹ ਦੂਰ ਹੋਣੀ ਸ਼ੁਰੂ ਹੁੰਦੀ ਆ। ਉਹਦੇ ਲਈ ਕੀ ਕਰਨਾ ਪੈਂਦਾ, ਉਹ ਸਾਨੂੰ ਕਰਨਾ ਪੈਣਾ। ਆ ਵੀ ਜੇ ਸਾਡੇ ਕੰਨਾਂ 'ਚ ਆਵਾਜ਼ ਪੈ ਰਹੀ ਆ ਤਾਂ ਇੰਨਾ ਕੁ ਕੰਮ ਅਸੀਂ ਕੀਤਾ, ਫੋਨ ਖੋਲ੍ਹਿਆ, YouTube ਖੋਲ੍ਹੀ ਹੈ, ਫਿਰ ਅਸੀਂ ਉਹ ਚੈਨਲ ਖੋਲ੍ਹਿਆ ਜਿਹੜੇ ਤੋਂ ਸੁਣ ਰਹੇ ਹਾਂ, ਫਿਰ ਅਸੀਂ ਆਪਣਾ ਬੇਸਕੀਮਤੀ ਟਾਈਮ ਦੇ ਰਹੇ ਹਾਂ ਸਾਹਮਣੇ ਬਹਿ ਕੇ।
ਆਪਣੇ ਕੰਨਾਂ ਰੂਪੀ ਬਰਤਨ ਨੂੰ ਮੂਹਰੇ ਕਰੀ ਬੈਠੇ ਆ ਕਿ ਸਾਡੇ ਪਾ ਕੰਨ 'ਚ ਕੀ ਆ। ਇੰਨੀ ਕੁ ਸਾਧਨਾ, ਇੰਨੀ ਕੁ ਤੜਪ ਤਾਂ ਅਸੀਂ ਕਰ ਹੀ ਰਹੇ ਆ ਨਾ। ਜੇ ਇਸ ਗੱਲ ਦੀ ਪਿਆਸ ਨਾ ਹੋਵੇ ਤਾਂ ਗੱਲਾਂ ਸੁਣਨੀਆਂ ਬਹੁਤ ਔਖੀਆਂ। ਮਹਾਰਾਜ ਕਹਿੰਦੇ ਸੱਚ ਨੂੰ ਸੁਣ ਕੇ ਕੂੜਾ ਜਾਲੀ ਜਾਂਦਾ, ਭੱਜ ਲੈਂਦਾ ਉੱਠ ਕੇ। ਤੁਸੀਂ ਕਦੇ ਦੇਖਿਓ, ਤੁਸੀਂ ਸੁਣ ਰਹੇ ਹੋ, ਕੋਈ ਐਸਾ ਆਦਮੀ ਕੋਲ ਆ ਜਾਵੇ ਜਿਹਨੂੰ ਇਹਨਾਂ ਚੀਜ਼ਾਂ ਦੀ ਪਿਆਸ ਨਹੀਂ, ਉਹ ਆਉਣ ਸਰ ਉਹ ਬੰਦ ਕਰ ਯਾਰੇ ਕੀ ਲਾਈ ਬੈਠਾ। ਸਾਰਾ ਦਿਨ ਨਹੀਂ ਇਹ ਗੱਲਾਂ ਕਰੀਦੀਆਂ ਹੁੰਦੀਆਂ। ਉਹ 100 ਉਪਦੇਸ਼ ਝਾੜ ਕੇ ਜਾਊ, ਪਰ ਜੇ ਤੁਹਾਨੂੰ ਪਿਆਸ ਆ, ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਇਹ ਗੱਲ ਨੂੰ ਸੁਣੋਗੇ। ਇਹ ਕਿਰਿਆ ਸਾਨੂੰ ਕਰਨੀ ਪੈਣੀ ਆ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੈ ਸੁਭਾਏ। ਸਾਡੇ ਅੰਦਰ ਪਿਆਸ ਪੈਦਾ ਹੋ ਜੇ, ਅਸੀਂ ਜਾਣਨਾ ਚਾਹੀਏ ਉਹ ਪਰਮ ਪਿਤਾ ਪਰਮਾਤਮਾ, ਉਹਦੀਆਂ ਬ੍ਰਹਮੰਡੀ ਸ਼ਕਤੀਆਂ ਹਰ ਵੇਲੇ ਸਾਡੇ ਆਸ-ਪਾਸ ਹੈ। ਜਦੋਂ ਹੀ ਅਸੀਂ ਕੋਈ ਮੰਗ ਰੱਖਦੇ ਹਾਂ, ਜਦੋਂ ਹੀ ਸਾਨੂੰ ਕੋਈ ਖਿਆਲ ਪੈਦਾ ਹੁੰਦਾ, ਤਾਂ ਸਾਨੂੰ ਉਹਦੇ ਨਾਲ ਸੰਬੰਧਿਤ ਚੀਜ਼ਾਂ ਟੱਕਰਨੀਆਂ ਸ਼ੁਰੂ ਹੋ ਜਾਂਦੀਆਂ। ਫਿਰ ਉਹ ਜਿਹੜਾ ਸਤਿਗੁਰੂ ਆ, ਉਹ ਆਪਣੇ ਆਪ ਆਪਣੇ ਵਰੋਸਾਇਆ ਨੂੰ, ਆਪਣੇ ਨਾਲ ਲਿੰਕਡ ਸੰਤਾਂ ਨੂੰ, ਸਾਧੂਆਂ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਸਾਡੇ ਨਾਲ ਮਿਲਾਉਂਦਾ। ਸਤਿਗੁਰ ਮਿਲੈ ਸੋ ਭਾਏ, ਸਹਿ ਸੁਭਾਈ ਮਿਲ ਜਾਂਦੇ ਆ। ਕਦੇ ਨਾਲ ਦੀ ਸੀਟ ਤੇ ਬਹਿ ਗਿਆ ਆ ਕੇ ਕੋਈ, ਕਦੇ ਮੂੰਹ ਦੀ ਸੀਟ ਤੇ ਬੈਠੇ ਦੋ ਜਾਣੇ ਗੱਲ ਕਰ ਰਹੇ ਸੀ, ਸਾਡੇ ਕੰਮ ਦੀ ਉਹ ਗੱਲ ਸੀ, ਅਸੀਂ ਧਿਆਨ ਨਾਲ ਸੁਣਿਆ ਤੇ ਸਾਂਝ ਪੈ ਗਈ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ। ਤੇ ਬੜੇ ਸਹਿਜ, ਇਹ ਕੋਈ ਭੱਜ ਨੱਠ ਵਾਲਾ ਕੰਮ ਨਹੀਂ ਹੈਗਾ ਕਿ ਤੁਸੀਂ ਕੋਈ ਮਾਰ ਲਓਗੇ ਭੱਜ ਕੇ ਛੇਤੀ, ਜਿਵੇਂ ਬਾਹਲੀ ਕਾਹਲ ਕਰਦੀ ਹੁੰਦੀ ਹੈ ਦੁਨੀਆ। ਨਹੀਂ, ਜਿਵੇਂ ਕਾਰ ਵਿਹਾਰ ਕਰ ਰਹੇ ਹੋ, ਘਰ ਦੇ, ਨੌਕਰੀ, ਕੋਈ ਆਪਦਾ ਵਪਾਰ, ਉਹਨੂੰ ਕਰਦਿਆਂ ਹੋਏ ਸਹਿਜ ਮਤੇ ਨਾਲ। ਬਹੁਤ ਗੈਪ ਆਉਂਦੇ ਆ ਸਾਡੇ ਕੋਲ, ਟਾਈਮ ਸਾਡੇ ਕੋਲ ਬਹੁਤ ਹੁੰਦਾ, ਪਰ ਉਦੋਂ ਅਸੀਂ ਹੋਰ ਹੀ ਉਧੇੜ ਬੁਣ 'ਚ ਲੱਗੇ ਰਹਿੰਦੇ ਆ। ਜੇ ਅਸੀਂ ਸਤਿਗੁਰੂ ਦੀ ਗੱਲ ਸੁਣਨ ਦਾ ਸੰਕਲਪ ਕਰ ਲਈਏ ਨਾ, ਤਾਂ ਫਿਰ ਸਾਡੇ ਉਹ ਪੱਲੇ ਪੈਣਾ ਸ਼ੁਰੂ ਹੋ ਜਾਂਦਾ। ਇੰਨਾ ਕੁ ਤਾਂ ਅਸੀਂ ਮੰਨ ਹੀ ਲਈਏ ਕਿ 5 ਮਿੰਟ ਤਾਂ ਅੱਖਾਂ ਬੰਦ ਕਰਨਾ ਸਿੱਖ ਹੀ ਜਾਈਏ ਸੁਚੇਤ ਹੋਣ ਤੋਂ ਬਾਅਦ। 5 ਮਿੰਟਾਂ ਵਾਲੀ ਕਿਸੇ ਇੱਕ ਜਗ੍ਹਾ ਬਹਿ ਕੇ ਕਹੀਏ ਪਰਮ ਪਿਤਾ ਪਰਮਾਤਮਾ ਨੂੰ ਕਿ ਹੇ ਵਾਹਿਗੁਰੂ, ਮੈਨੂੰ ਨਹੀਂ ਪਤਾ ਤੇਰਾ ਵਰਸਾਇਆ ਕੌਣ ਹੈ, ਤੇਰੇ ਨਾਲ ਜੁੜਿਆ ਕੌਣ ਹੈ, ਉਹਦੀ ਬਾਣੀ, ਉਹਦੀ ਦੱਸ ਤੂੰ ਪਾ, ਮੈਨੂੰ ਮਿਲਾ। ਤੇ ਜਦੋਂ ਉਹ ਮਿਲੂਗਾ, ਤੁਹਾਡੇ ਹਿਰਦੇ ਨੂੰ ਠੰਡ ਪੈ ਜਾਣੀ ਹੈ, ਉਹਦੀ ਬੋਲੀ ਚੰਗੀ ਲੱਗਣੀ ਹੈ, ਉਹਦੇ ਕੋਲੇ ਜਾਣਾ ਚੰਗਾ ਲੱਗਣਾ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ। ਗੁਣਾਂ ਨੂੰ ਗਾਉਣਾ ਹੈ। ਅਸੀਂ ਹੁਣ ਇਹ ਬਾਣੀ ਪੜ੍ਹ ਲਈ, ਮੰਨ ਲਓ ਹੁਣ ਅਸੀਂ, ਸਾਨੂੰ ਕਿਹਾ ਕਿ ਪਾਠ ਕਰਨਾ ਹੈ, ਜਿਵੇਂ ਆਪਾਂ ਕਰਦੇ ਅੱਜ ਕੱਲ੍ਹ। ਹੁਣ ਅਸੀਂ ਆਹ ਬਾਣੀ ਪੜ੍ਹ ਲਈ, ਤੇ ਬਾਣੀ ਪੜ੍ਹ ਕੇ ਅਸੀਂ ਗੁਟਕਾ ਸਾਹਿਬ ਪਾਸੇ ਰੱਖਤਾ, ਉਹ ਗੱਲ ਪੂਰੀ ਨਹੀਂ ਹੋਈ। ਕਿਉਂਕਿ ਨਾ ਤਾਂ ਅਸੀਂ ਨਾਮ ਨੂੰ ਧਿਆਇਆ ਉਦੋਂ ਬਾਅਦ, ਪੜ੍ਹਨ ਤੋਂ ਬਾਅਦ, ਤੇ ਨਾ ਹੀ ਗੁਣ ਗਾਏ ਹੈ। ਸਾਨੂੰ ਫਿਰ ਲੱਗਦਾ ਕਿ ਅਸੀਂ ਪਾਠ ਕੀਤਾ ਸੀ, ਗੱਲ ਕਿਉਂ ਨਹੀਂ ਬਣੀ, ਗੱਲ ਕਿਵੇਂ ਬਣੀ। ਅਸੀਂ ਜਿਹੜਾ ਕੁਛ ਕਿਹਾ ਮਹਾਰਾਜ ਨੂੰ, ਕਰਿਆ ਨਹੀਂ ਨਾ, ਉਹ ਹਾਜ਼ਰੀ ਤਾਂ ਪਾਈ ਨਹੀਂ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ। ਗੁਣ ਗਾਉਣੇ ਆ। ਪਹਿਲਾਂ ਗੁਣ ਕਿਹਦੇ ਗਾਉਣੇ ਆ? ਤੁਹਾਡੇ ਸਾਹਮਣੇ ਤਾਂ ਤੁਹਾਡਾ ਧਰਮ ਹੈ, ਤੁਹਾਡੇ ਸਾਹਮਣੇ ਤੁਹਾਡਾ ਗੁਰੂ ਹੈ, ਤੁਹਾਡੇ ਸਾਹਮਣੇ ਤੁਹਾਡਾ ਸਾਧੂ ਆ, ਸੰਤ ਹੈ। ਪਹਿਲਾਂ ਤਾਂ ਉਹਦੇ ਗੁਣ ਹੀ ਗਾਉਣੇ ਪੈਣੇ ਆ, ਉਹਨੂੰ ਧੰਨ ਕਹਿਣਾ ਪੈਣਾ ਹੈ। ਜਦੋਂ ਤੁਸੀਂ ਗੁਰੂ ਦੇ ਵਿੱਚ ਬ੍ਰਹਮਾ ਦੇਖੋਗੇ, ਵਿਸ਼ਨ ਦੇਖੋਗੇ, ਮਹੇਸ਼ ਦੇਖੋਗੇ, ਉਦੋਂ ਤੁਹਾਡੀ ਗੱਲ ਬਣਨੀ ਸ਼ੁਰੂ ਹੋਣੀ ਹੈ। ਗੁਰੂ ਇੱਕ ਚੈਨਲ ਆ ਜਿਹੜਾ ਪਰਮ ਪਿਤਾ ਪਰਮਾਤਮਾ ਦੀ ਸੱਤਾ ਨਾਲ ਜੁੜਿਆ ਹੋਇਆ। ਉਹ ਫਿਰ ਗੁਰੂ ਰਾਹੀਂ ਤੁਹਾਨੂੰ ਬ੍ਰਹਮੰਡ ਦਿਸਣਾ ਸ਼ੁਰੂ ਹੋਣਾ। ਗੁਣ ਗਾਉਣੇ ਆ, ਜਿਹਦੇ ਵੀ ਗੁਣ ਗਾਓਗੇ। ਮੰਨ ਲਓ ਇਹ ਤਾਂ ਗੱਲ ਬਹੁਤ ਵੱਡੀ ਹੈ, ਦੁਨਿਆਵੀ ਤੌਰ ਤੇ ਵੀ ਕਿਸੇ ਹਸਤੀ ਦੇ ਤੁਸੀਂ ਗੁਣ ਗਾਉਣੇ ਸ਼ੁਰੂ ਕਰ ਦਿਓ, ਤੁਹਾਨੂੰ ਉਹ ਤੋਂ ਜੋ ਕੁਛ ਉਹਦੇ ਕੋਲ ਆ ਫਲ ਮਿਲਣੇ ਪ੍ਰਾਪਤ ਹੋ ਜਾਣਗੇ। ਤੁਹਾਡਾ ਮੇਲ ਮਿਲਾਪ ਵੱਧ ਜੂ ਜਿਹਦੇ ਗੁਣ ਗਾਓਗੇ ਉਹਦੇ ਨਾਲ। ਉਹ ਕੋਈ ਆਦਮੀ ਹੋ ਸਕਦਾ, ਔਰਤ ਹੋ ਸਕਦੀ ਹੈ, ਕੋਈ ਪਾਰਟੀ ਹੋ ਸਕਦੀ ਹੈ, ਕੋਈ ਕਲਾਕਾਰ ਹੋ ਸਕਦਾ, ਕੋਈ ਵੀ ਹੋ ਸਕਦਾ। ਗੁਣ ਗਾ ਕੇ ਵੇਖੋ ਸਹੀ, ਜਿਹਦੇ ਵੀ ਗੁਣ ਗਾਓਗੇ ਉਹਦੇ ਨਾਲ ਸੰਬੰਧਿਤ ਚੀਜ਼ਾਂ ਆਕਰਸ਼ਿਤ ਹੋਣੀਆਂ ਸ਼ੁਰੂ ਹੋ ਜਾਣੀਆਂ। ਸਾਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਮਾਲਕ ਦੇ, ਕਰਤੇ ਦੇ, ਹਰੀ ਦੇ ਗੁਣ ਗਾਓ। ਜੋ ਭਾਵ ਉੱਠਦੇ ਆ ਉਹ ਗਾਵਾਂਗੇ ਤਾਂ ਉਹਦੇ ਨਾਲ ਸਾਂਝ ਵੱਧਦੀ ਜਾਣੀ ਹੈ। ਗੁਣ ਗਾਏ ਬਿਗਸੈ ਸਦਾ ਅਣਦਿਨ, ਜਾਂ ਆਪ ਸਾਚੇ ਭਾਵੇ। ਤੇ ਮਹਾਰਾਜ ਕਹਿੰਦੇ ਜਦੋਂ ਅਸੀਂ ਗੁਣ ਗਾਉਣੇ ਆ, ਫਿਰ ਹੁੰਦਾ ਕੀ ਆ? ਖੇੜਾ ਆਉਂਦਾ, ਵਿਗਾਸ ਆਉਂਦਾ, ਇੱਕ ਖੁਸ਼ੀ ਦਾ ਇਲਹਾਮ ਬਣਦਾ।
ਉਹਦੇ ਨਾਲ ਸੰਬੰਧਿਤ ਪੁਆਇੰਟ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਗੁਣ ਗਾਏ ਵਿਕਸੈ ਸਦਾ ਅਣਦਿਨ, ਦਿਨ ਰਾਤ ਫਿਰ ਉਹ ਚੱਲਦਾ। ਜਾਂ ਆਪ ਸਾਚੇ ਭਾਵੇ, ਉਹ ਤਾਂ ਸੱਚਾ ਹੀ ਆ। ਉਹਦੀ ਨਿਉ ਜੜ ਜੋ ਆਦਤ ਉਹ ਸੱਚ ਹੈ। ਜਦੋਂ ਮਹਾਰਾਜ ਕਹਿੰਦੇ ਅਰਬਦ ਨਰਬਦ ਧੰਦੂਕਾਰਾ ਸੀ, ਜਦੋਂ ਕੁਛ ਵੀ ਨਹੀਂ ਸੀ, ਉਹ ਉਦੋਂ ਵੀ ਸੀ, ਜਿਹਨੂੰ ਅੱਜ ਆਪਾਂ ਕਹਿ ਸਕਦੇ ਹਾਂ ਊਰਜਾ ਰੂਪ 'ਚ ਸੀ। ਤੇ ਕਿਵੇਂ ਫਿਰ ਸਾਰਾ ਕੁਝ ਬਣਦਾ, ਉਹ ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਆਪਾਂ ਕਰਾਂਗੇ ਆਉਣ ਵਾਲੇ ਦਿਨਾਂ 'ਚ। ਗੁਣ ਗਾਏ ਵਿਕਸੈ ਸਧਾਣ ਦਿਨ, ਜਿਵੇਂ ਜਿਵੇਂ ਗੁਣ ਗਾਵਾਂਗੇ ਵਿਕਾਸ ਵੱਧਦਾ ਜਾਣਾ, ਖੇੜਾ ਵੱਧਦਾ ਜਾਣਾ, ਖੁਸ਼ੀਆਂ ਵੱਧਦੀਆਂ ਜਾਣੀਆਂ। ਤੁਹਾਡੇ ਗਾਏ ਤੁਹਾਡੇ ਗੀਤ ਸੰਗਤ ਨੂੰ ਚੰਗੇ ਲੱਗਣ ਲੱਗ ਜਾਣੇ ਆ। ਤੁਹਾਡੇ ਆਸੇ ਪਾਸੇ ਕਾਇਨਾਤ ਨੂੰ ਚੰਗੇ ਲੱਗਣ ਲੱਗ ਜਾਣਾ। ਤੁਹਾਡੇ ਜੀਵਨ 'ਚ ਇੱਕ ਰੌਂ ਆ ਜਾਣਾ। ਗੁਣ ਗਾਏ ਵਿਕਸੈ ਸਧਾਣ ਦਿਨ, ਜਾਂ ਆਪ ਸਾਚੇ ਭਾਵ ਹੈ। ਜਦੋਂ ਤੁਸੀਂ ਦਿਲੋਂ ਬੋਲੋਗੇ ਨਾ, ਤੇ ਉਹ ਦਿਲ ਤੱਕ ਗੱਲ ਜਾਣੀ ਆ। ਇਹ ਕਿਰਪਾ ਮਹਾਰਾਜ ਦੀ, ਇਹ ਪਹੁੰਚਦੀ ਹੈ ਜਿੱਥੋਂ ਤੁਸੀਂ, ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ। ਮਹਾਰਾਜ ਕਹਿੰਦੇ ਜੇ ਤਾਂ ਜੀ 'ਚ ਵਸਦੀ ਗੱਲ ਆ, ਅੰਤਰਾਤਮੇ ਵਸੀ ਹੋਈ ਆ, ਤੇ ਉਹ ਬੋਲਦੇ ਹੋ, ਉਹ ਤਾਂ ਉਹ ਜੀ ਤੱਕ ਪਹੁੰਚੂਗੀ। ਤੇ ਉਸੇ ਨਹੀਂ ਵਰਕ ਕਰਨਾ, ਕਾਰਜ ਕਰਨਾ, ਉਹਦਾ ਹੀ ਫਲ ਮਿਲਣਾ। ਜਿਹੜਾ ਮੂੰਹ ਕਾ ਕਿਹਾ ਵਾਓ ਆ ਨਾ, ਇਹ ਤਾਂ ਮੂੰਹ ਦਾ ਇਕੱਲੀਆਂ ਬਾਹਰੀ ਗੱਲਾਂ ਉਹ ਉੱਡ ਜਾਣੀਆਂ। ਦੁਨੀਆ ਨੂੰ ਅਸੀਂ ਭੁਲੇਖਾ ਪਾ ਸਕਦੇ ਹਾਂ, ਕਹਿ ਸਕਦੇ ਹਾਂ ਕਿਸੇ ਨੂੰ ਤੈਨੂੰ ਦੇਖ ਕੇ ਬੜੀ ਖੁਸ਼ੀ ਮਿਲੀ, ਤੈਨੂੰ ਮਿਲ ਕੇ ਬੜੀ ਖੁਸ਼ੀ ਮਿਲੀ, ਪਰ ਦਿਲ 'ਚ ਕੀ ਚੱਲਦਾ ਉਹਨੂੰ ਤਾਂ ਨਹੀਂ ਪਤਾ। ਪਰ ਜਿਹੜੀਆਂ ਬ੍ਰਹਮੰਡੀ ਸ਼ਕਤੀਆਂ ਉਹਨਾਂ ਨੂੰ ਪਤਾ ਵੀ ਉਹ ਦੱਸ ਜਿਹੜਾ ਅੰਦਰ ਚੱਲੀ ਜਾਂਦਾ। ਹੋਣਾ ਤਾਂ ਉਵੇਂ ਆ ਜੋ ਅੰਦਰ ਚੱਲਦਾ ਰਹਿੰਦਾ। ਬਾਹਰੀ ਤੌਰ 'ਤੇ ਕਈਆਂ ਗੱਲਾਂ ਦਾ ਕੋਈ ਮੁੱਲ ਨਹੀਂ ਹੈ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ। ਅਸੀਂ ਜਦੋਂ ਗਾਉਣਾ ਸ਼ੁਰੂ ਕਰਦੇ ਆ ਨਾ, ਸਾਨੂੰ ਸਮਝ ਪੈਂਦੀ ਆ ਕਿ ਮੈਂ ਕੌਣ ਹੈ, ਹਉਮੈ ਕੀ ਆ, ਹਉਮੈ ਨੂੰ ਤਿਆਗਣਾ ਕੀ ਆ, ਸਟੇਜਾਂ ਸਮਝ ਆਉਂਦੀਆਂ। ਅਸੀਂ ਆਪਣੇ ਆਪੇ ਨਾਲ ਇੱਕ ਇਮੇਜ ਬਣਾ ਕੇ ਚੱਲਦੇ ਆ ਆਪਣੀ, ਜਿਹੜੀ ਹਉਮੈ ਨੇ ਬਣਾ ਕੇ ਦਿੱਤੀ ਹੁੰਦੀ ਆ। ਤੇ ਉਵੇਂ ਅਸੀਂ ਦੁਨੀਆ ਤੋਂ ਚਾਹੁੰਦੇ ਆ ਕਿ ਸਾਨੂੰ ਲੋਕ ਉਵੇਂ ਸਮਝਣ ਤੇ ਕਹਿਣ। ਤੇ ਉਹ ਇਮੇਜ ਨੂੰ ਬਣਾਉਣ 'ਚ ਤੇ ਸਾਂਭਣ 'ਚ ਅਸੀਂ ਜ਼ਿੰਦਗੀ ਬਰਬਾਦ ਕਰ ਦਿੰਦੇ ਆ। ਪਰ ਜਦੋਂ ਕੋਈ ਗੁਣ ਗਾਉਣ ਲੱਗ ਜਾਂਦਾ, ਫਿਰ ਇੱਥੋਂ ਤੱਕ ਵੀ ਕਹਿੰਦਾ ਕਿ ਹਮ ਤੋ ਕੂਕਰ ਨਾ ਰਾਮ ਕੋ ਮੁਤੀਆ ਮੇਰੋ ਨਾਓ। ਕੁੱਤਾ ਕਹਿਣ 'ਚ ਵੀ ਫਿਰ ਸ਼ਰਮ ਨਹੀਂ ਆਉਂਦੀ। ਅਸੀਂ ਤਾਂ ਕੁੱਤੇ ਆ ਰਾਮ ਦੇ, ਅਸੀਂ ਤਾਂ ਉਹਦੇ ਦਰ ਦੇ ਕੂਕਰ ਹਾਂ, ਅਸੀਂ ਤਾਂ ਭੌਂਕਦੇ ਹਾਂ ਉਹਦੇ ਦਰ 'ਤੇ ਖੜ੍ਹ ਕੇ। ਫਿਰ ਇਹ ਗੱਲਾਂ ਕਹਿਣ 'ਚ ਵੀ ਮਾਣ ਮਹਿਸੂਸ ਹੁੰਦਾ, ਇੱਕ ਵੱਖਰੀ ਲੋਅ ਚੜ੍ਹਦੀ ਆ। ਤੇ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਗੀਤ ਗਾਓਗੇ ਗੋਬਿੰਦ ਦੇ, ਹੰਕਾਰ ਹਉਮੈ ਤਜੈ ਮਾਇਆ, ਉੱਧਰੋਂ ਹੰਕਾਰ ਦੂਰ ਹੋਣਾ ਸ਼ੁਰੂ ਹੋ ਜਾਣਾ। ਕਿਉਂਕਿ ਗੁਰੂ ਨੇ ਪਰਖੀਆਂ ਹੀ ਐਸੀਆਂ ਲਾਉਣੀਆਂ, ਹਉਮੈ ਨੂੰ ਥਾਂ ਹੀ ਨਹੀਂ ਮਿਲਦਾ। ਇਹ ਤਾਂ ਗੁਰੂ ਦੀ ਪਰਖੀ ਤੋਂ ਫਿਰ ਭੱਜੋਗੇ, ਜਾਂ ਤਾਂ ਛੱਡ ਕੇ ਭੱਜੋਗੇ ਤੇ ਜਾਂ ਸੁਧਰ ਜਾਓਗੇ। ਹਉਮੈ ਨੂੰ ਥਾਂ ਨਹੀਂ। ਤੇ ਦੁਨੀਆਦਾਰ ਬੰਦਾ ਤਕਰੀਬਨ ਆਪਦੀ ਹਉਮੈ ਨੂੰ ਪੱਠੇ ਚਾਹੁੰਦਾ ਕਿ ਮੈਨੂੰ ਜੀ ਆਇਆਂ ਨੂੰ ਜ਼ਰੂਰ ਕਿਹਾ ਜਾਵੇ, ਮੇਰਾ ਪ੍ਰਗਟਾਵਾ ਕੀਤਾ ਜਾਵੇ, ਮੇਰਾ ਨਾਂ ਲਿਆ ਜਾਵੇ। ਰੱਬ ਦੇ ਨਾਂ ਦੀ ਬਜਾਏ ਉਹਨੂੰ ਆਪਣੇ ਨਾਂ ਦੀ ਵੱਧ ਪਈ ਹੁੰਦੀ ਹੈ, ਤੇ ਉੱਥੇ ਹੀ ਪੰਗੇ ਪੈਂਦੇ ਆ। ਪਰ ਜਿਵੇਂ ਜਿਵੇਂ ਗੋਬਿੰਦ ਦੇ ਗੀਤ ਗਾਉਂਦਾ, ਇਹ ਹੰਕਾਰ ਦੂਰ ਹੋਣਾ ਸ਼ੁਰੂ ਹੋ ਜਾਂਦਾ। ਸਮਝ ਪੈਂਦੀ ਹੈ ਕਿ ਜਿੱਥੇ ਮੈਂ ਹੈ ਨਹੀਂ ਉੱਥੇ ਕਿਵੇਂ ਚੱਲਦਾ ਕਾਰਜ। ਜਦੋਂ ਮੈਂ ਨਹੀਂ ਸੀ ਸੰਸਾਰ 'ਚ ਉਦੋਂ ਵੀ ਤਾਂ ਚੱਲ ਹੀ ਰਿਹਾ ਸੀ, ਅੱਜ ਹੈਗਾ ਹੁਣ ਵੀ ਚੱਲੀ ਜਾਂਦਾ। ਨਾ ਰਹੂੰਗਾ ਫਿਰ ਕੀ ਹੋ ਜੂ। ਆਪਦੇ ਆਪੇ ਦਾ ਪਤਾ ਲੱਗਦਾ ਕਿ ਇੱਕ ਗੇਮ ਹੈ, ਦਾਤੇ ਦੀ ਖੇਡ ਆ ਬਹੁਤ ਵੱਡੀ, ਆਪਾਂ ਤਾਂ ਕੁਛ ਵੀ ਨਹੀਂ ਉਹਦੇ 'ਚ। ਹੰਕਾਰ ਹਉਮੈ ਤਜੈ ਮਾਇਆ। ਫਿਰ ਉਹ ਜਿਹੜੀ ਮਾਇਆ ਨਾ, ਜਿਹਨੇ ਇਹ ਸਾਰਾ ਨੇਰ ਗਵਾਰ ਫੈਲਾਇਆ ਵਾ, ਜਿਹੜੀ ਜਚਾਉਂਦੀ ਆ ਸਾਨੂੰ ਸਾਰਾ ਕੁਛ, ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਛੱਡਣਾ ਸ਼ੁਰੂ ਕਰ ਦਿੰਦਾ। ਫੋਕੀਆਂ ਗੱਲਾਂ ਦਾ ਤੇ ਅਸਲ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਸਟੀਲ ਦੇ ਪੰਪਾਂ ਦਾ ਤੇ ਅਸਲੀ ਸਰਦਾ ਦਾ ਕਲੀਅਰ ਕੱਟ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਸਹਿਜ ਨਾਮ ਸਮਾਵੇ, ਫਿਰ ਇੱਕ ਸਹਿਜ, ਇਹ ਇੱਕ ਐਸਾ ਸਿਸਟਮ ਆ, ਜਿੰਨਾ ਤੁਸੀਂ ਟਿਕਦੇ ਜਾਂਦੇ ਹੋ, ਜਿੰਨਾ ਤੁਸੀਂ ਸ਼ਾਂਤ ਹੁੰਦੇ ਜਾਂਦੇ ਹੋ, ਜਿੰਨਾ ਤੁਹਾਨੂੰ ਆਪਣੇ ਆਪੇ ਬਾਰੇ ਸਮਝ ਆਉਂਦੀ ਜਾਂਦੀ ਹੈ, ਉਨਾ ਹੀ ਤੁਹਾਨੂੰ ਦੁਨੀਆ ਬਾਰੇ ਵੀ ਪਤਾ ਲੱਗਦਾ ਜਾਂਦਾ। ਬਰਾਬਰੀ ਸਭ ਗੱਲਾਂ ਕਲੀਅਰ ਕੱਟ ਦਿੰਦੀ ਆ। ਆਪ ਕਰਤਾ ਕਰੇ ਸੋਈ, ਆਪ ਦੇਹ ਤਾ ਪਾਈਐ। ਜਿਹੜਾ ਉਹ ਕਰਤਾ ਪੁਰਖ ਆ ਨਾ, ਹੋਣਾ ਉਹੀ ਹੈ ਜਿਹੜਾ ਉਹਨੇ ਕਰਨਾ ਹੈ।
ਉਹਨੇ ਆਪਣੇ ਹਿਸਾਬ ਨਾਲ ਇੱਕ ਨਿਯਮ ਬਣਾਏ ਵੀ ਆ, ਵਿਉਂਤਬੰਦੀ ਬਣਾਈ ਵੀ ਹੈ। ਸਾਡੇ ਜੇ ਤਾਂ ਨਿਯਮ ਸਮਝ ਆ ਗਏ, ਅਸੀਂ ਉਹ ਨਿਯਮਾਂ ਦਾ ਲਾਹਾ ਲੈ ਲਾਂਗੇ। ਜੇ ਨਿਯਮ ਨਾ ਸਮਝ ਆਏ ਤਾਂ ਅਸੀਂ ਰਹਿ ਜਾਵਾਂਗੇ। ਜਿਵੇਂ ਇੱਕ ਕਿਸਾਨ ਪਾਣੀ ਲਾ ਕੇ ਦੇਖਦਾ, ਉਹ ਨਿਯਮ ਦੇ ਤਹਿਤ ਪਾਣੀ ਲਾਇਆ ਤੇ ਪਾਣੀ ਜਦੋਂ ਸੁੱਕਣਾ ਸ਼ੁਰੂ ਹੋ ਜਾਂਦਾ, ਇੱਕ ਬੱਤ ਆਉਂਦੀ ਹੈ ਖੇਤ ਦੀ ਕਿ ਨਾ ਉਹ ਬਹੁਤਾ ਗਿੱਲਾ ਹੁੰਦਾ ਤੇ ਨਾ ਹੀ ਸੁੱਕਾ ਹੁੰਦਾ, ਗਿੱਲ ਹੁੰਦੀ ਹੈ ਤੇ ਉਦੋਂ ਬੀਜ ਪਾਇਆ ਜਾ ਸਕਦਾ। ਉਦੋਂ ਦਾ ਪਾਇਆ ਬੀਜ ਭਰਪੂਰ ਫਸਲ ਹੁੰਦੀ ਹੈ। ਪਰ ਜੇ ਉਹ ਕਿਸੇ ਚੁੰਚ ਗਿਆਨੀ ਦੇ ਡਿੱਕੇ ਚੜ੍ਹ ਜੇ, ਉਹ ਯਾਰ ਤੇ ਤਾਂ ਰੱਬ ਦੀ ਧਰਤੀ ਆ, ਇਹਦਾ ਕੀ ਆ, ਅੱਜ ਪਾ ਦੇ ਬੀਜ, ਭਾਵੇਂ 10 ਦਿਨਾਂ ਨੂੰ ਪਾ ਦੀ, 20 ਨੂੰ ਪਾ ਦੀ, ਧਰਤੀ ਤਾਂ ਧਰਤੀ ਰਹਿਣੀ ਆ, ਇਹ ਤਾਂ ਰੱਬ ਦੀ ਆ। ਜੇ ਉੱਗਰਨਾ ਹੋਇਆ ਉਦੋਂ ਵੀ ਉੱਗਰਿਆ ਹੋਊ। ਉਹ ਨਿਯਮ ਤੋਂ ਉਲਟ ਕਰਤਾ, ਉਹਨੂੰ 10 ਦਿਨ ਲੇਟ ਕਰਤਾ, ਜਦੋਂ ਉੱਥੇ ਰੇਤਾ ਹੀ ਰੇਤਾ ਹੋ ਗਿਆ, ਰੇਤੇ 'ਚ ਪਾਏ ਬੀਜ ਨਹੀਂ ਉੱਗਰਦੇ, ਉਹ ਫਸਲਾਂ ਨਹੀਂ ਮਿਲਦੀਆਂ। ਜੇ ਨਿਯਮ ਸਮਝ ਕੇ ਉਦੋਂ ਵੀ ਪਾਏ ਆ ਤਾਂ ਫਿਰ ਉਹ ਉੱਗਰਦੇ ਆ। ਇਹੀ ਗੱਲ ਗੁਰਬਾਣੀ ਸਮਝਾਉਂਦੀ ਆ ਕਿ ਮੌਕਾ ਸਾਂਭੋ। ਅੰਮ੍ਰਿਤ ਵੇਲੇ ਦਾ ਜਿਹੜਾ ਇੱਕ ਟਾਈਮ ਆ ਨਾ, ਉਦੋਂ ਇੱਕ ਬੱਤ ਹੁੰਦੀ ਹੈ, ਸ਼ੁਰੂਆਤ ਹੋ ਰਹੀ ਹੈ ਨਵੀਂ ਜ਼ਿੰਦਗੀ ਦੀ, ਨਵੇਂ ਦਿਨ ਦੀ। ਉਦੋਂ ਜਿਹੜੇ ਤੁਹਾਡੇ ਪਹਿਲੇ ਖਿਆਲ ਆ ਉਹ ਧੁਰ ਅੰਦਰ ਤੱਕ ਜਾਂਦੇ ਆ। ਉਦੋਂ ਦੀ ਕਰੀ ਗੱਲ, ਉਦੋਂ ਦੀ ਕੰਨ 'ਚ ਪਈ ਆਵਾਜ਼ ਸਾਰਾ ਦਿਨ ਆਪਣੀ ਗੂੰਜ ਰੱਖਦੀ ਆ, ਆਪਣੇ ਵੱਲ ਖਿੱਚਦੀ ਆ। ਆਪ ਕਰਤਾ ਕਰੇ ਸੋਈ, ਆਪ ਤਾਂ ਕਰਤੇ ਨੇ, ਨਿਯਮ ਬਣਾਏ ਵੇ ਆ। ਸੂਰਜ ਨੂੰ ਆਪਾਂ ਸੱਦ ਕੇ ਨਹੀਂ ਲਿਆਉਂਦੇ ਵੀ ਚੜ੍ਹ ਜਾ, ਅਸੀਂ ਉੱਠਣਾ ਹੈ। ਸੂਰਜ ਨੇ ਤਾਂ ਆਪਦੇ ਨਿਯਮ 'ਚ ਆ ਕੇ ਚੜ੍ਹ ਹੀ ਜਾਣਾ। ਇਹ ਕਰਤਾ ਕਰ ਰਿਹਾ ਸਾਰਾ ਕੁਝ, ਪਰ ਉੱਠਣਾ ਤੁਸੀਂ ਆ, ਇਹ ਤੁਸੀਂ ਕਰ ਰਹੇ ਹੋ, ਕਿਉਂਕਿ ਤੁਸੀਂ ਪਰਮ ਸੱਤਾ ਤੋਂ ਇੱਕ ਸੱਤਾ ਲਈ ਹੋਈ ਆ, ਆਪਣੇ ਮਾਲਕ ਤੁਸੀਂ ਆਪ ਬਣੇ ਹੋਏ ਹੋ, ਤੁਸੀਂ ਕਰਤਾ ਹੋ। ਉੱਥੇ ਆਪਣੇ ਕਰਤੇਪਣ ਨੂੰ ਸਮਰਪਿਤ ਕਰ ਦਿਓ ਉਹਦੇ ਚਰਨਾਂ 'ਚ। ਆਪ ਕਰਤਾ ਕਰੇ ਸੋਈ, ਆਪ ਦੇਹ ਤਾਂ ਪਾਈ ਹੈ। ਉਹ ਜਦੋਂ ਕਰਤਾ ਪੁਰਖ ਨਿਯਮਾਂ ਦੇ ਤਹਿਤ ਸਾਨੂੰ ਦਿੰਦਾ ਨਾ, ਫਿਰ ਹੀ ਅਸੀਂ ਪਾ ਸਕਦੇ ਹਾਂ। ਜਿਵੇਂ ਕੱਲ੍ਹ ਬਾਗ 'ਚ ਆਇਆ ਸੀ ਕਿ ਪ੍ਰੇਮ ਵਾਲੀ ਗੱਲ, ਅਸੀਂ ਦੇਖਾ ਦੇਖੀ ਪੜ੍ਹ ਸਕਦੇ ਹਾਂ, ਪਾਠ ਕਰ ਸਕਦੇ ਹਾਂ, ਪਰ ਜਿਹੜੀ ਉਹ ਪ੍ਰੇਮ ਦੀ ਦਾਤ ਆ ਨਾ, ਜਿਹੜੀ ਇੱਕ ਖਿੱਚ ਪੈਣੀ, ਬਲਬਲੇ ਉੱਠਣੇ, ਉਹ ਸਾਡੇ ਹੱਥ ਨਹੀਂ ਹੈ, ਉਹ ਮਾਲਕ ਦਿੰਦਾ। ਤਾਂ ਹੀ ਕਰਤੇ ਦੇ ਹੱਥ ਕਿਹਾ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ। ਮੇਨ ਗੱਲ ਇਹ ਹੈ, ਉਹ ਜਿਹੜਾ ਹਰ ਜੀ ਹੈ ਨਾ, ਖੇਡ ਉਹਦੀ ਆ ਸਾਰੀ। ਜਿਵੇਂ ਜਿਵੇਂ ਅਸੀਂ ਸ਼ਾਂਤ ਹੁੰਦੇ ਆ, ਸਾਨੂੰ ਆਪਣੇ ਆਪੇ ਦੀ ਸਮਝ ਆਉਂਦੀ ਹੈ, ਸਾਡੀ ਨੇੜਤਾ ਆਪਣੇ ਅੰਤਰਾਤਮੇ ਨਾਲ ਵੱਧਦੀ ਹੈ, ਉਵੇਂ ਉਵੇਂ ਹਰ ਜੀਓ ਨਾਲ ਵੀ ਸਾਡੀ ਸਾਂਝ ਵੱਧਦੀ ਹੈ। ਜਿਵੇਂ ਜਿਵੇਂ ਸਾਂਝ ਵੱਧਦੀ ਹੈ, ਕਿਰਪਾ ਹੁੰਦੀ ਜਾਂਦੀ ਹੈ। ਹਰ ਜੀਓ ਕਿਰਪਾ ਕਰੇ, ਅਸਲ ਦੇ ਵਿੱਚ ਉਹਨੇ ਤਾਂ ਕਿਰਪਾ ਕੀਤੀ ਵੀ ਹੋਈ ਆ। ਉਹਨੇ ਤਾਂ ਸਾਨੂੰ ਟਾਸਕ ਦਿੱਤਾ ਹੀ ਹੋਇਆ ਕਿ ਆ ਮੇਰੇ ਵੱਲ ਨੂੰ ਜਿੰਨਾ ਛੇਤੀ ਆ ਸਕਦਾ ਹੈ। ਉਹਨੇ ਤਾਂ ਨਿਯਮ ਬਣਾਈ ਸਾਨੂੰ ਨਰ ਤੋਂ ਨਰਾਇਣ ਬਣਾਉਣ ਖਾਤਰ ਹੈ। ਨਰਾਇਣ ਦੀ ਸੱਤਾ 'ਚ ਹੀ ਅਸੀਂ ਨਰ ਬਣੇ ਆ, ਤੇ ਇੱਕ ਦਿਨ ਨਰਾਇਣ ਹੀ ਬਣਨਾ। ਭਗਤ ਨੂੰ ਭਗਵਾਨ ਕਰਨਾ ਹੀ ਉਹਦੀ ਖੇਡ ਹੈ। ਇਹੀ ਅਸੀਂ ਸਮਝਣਾ। ਉਹਨੇ ਤਾਂ ਕਿਰਪਾ ਕਰੀ ਵੀ ਆ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀ। ਨਾਮ ਵਾਲੇ ਪਾਸੇ ਧਿਆਨ ਆ ਜਿਹੜਾ ਸਾਡਾ, ਉਹਦੀ ਕਿਰਪਾ ਨਾਲ ਹੀ ਲੱਗਦਾ। ਨਹੀਂ ਤਾਂ ਇਹ ਗੱਲਾਂ ਸੁਣਨ ਨੂੰ ਹੀ ਜੀਅ ਨਹੀਂ ਕਰਦਾ, ਇੱਧਰ ਆਉਣ ਨੂੰ ਹੀ ਜੀਅ ਨਹੀਂ ਕਰਦਾ, ਪਿਆਸ ਹੀ ਨਹੀਂ ਜਾਗਦੀ ਹੈ। ਜੇ ਤੁਸੀਂ ਗੁਰੂ ਘਰ ਵੱਲ ਆ ਰਹੇ ਹੋ, ਮੂੰਹ ਮੁੜਿਆ ਤੁਹਾਡਾ ਗੁਰੂ ਘਰ ਵੱਲ, ਬਾਣੀ ਪੜ੍ਹਨ ਨੂੰ ਜੀਅ ਕਰਦਾ ਹੈ, ਸੁਣਨ ਨੂੰ ਜੀਅ ਕਰਦਾ ਹੈ, ਕੋਈ ਸਾਧੂ ਸੰਤ ਗੁਰੂ ਪਿਆਰੇ ਪਿਆਰੇ ਲੱਗਦੇ ਹੈ, ਗੁਰੂ ਕੇ ਸਿੰਘਾਂ ਦੇ ਦਰਸ਼ਨ ਦਿਦਾਰੇ ਪਿਆਰੇ ਲੱਗਦੇ ਹੈ, ਤਾਂ ਸਮਝ ਲਓ ਹਰ ਜੀਓ ਨੇ ਤਾਂ ਕਿਰਪਾ ਕਰੀ ਵੀ ਹੈ। ਸੁਚੇਤ ਹੋ ਕੇ ਅਸੀਂ ਚੱਲਣਾ। ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਓ। ਸਾਡੇ ਅੰਦਰ ਨਾ ਜਿਹੜੀ ਪਰਮ ਸੱਤਾ, ਉਹ ਸੱਚ ਹੈ, ਜਿਹੜਾ ਆਦਿ ਤੋਂ ਸੱਚ ਹੈ। ਤੋ ਜਿਹੜਾ ਆਦਿ ਤੋਂ ਸੱਚ ਆ, ਉਹ ਪ੍ਰੇਮ ਰੂਪ ਆ, ਉਹ ਆਨੰਦ ਰੂਪ ਆ। ਅਸੀਂ ਜੇ ਆਨੰਦ 'ਚ ਨਹੀਂ ਹੈਗੇ, ਸਮਝ ਲਓ ਅਸੀਂ ਉਹ ਸੱਚ ਤੋਂ ਟੁੱਟੇ ਹੋਏ ਆ। ਸਾਡਾ ਜਿਹੜਾ ਸਹਿ ਸੁਭਾਅ ਰਹਿਣਾ ਨਾ, ਸਾਡਾ ਜਿਹੜਾ ਅਸਲੀ ਜੀਵਨ ਆ, ਜੋ ਜੀਵਨ ਪੈਦਾ ਕੀਤਾ ਪਰਮ ਪਿਤਾ ਨੇ, ਉਹ ਆਨੰਦ ਸਰੂਪ ਆ। ਜੇ ਅਸੀਂ ਟੈਨਸ਼ਨ 'ਚ ਰਹਿੰਦੇ ਹਾਂ, ਚਿੰਤਨ 'ਚ ਰਹਿੰਦੇ ਹਾਂ, ਕਿਸੇ ਹੋਰ ਚੱਕਰ 'ਚ, ਸਮਝ ਲਓ ਅਸੀਂ ਉਹ ਤੋਂ ਟੁੱਟ ਗਏ ਜਾਂ ਦੂਰ ਹੋ ਗਏ। ਜਿਵੇਂ ਜਿਵੇਂ ਅਸੀਂ ਉਹਦੇ ਨੇੜੇ ਜਾਂਦੇ ਹਾਂ ਨਾ, ਅੰਦਰ ਸਾਚਾ ਨਿਉ, ਉਹ ਸੱਚਾ ਜਿਹੜਾ ਬੈਠਾ ਨਾ, ਉਹਦੇ ਨਾਲ ਜਦੋਂ ਸਾਡੀ ਨੇੜਤਾ ਬਣਦੀ ਹੈ। ਸਾਥੋਂ ਸੁਰਤ ਦੇ ਨਾਲ ਤੋਂ ਪਹਿਲਾਂ ਜਾਂਦਾ ਕੌਣ ਹੈ? ਸੁਰਤ ਤਾਂ ਸਾਡੀ ਬਾਹਰ ਭਟਕਦੀ ਰਹਿੰਦੀ ਹੈ। ਉਹ ਕੌਣ ਹੈ ਜਿਹੜਾ ਸਾਡੀ ਸੁਰਤ ਜਿੱਥੇ ਮਰਜ਼ੀ ਰਹੇ,
ਉਹ ਆਪਦੀ ਆਉਣੀ ਜਾਣੀ ਨਹੀਂ ਸਕਦਾ ਸਾਡੇ ਸਾਖੀ। ਉਹ ਆ ਪਵਨ ਗੁਰੂ, ਉਹਦੀ ਆਉਣੀ ਜਾਣੀ ਉੱਥੇ ਹੀ ਆ, ਪੱਕੀ ਸੱਚੇ ਨਾਲ ਜਾਰੀ ਆ ਉਹਦੀ। ਤੇ ਜੇ ਸਾਡੀ ਸੁਰਤ ਵੀ ਪਵਨ ਗੁਰੂ ਦੇ ਚਰਨੀ ਲੱਗ ਜੇ, ਉਹ ਪਵਨ ਗੁਰੂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦੇ, ਤੇ ਉਹ ਸੱਚੇ ਨਾਲ ਸ਼ਬਦ ਗੁਰੂ ਨਾਲ ਸਾਡੀ ਜੋਟੀ ਪਵਾ ਦੂਗਾ। ਅੰਦਰ ਸਾਚਾ ਨੇ ਪੂਰੇ ਸਤਿਗੁਰ ਜੀਓ। ਪੂਰਾ ਜਿਹੜਾ ਕਰਤਾ ਪੁਰਖ ਗੁਰੂ ਆ ਨਾ ਪੂਰੇ ਸੰਸਾਰ ਦਾ, ਜਿਹਨੇ ਇਹ ਸਾਸ ਗਰਾਸ ਵੀ ਪੈਦਾ ਕੀਤੇ, ਜਿਹਨੇ ਇਹ ਸਰੀਰ ਵੀ ਪੈਦਾ ਕੀਤਾ, ਜਿਹਦੇ ਚੋਂ ਸਵਾਸ ਅਗਵਾਈ ਕਰਦਾ ਸਾਡੀ, ਉਹ ਜਿਹੜਾ ਸਤਿਗੁਰੂ ਹੈ ਉਹ ਅੰਦਰ ਹੀ ਹੈ ਸਾਡੇ। ਉਹਦੀ ਹਜ਼ੂਰੀ 'ਚ ਬਹਿਣਾ ਪੈਣਾ ਜਾ ਕੇ। ਪਹਿਲਾਂ ਤਾਂ ਬਾਹਰੋਂ ਜਿਹੜੇ ਕਿਲ ਵਿਖਾਏ ਕੱਟੀ ਦੇ ਆ, ਬਾਣੀ ਪੜ੍ਹ ਦੇਣਾ, ਸਿਮਰਨ ਕਰ ਦੇਣਾ, ਦਾਨ ਕਰ ਦੇਣਾ, ਸੰਗਤ ਕਰ ਦੇਣਾ। ਜਦੋਂ ਕਿਲ ਵਿਖਾਂ ਤੋਂ ਖੜਾ ਛੁੱਟਦਾ ਨਾ, ਮੰਨ ਲਓ ਸਾਡੇ ਬੰਧਨ ਪਏ ਪਿਆ, ਰੱਸੀਆਂ ਨਾਲ ਅਸੀਂ ਕਿਤੇ ਬੰਨੇ ਹੋਏ ਆ, ਇੱਕ ਇੱਕ ਕਰਕੇ ਉਹ ਰੱਸੀ ਕੱਟੀ ਦੀ ਆ। ਫਿਰ ਜਿੱਦੇ ਅਸੀਂ ਆਜ਼ਾਦ ਹੋ ਜਾਂਦੇ ਆ, ਉਦੋਂ ਫਿਰ ਪਹਿਲੀ ਵਾਰ ਸੋਚਦੇ ਹਾਂ ਅਸੀਂ ਵੀ ਜਾਈਏ ਕਿੱਧਰ ਨੂੰ, ਚਾਰੇ ਦਿਸ਼ਾਵਾਂ ਹੀ ਖੁੱਲੀਆਂ। ਉਦੋਂ ਫਿਰ ਜਿਹੜਾ ਗੁਰੂ ਆ ਉਹ ਕਹਿੰਦਾ ਵੀ ਦਿਸ਼ਾਵਾਂ 'ਚ ਨਾ ਭਟਕ, ਅੰਦਰ ਹੀ ਆ ਜਾ, ਜਿੱਥੇ ਖੜਾ ਉੱਥੇ ਹੀ ਥੱਲੇ ਨੂੰ ਚੱਲ। ਅੰਤਰਾਤਮੇ, ਬਾਹਰ ਕੁਛ ਨਹੀਂ। ਮਹਾਰਾਜ ਕਹਿੰਦੇ ਇਹ ਭਾਈ ਸੱਚਾ ਨੇ ਮਿਲੂ ਫਿਰ ਉੱਥੇ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ। ਉਹ ਜਿਹੜਾ ਸੱਚਾ ਨਾ, ਸੱਚ ਦਾ ਆਨੰਦ, ਪਰਮਾਨੰਦ, ਸਤਨਾਮ, ਸਤ ਕਰਤਾਰ ਜਿਹੜਾ ਇੱਥੇ ਬੈਠਾ ਹੈ, ਰਾਮ ਜਿਹੜਾ ਰਮਿਆ ਹੋਇਆ। ਫਿਰ ਮਹਾਰਾਜ ਕਹਿੰਦੇ ਹਉ ਮੈਂ, ਮੇਰੀ ਪੂਰੀ ਸੁਰਤ, ਮੇਰਾ ਇਹ ਸਰੀਰ, ਹਉ ਤਿਸ ਸੇਵੀ ਦਿਨ ਰਾਤ। ਫਿਰ ਉਹਦੀ ਸੇਵਾ 'ਚ ਲੱਗਣਾ। ਉਹਦੀ ਸੇਵਾ ਕੀ ਆ? ਸੁਰਤ ਨੂੰ ਉਹਦੇ ਕੰਨੀ ਰੱਖਣਾ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ। ਸਾਰਾ ਕੁਝ ਭਰਾਵੋ ਇਹਦੇ ਨਾਲ ਹੀ ਆ। ਜਿਹੜਾ ਪਿੰਡ ਹੈ ਭਾਂਡਾ, ਇਹਨੂੰ ਸਾਂਭ ਲਓ, ਇਹਦੀ ਤੰਦਰੁਸਤੀ, ਇਹਦੀ ਸੇਵਾ, ਇਹਦਾ ਚੰਗਾ ਖਾਣ ਪਾਣ ਪੂਰਾ ਧਿਆਨ ਰੱਖੋ ਜਿੰਨਾ ਚਿਰ ਇਹ ਹੈਗਾ ਕੋਲ। ਇਹਦੇ ਹੁੰਦੇ ਹੀ ਸਾਰੀਆਂ ਸਰਦਾਰੀਆਂ। ਜਿੱਦੇ ਇਹ ਹੱਥੋਂ ਖੁੱਸ ਗਿਆ ਨਾ, ਜਿੱਥੇ ਜਿੰਨੀ ਕੁ ਕਮਾਈ ਕਰ ਲਈ ਆ ਉੱਥੇ ਹੀ ਲੋਕ ਲੱਗ ਜਾਣਾ। ਦੁਬਾਰੇ ਪਤਾ ਨਹੀਂ ਕਦੋਂ ਜਨਮ ਮਿਲਣਾ। ਇਹਦੇ ਹੁੰਦਿਆਂ ਹੁੰਦਿਆਂ ਜਿੰਨਾ ਲਾਹਾ ਲਈਦਾ ਲਓ। ਜਿਹੜਾ ਬਾਹਰੀ ਤੌਰ ਤੇ ਮੈਂ ਆਹ ਬਣਾ ਦਿਆਂ, ਆਹ ਬਣਾ ਦਿਆਂ, ਇਹਨੇ ਇੱਥੇ ਹੀ ਰਹਿ ਜਾਣਾ ਤੇ ਸਾਡੇ ਉਧਰੋਂ ਲੋਕ ਲੱਗ ਜਾਣਾ। ਫਿਰ ਪਛਤਾਵਾ ਹੁੰਦਾ ਵੀ ਯਾਰ ਗਏ ਕਿਹੜੀ ਗੱਲ ਨੂੰ, ਅਸੀਂ ਹੋਰ ਚੱਕਰਾਂ 'ਚ ਹੀ ਪੈ ਗਏ। ਆਪਣੇ ਆਪੇ ਨੂੰ ਜਾਣ ਲਓ ਜਿੰਨਾ ਜਲਦੀ ਜਾਣੀਦਾ। ਹਾਂ ਤਿਸ ਸੇਵੀ ਦਿਨ ਰਾਤ, ਦਿਨ ਰਾਤ ਸੁਰਤ ਉਹਦੀ ਸੇਵਾ 'ਚ ਰਹੇ, ਆਪਣੇ ਅੰਦਰ ਰਹੇ। ਮੈਂ ਕਦੇ ਨਾ ਵਿਸਰੈ ਜੀਓ, ਮੈਨੂੰ ਕਦੇ ਵੀ ਨਾ ਵਿਸਰੇ। ਇਹ ਮੈਨੂੰ ਦਾਤ ਮਿਲ ਜੇ। ਮੇਰਾ ਆਪਣਾ ਆਪਾ ਸ਼ੁਰੂਆਤ ਹੀ ਔਖੀ ਆ, ਮੁੜ ਕੇ ਤਾਂ ਤੁਰਦਿਆਂ, ਬਹਿੰਦਿਆਂ, ਉੱਠਦਿਆਂ, ਖਾਂਦਿਆਂ, ਪੈਂਦਿਆਂ, ਨਾਮ ਧਿਆਉਂਦਿਆਂ ਸੁਰਤ ਨਾਲ ਨਾਲ ਹੀ ਰਹਿੰਦੀ ਹੈ। ਹਰ ਵੇਲੇ ਸਾਡੀ ਆਉਣੀ ਜਾਣੀ ਬਣ ਜਾਂਦੀ ਆ, ਤੇ ਆਉਣੀ ਜਾਣੀ ਬਣਾਉਣ ਨੂੰ ਹੀ ਔਖੀ ਆ। ਮੁੜ ਕੇ ਤਾਂ ਫਿਰ ਕੋਈ ਰੋਕਦਾ ਨਹੀਂ ਹੈ। ਫਿਰ ਤਾਂ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਕਦੇ ਨਾ ਵਿਸਾਰੀ, ਅਣਦਿਣ ਸੰਭਾਰੀ, ਜਾਂ ਨਾਮ ਲਈ ਤਾਂ ਜੀਵਾਂ। ਫਿਰ ਅਰਦਾਸਾਂ, ਜਦੋਂ ਇੱਕ ਵਾਰੀ ਗੱਲ ਬਣ ਜਾਂਦੀ ਹੈ ਨਾ, ਫਿਰ ਅਰਦਾਸਾਂ, ਬੇਨਤੀਆਂ, ਜੋਦੜੀਆਂ ਨਿਕਲਦੀਆਂ ਸ਼ੁਰੂ ਹੋ ਜਾਂਦੀਆਂ ਕਿ ਹੇ ਮਾਲਕ ਕਿਰਪਾ ਕਰੀ, ਕਦੇ ਨਾ ਵਿਸਾਰੀ, ਕਦੇ ਵੀ ਨਾ ਵਿਸਾਰੀ। ਹੁਣ ਹੱਥ ਫੜਿਆ, ਛੱਡੀ ਨਾ। ਹੁਣ ਜਿੰਨੀ ਕੁ ਸਮਝ ਦਿੱਤੀ ਹੈ ਇਹਨੂੰ ਵਧਾ ਦੀ, ਅੱਗੇ ਅਗਲਾ ਰਸਤਾ ਦਿਖਾ ਦੀ। ਜਿਹੜੇ ਅਗਲੇ ਰਸਤਿਆਂ 'ਤੇ ਪਹੁੰਚੇ ਹੋਏ ਆ, ਜਾਗੇ ਹੋਏ ਆ, ਉਹਨਾਂ ਨੂੰ ਮਿਲਾ ਦੀ। ਮੈਂ ਅੱਗੇ ਵਧਣਾ ਚਾਹੁੰਦਾ, ਜਾਣਨਾ ਚਾਹੁੰਦਾ। ਕਦੇ ਨਾ ਵਿਸਾਰੀ, ਅਣਦਿਣ ਸੰਭਾਰੀ। ਦਿਨ ਰਾਤ ਮੈਂ ਸੰਭਾਲਦਾ ਰਹਾ ਇਹ ਗੱਲ ਨੂੰ, ਇਹ ਲੈ ਨੂੰ, ਇਹ ਸੁਰਤ ਨੂੰ ਮੈਂ ਹਰ ਵੇਲੇ ਸੰਭਾਲੂੰਗਾ। ਜਿਹੇ ਜੇ ਮਰਜ਼ੀ ਹਾਲਾਤ ਹੋਣ ਬਾਹਰੀ, ਜਿਹੇ ਜੇ ਮਰਜ਼ੀ ਪਰਚੇ ਪਈ ਜਾਣ, ਪਰ ਮੇਰੀ ਸੁਰਤ ਪਵਨ ਗੁਰੂ ਦੇ ਚਰਨਾਂ 'ਚ ਹੀ ਰਹੂਗੀ। ਜਾਂ ਨਾਮ ਲਈ ਤਾਂ ਜੀਵਾ। ਦਿਨ ਰਾਤ ਉਹਦਾ ਨਾਮ ਜੋ ਅੰਦਰ ਰਮਿਆ ਹੋਇਆ, ਉਹਦੇ ਵੱਲ ਸੁਰਤ। ਪ੍ਰਭੂ ਦੇ ਸਿਮਰਨ ਕਰਨਾ, ਬਾਣੀ ਪੜ੍ਹਨਾ, ਸੁਣਨਾ, ਤਾਂ ਮੈਲ ਹੀ ਦੂਰ ਹੁੰਦੀ ਹੈ ਸ਼ੁਰੂ 'ਚ। ਇਹ ਮਹਾਰਾਜ ਨੇ ਕਿਹਾ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਹ ਮੈਲਾਂ ਦੂਰ ਹੋਣੀਆਂ ਜਨਮਾਂ ਜਨਮਾਂ ਦੀਆਂ। ਉਹ ਤਾਂ ਸੀਸੇ ਵਰਗਾ ਪਾਰਦਰਸ਼ੀ ਆ, ਜਿਹਦੇ ਵਿੱਚ ਦੀ ਖੰਡ ਬ੍ਰਹਮੰਡ ਦੀਂਦੇ ਆ, ਜਨਮਾਂ ਜਨਮਾਂ ਦਾ ਪਤਾ ਲੱਗ ਜਾਂਦਾ। ਪਰ ਮੂਹਰੇ ਇੰਨੀਆਂ ਚਾਦਰਾਂ ਪਈਆਂ ਕਾਲੀਆਂ,
ਸਿਮਰਨ ਕਰ ਦੇਣਾ, ਪਾਠ ਕਰ ਦੇਣਾ, ਦਾਨ ਕਰ ਦੇਣਾ, ਸੇਵਾ ਕਰ ਦੇਣਾ, ਤਾਂ ਉਹ ਚਾਦਰਾਂ ਹੀ ਚੱਕੀ ਦੀਆਂ ਪਹਿਲਾਂ। ਬੜੀ ਧੂੜ ਉੜਦੀ ਹੈ, ਬੜੀ ਔਖ ਵੀ ਆਉਂਦੀ ਹੈ ਬਹੁਤ ਸਾਰੀ, ਬੜੇ ਕੁਛ ਦੇ ਬੀਦੀ ਲੰਘਣਾ ਪੈਂਦਾ। ਉਧਰੋਂ ਗਾਹਾਂ ਨਹੀਂ ਕੁਛ ਦੀਂਦਾ, ਸਮਝ ਨਹੀਂ ਆਉਂਦੀ, ਧੂੜ ਇੰਨੀ ਉੱਠ ਖੜਦੀ ਹੈ। ਉਧਰੋਂ ਪਿਛਲੇ ਛੱਡ ਕੇ ਤੁਰਨੇ ਸ਼ੁਰੂ ਹੋ ਜਾਂਦੇ, ਤੂੰ ਤਾਂ ਰਾਹ ਹੀ ਹੋਰ ਫੜ ਲਿਆ। ਗਾਹਾਂ ਦਾ ਯਕੀਨ ਕੋਈ ਨਹੀਂ ਹੁੰਦਾ, ਸਿਰਫ ਇੱਕ ਭਰੋਸਾ ਹੁੰਦਾ। ਉਦੋਂ ਜਿਹੜਾ ਇਕੱਲਿਆਂ ਨੂੰ ਵਰਕ ਕਰਨਾ ਪੈਂਦਾ ਨਾ, ਬਹੁਤ ਔਖਾ। ਉਹ ਬਿਰਹਾ ਜਿਹੜਾ ਕੋਲੇ ਸੀ ਛੱਡ ਬੈਠੇ, ਬਾਹਰਲੀਆਂ ਰੰਗ ਰੰਗੀਲੀਆਂ, ਬਾਹਰਲੇ ਲੋਕ, ਬਾਹਰਲੇ ਮਿੱਤਰ, ਸਾਰਾ ਕੁਛ, ਅੰਦਰ ਹਲੇ ਸਮਝ ਕੋਈ ਨਹੀਂ ਪਈ। ਅੰਦਰ ਜਦੋਂ ਹਲਚਲ ਹੋਈ ਤਾਂ ਢੇਰ ਗਵਾਰ ਹੀ ਦੀਂਦਾ। ਜਿਵੇਂ ਲੋਕ ਕਹਿੰਦੇ ਹੁੰਦੇ ਆ ਜੀ, ਗੰਦੇ ਗੰਦੇ ਸੁਪਨੇ ਆਉਂਦੇ ਆ, ਗੰਦੇ ਗੰਦੇ ਵਿਚਾਰ ਆਉਂਦੇ ਆ, ਜਿਵੇਂ ਜਿਵੇਂ ਪਾਠ ਕਰਦੇ ਆ ਪਤਾ ਨਹੀਂ ਕੀ ਕੁਛ ਹੁੰਦਾ। ਫਿਰ ਉਹ ਦੱਸੀ ਦਾ ਭਾਈ ਇਹੀ ਕਿਲ ਵੇਖਾ, ਪਾਠ ਨਾ ਬੰਦ ਕਰੋ, ਧਿਆਨ ਨਾ ਬੰਦ ਕਰੋ, ਇਹਨਾਂ ਨੂੰ ਨਿਕਲਣ ਦਿਓ। ਜਿਵੇਂ ਅਸੀਂ ਕਈ ਸਾਲਾਂ ਤੋਂ ਬੰਦ ਪਏ ਕਮਰੇ ਨੂੰ ਪਾਣੀ ਦੀ ਪਾਈਪ ਲੈ ਕੇ ਧੋਣਾ ਸ਼ੁਰੂ ਕਰਦੇ ਆ, ਤਾਂ ਉਹਦੇ ਖੱਲਾਂ ਖੂੰਜਾਂ 'ਚੋਂ ਟਿੱਡੀਆਂ, ਪਲਪੀਆਂ, ਰੇਤਾ, ਗਾਰਾ ਉੱਤੋਂ ਨਹੀਂ ਸੀ ਦੀਂਦਾ, ਨਿਕਲਣਾ ਸ਼ੁਰੂ ਹੁੰਦਾ। ਜੇ ਅਸੀਂ ਹੁਣ ਕਹੀਏ ਯਾਰ ਇਹ ਤਾਂ ਗੰਦ ਹੀ ਆਈ ਜਾਂਦਾ, ਬੰਦ ਕਰੋ ਸਭ ਕੁਝ, ਤੇ ਅਸੀਂ ਬੰਦ ਕਰ ਦਈਏ, ਫਿਰ ਗੰਦ ਉੱਥੇ ਹੀ ਰਹਿ ਜਾਣਾ। ਪਹਿਲਾਂ ਇਹੀ ਸਫਾਈ ਹੋਣੀ ਆ। ਪਤਾ ਨਹੀਂ ਅਸੀਂ ਬਚਪਨ ਤੋਂ ਕਿੰਨੇ ਕੁ ਵਾਰੀ ਗੰਦੇ ਖਿਆਲ ਸੋਚੇ ਜਿਹੜੇ ਪੂਰੇ ਨਹੀਂ ਹੋਏ, ਉਹ ਉੱਥੇ ਗੰਢੀਆਂ ਬਣ ਕੇ ਪਏ ਆ। ਕਿੰਨੇ ਕੁ ਵਾਰੀ ਅਸੀਂ ਹੱਸਣਾ ਚਾਹਿਆ, ਹੱਸ ਨਹੀਂ ਸਕੇ ਸਮਾਜ ਦੇ ਡਰ ਤੋਂ, ਉਹ ਨਿੱਕੇ ਨਿੱਕੇ ਕਲੌਟ ਬਣ ਕੇ ਉੱਥੇ ਹੀ ਪਏ ਆ। ਕਿੰਨੇ ਕੁ ਵਾਰੀ ਸਾਨੂੰ ਰੋਣ ਉੱਠਿਆ, ਰੋਣ ਦੇ, ਧਾਹਾਂ ਮਾਰਨ ਨੂੰ ਜੀ ਕੀਤਾ, ਕਦੇ ਕੋਈ ਦੁੱਖ ਇਹ ਜਾਇਆ, ਕਦੇ ਕੋਈ ਧੋਖਾ ਇਹ ਜਾਇਆ, ਪਰ ਅਸੀਂ ਇੱਕ ਦੁਨੀਆ ਦੀ ਸ਼ਰਮ ਕਰਕੇ ਰੋਏ ਨਹੀਂ। ਉਹ ਗੰਢਾ ਬਣ ਉੱਥੇ ਹੀ ਪਿਆ ਸਾਰਾ ਕੁਛ। ਜਦੋਂ ਹੀ ਧਿਆਨ ਦੀ ਬੈਟਰੀ ਮਾਰੋਗੇ, ਜਦੋਂ ਹੀ ਸਫਾਈ ਕਰੋਗੇ, ਸਿਮਰਨ ਕਰੋਗੇ, ਸੇਵਾ ਕਰੋਗੇ, ਆਨੀ ਬਹਾਨੀ ਰੋਣ ਉੱਠ ਕੇ ਆਉਣਾ, ਬਰਾਗ ਉੱਠਣਾ, ਹਰ ਤਰ੍ਹਾਂ ਦੇ ਖਿਆਲ ਸਾਹਮਣੇ ਕੋਲ ਦੀ ਲੰਘਣਾ। ਜੋ ਗੰਦ ਪਿੱਲ ਪਿਆ ਅੰਦਰ, ਉਹਨੇ ਵੀ ਅੱਖਾਂ ਦੇ ਸਾਹਮਣੇ ਦੀ ਨਿਕਲਣਾ। ਤੇ ਜਿਹੜਾ ਕੋਈ ਸਿਉਣੇ ਦੀਆਂ ਸਾਂਪਾਂ, ਕੋਈ ਚੈਨੀ, ਕੋਈ ਗੁਆਚੀ ਹੋਈ ਚੀਜ਼ ਖੂੰਜੇ ਖੱਲ 'ਚ ਪਈ ਸੀ, ਉਹਨੇ ਵੀ ਸਾਹਮਣੇ ਆਉਣਾ ਕਿ ਬੇਸ਼ਕੀਮਤੀ ਚੀਜ਼ ਵੀ ਪਈ ਆ, ਚੱਕ ਲਓ। ਪਤਾ ਹੀ ਨਹੀਂ ਸੀ ਕਿ ਇੱਥੇ ਡਿੱਗੀ ਹੋਈ ਸੀ। ਆਈ ਹੀਰੇ ਮੋਤੀ ਵੀ ਮਿਲਦੇ ਆ ਤੇ ਗੰਦਮੰਦ ਵੀ ਹੁੰਦਾ। ਜਿਹੜਾ ਸੱਚਾ ਗੁਰੂ ਆ ਉਹ ਕਦੇ ਨਹੀਂ ਤੁਹਾਨੂੰ ਰੋਕਦਾ, ਗੰਦਮੰਦ ਤੋਂ ਡਰ ਕੇ ਤੁਹਾਨੂੰ ਨਹੀਂ ਕਹਿੰਦਾ ਕਿ ਬੰਦ ਕਰੋ ਬੰਦ ਕਰੋ, ਨਹੀਂ, ਚਲੋ ਕੱਢੋ ਸਾਰਾ ਕੁਝ, ਜੋ ਸਾਹਮਣੇ ਆਈ ਜਾਂਦਾ ਕੀਮਤੀ ਚੀਜ਼ ਚੱਕ ਲਓ, ਦੂਜੀ ਨੂੰ ਨਾਲੀ 'ਚ ਜਾਣ ਦਿਓ। ਐ ਸਫਾਈ ਹੁੰਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਅਸੀਂ ਸ਼ੁਰੂ 'ਚ ਹੀ ਧਰਮਾਤਮਾ ਬਣਨਾ ਚਾਹੁੰਦੇ ਹਾਂ ਕਿ ਸ਼ਾਇਦ ਅੱਜ ਹੀ ਬਸ ਉਹ ਪ੍ਰਾਪਤੀ ਹੋ ਜਾਏ ਜਿਹੜੀ ਹੋਈ ਆ ਸਾਧੂਆਂ ਨੂੰ, ਬੜੇ ਬੜਿਆਂ ਨੂੰ। ਫਿਰ ਅਸੀਂ ਜਿਹੜੇ ਗੰਦੇ ਖਿਆਲ ਉੱਠਦੇ ਆ ਉਹਨਾਂ ਨੂੰ ਐਂ ਰੋਕ ਕੇ ਰੱਖਦੇ ਹਾਂ। ਫਿਰ ਧੱਕੇ ਨਾਲ ਅੱਖਾਂ ਨੀਵੀਆਂ ਕਰਦੇ ਆ, ਕਿਸੇ ਕਨੀ ਝਾਕਦੇ ਨਹੀਂ, ਕਿਸੇ ਨੂੰ ਮਿਲਦੇ ਨਹੀਂ। ਫਿਰ ਦੋ ਬੰਦੇ ਬਾਹਰ ਕੇ ਖੜਾ ਦਿੰਦੇ ਆ ਕਿ ਬਾਬਾ ਜੀ ਨਹੀਂ ਮਿਲਦੇ, ਕਿਉਂਕਿ ਬਾਬੇ ਨੂੰ ਡਰ ਹੀ ਇੰਨਾ ਹੋ ਜਾਂਦਾ ਕਿ ਇੰਨਾ ਕੁਛ ਅੰਦਰ, ਜਿੰਨਾ ਚਿਰ ਸਫਾਈ ਨਹੀਂ ਨਾ ਕਰਦਾ, ਇਹਨੂੰ ਨਿਕਲਣ ਨਹੀਂ ਦਿੰਦਾ। ਦੇਖ ਕੇ ਆਪਦੀ ਸੁਰਤ ਨਾਲ ਦੇਖਣਾ ਪੈਣਾ ਵੀ ਹਾਂ ਮੈਂ ਇੰਨਾ ਹੀ ਘਟੀਆ, ਮੇਰੇ ਅੰਦਰ ਹੀ ਆ ਸਾਰਾ ਕੁਛ, ਇਹ ਮੈਂ ਇਹੋ ਜਿਹਾ ਹੀ ਹਾਂ। ਜਿੱਦੇ ਪ੍ਰਵਾਨ ਕਰ ਲੈਂਦੇ ਆ ਨਾ ਕਿ ਮੈਂ ਐਸਾ ਵੈਸਾ ਹੀ ਹਾਂ, ਦੁਨੀਆ ਕੁਛ ਕਹੀ ਜਾਵੇ, ਮੈਂ ਪ੍ਰਵਾਨ ਕਰਦਾ ਵੀ ਹਾਂ ਮੈਂ ਇੱਕ ਨੀਚ ਬਿਰਤੀ ਦਾ ਬੰਦਾ ਸੀ, ਮੇਰੇ ਅੰਦਰ ਪਿਆ ਗੰਦ ਪਿੱਲ, ਮੈਂ ਹੀ ਸੋਚਦਾ ਹੁੰਦਾ ਸੀ ਇਹ ਸਾਰਾ ਕੁਛ। ਜਿੱਦਿਆਂ ਵਾਅਦੇ ਕਰਕੇ ਕੱਢਦੇ ਆ ਨਾ, ਫਿਰ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਉਦੋਂ ਬਾਅਦ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਫਿਰ ਉਹ ਅੰਮ੍ਰਿਤ ਨਾਮ ਆ ਜਿਹੜਾ ਸੱਚ ਹੈ, ਉਹਦਾ ਪ੍ਰਕਾਸ਼ ਉਤਰਦਾ ਸਫਾਈ 'ਚ। ਫਿਰ ਉਹਦੀ ਜਿਹੜੀ ਲੋਅ ਆ ਲੁਕੋ ਕੇ ਨਹੀਂ ਰੱਖੀ ਜਾ ਸਕਦੀ। ਗੰਦੀ ਰੇਹ ਪਈ ਹੁੰਦੀ ਆ ਨਾ, ਮੁਸਕ ਮਾਰਦਾ, ਲੋਕ ਮੂੰਹ 'ਤੇ ਕੱਪੜਾ ਲੈ ਲੈਂਦੇ ਕੋਲ ਦੀ ਲੰਘਦੇ, ਪਰ ਉਸੇ ਰੇਹ ਦੇ ਵਿੱਚ ਮਿੱਟੀ ਰਲਾ ਕੇ ਜੇ ਫੁੱਲਾਂ ਦੇ ਬੀਜ ਸਿੱਟ ਦਈਏ ਨਾ, ਉਸੇ ਗੰਦਗੀ ਤੋਂ ਐਸੀ ਕਨਵਰਟ ਹੁੰਦੀ ਆ ਉਹ ਗੰਦਗੀ, ਬੂਟੇ ਬਣ ਕੇ, ਫੁੱਲ ਬਣ ਕੇ ਖੁਸ਼ਬੂਆਂ ਫੈਲਾ ਦਿੰਦੇ ਆ। ਇਵੇਂ ਜਿਵੇਂ ਇਸੇ ਗੰਦਗੀ ਦੇ ਅੰਦਰ ਹੀ ਸਫਾਈ ਕਰਦੇ ਆ, ਉਹ ਜਿਹੜੇ ਚੰਗੇ ਸੰਸਕਾਰ ਪਏ ਆ ਉਹਨਾਂ ਦਾ ਇੱਕ ਪਿੰਨਾ ਬਣ ਜਾਣਾ। ਉਹਨਾਂ 'ਚ ਜਦੋਂ ਸੁਰਤੀ ਦੇ ਬੀਜ ਲੱਗਣੇ ਆ ਨਾ, ਤੇ ਉਹਨਾਂ ਨੇ ਪ੍ਰਫੁੱਲਤ ਹੋਣਾ, ਤੇ ਉਹ ਫੁੱਲ ਦੀ ਸੁਗੰਧੀ ਆਉਣੀ ਆ, ਤੇ ਉਹ ਸੁਗੰਧੀ ਨੂੰ ਮੰਨਣ ਦੂਰ ਦੂਰ ਤੋਂ ਭੌਰਿਆਂ ਨੇ ਆਉਣਾ, ਦੂਰ ਦੂਰ ਤੋਂ ਮਧੂ ਮੱਖੀਆਂ ਨੇ ਆਉਣਾ। ਇਹ ਚੀਜ਼ਾਂ ਫਿਰ ਵਾਪਰਦੀਆਂ, ਟਾਈਮ ਲੱਗਦਾ, ਧੀਰਜ ਰੱਖਣਾ ਪੈਂਦਾ, ਰਹਿ ਇਕੱਲੇ ਜਾਈਦਾ, ਇਕੱਲੇ ਰਹਿਣ ਦੀ ਤਿਆਰੀ ਕਰਨੀ ਪੈਣੀ ਆ। ਕੱਲ੍ਹ ਇਹ ਰੱਬ ਨੂੰ ਪਤਾ ਤੁਹਾਨੂੰ 2 ਸਾਲ 'ਚ
ਹੋ ਜੇ 4 'ਚ ਹੋ ਜੇ 5 'ਚ ਹੋ ਜੇ, ਜਦੋਂ ਮਰਜ਼ੀ ਪ੍ਰਾਪਤੀ ਹੋ ਜੇ, ਪਰ ਇਕੱਲਾਪਣ ਵਾਲੀ ਗੱਲ ਵਿੱਚ ਦੀ ਗੁਜ਼ਰਨਾ ਹੀ ਪੈਣਾ। ਸਤਿਗੁਰੂ ਕੀ ਕਹਿੰਦੇ ਨੇ, ਕਦੇ ਨਾ ਵਿਸਾਰੀ ਅਣਦਨ ਸੰਭਾਰੀ, ਜਾਂ ਨਾਮ ਲਈ ਤਾਂ ਜੀਵਾ। ਤੇਰੇ ਨਾਮ ਦੇ ਨਾਲ ਹੀ ਆ ਜਿਹੜਾ ਉਹ ਜੁੜ ਗਿਆ ਟੰਕਾ। ਹੁਣ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾ, ਗੁਰਮੁਖ ਅੰਮ੍ਰਿਤ ਪੀਵਾਂ। ਫਿਰ ਇਹ ਕੰਮ ਆਉਂਦਾ। ਉਸ ਤੋਂ ਬਾਅਦ ਸਫਾਈਆਂ ਸਫੂਈਆਂ ਹੋ ਗਈਆਂ, ਵਧੀਆ ਬਾਲ ਪੁੱਟੀ ਭਰਤੀ, ਮਨਪਸੰਦ ਕਲਰ ਕਰਨਾ। ਫਿਰ ਮਨਪਸੰਦ ਕਲਰ ਹੋਣ ਤੋਂ ਬਾਅਦ ਉਹ ਤਿਆਰ ਹੋ ਜਾਂਦਾ ਮਹਿਲ। ਫਿਰ ਉੱਥੇ ਜਦੋਂ ਜੱਜ ਕੇ ਬਹਿੰਦਾ ਸੋਫਿਆਂ 'ਤੇ, ਫਿਰ ਕਹਿੰਦਾ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾ। ਫਿਰ ਕੰਨਾਂ ਤੋਂ ਉਹਦਾ ਉਹ ਇਲਹਾਮ, ਉਹਦਾ ਉਹ ਨਾਦ, ਉਹ ਅਣਹਦ ਨਾਦ ਸੁਣਦਾ, ਕਿਰਪਾ ਵਰਸ਼ਦੀ ਆ। ਕੰਨਾਂ ਰਾਹੀਂ ਵੀ ਹਾਜ਼ਰੀ ਲੱਗਦੀ ਹੈ, ਇੱਕ ਖਾਸ ਤਰ੍ਹਾਂ ਦੀ ਮੁਸਕਰਾਹਟ, ਇੱਕ ਖੁਸ਼ੀ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ। ਅਤੇ ਮਨ ਨੂੰ ਇੰਨੀ ਤ੍ਰਿਪਤੀ ਹੈ, ਇੰਨੀ ਖੁਸ਼ੀ, ਕਿਉਂਕਿ ਉਹ ਕਦੇ ਤੁਸੀਂ ਸੁਣੇ ਹੀ ਨਹੀਂ। ਆਹ ਜਿਹੜੇ ਬਾਹਰ ਜਿੰਨੇ ਰਾਗ ਬਣਾਏ ਆ ਨਾ ਸਾਧੂਆਂ ਨੇ, ਫਕੀਰਾਂ ਦੇ ਕੰਮ ਆ, ਇਹ ਰਿਸ਼ੀਆਂ ਮੁਨੀਆਂ ਦਾ ਕੰਮ ਆ। ਸੰਗੀਤਕਾਰ ਜਿਹੜਾ ਕੰਮ ਹੈ, ਜਿੰਨੇ ਸੰਗੀਤ ਦੇ ਸਾਜ਼ ਬਣੇ ਆ, ਇਹ ਉਹਨਾਂ ਲੋਕਾਂ ਨੇ ਬਣਾਏ ਆ ਜਿਨ੍ਹਾਂ ਨੇ ਪਹਿਲਾਂ ਅੰਦਰ ਉਹ ਸੁਣੇ, ਫਿਰ ਕੋਸ਼ਿਸ਼ ਕੀਤੀ ਦੁਨੀਆ ਲਈ ਉਵੇਂ ਬਣਾ ਕੇ ਦਿਖਾਉਣ ਦੀ ਕਿ ਆਹ ਵਾਜੇ ਆਉਂਦੇ ਆ। ਜਿਹਨੇ ਅੰਦਰ ਵੰਸਰੀ ਸੁਣੀ, ਉਹਨੇ ਬਾਹਰ ਵੰਸਰੀ ਬਣਾ ਕੇ ਦੱਸਣ ਦੀ ਕੋਸ਼ਿਸ਼ ਕੀਤੀ। ਜੋ ਸੁਗੰਧੀਆਂ ਅੰਦਰ ਆਉਂਦੀਆਂ ਉਸ ਟਾਈਮ, ਜੋ ਚਵਰ ਝੁਲਦੇ ਆ, ਉਹਨਾਂ ਦੀ ਨਕਲੀ ਬਾਹਰਲੇ ਚੌਰ ਆ। ਉਹਨਾਂ ਸੁਗੰਧੀਆਂ ਦੀ ਨਕਲੀ ਆਹ ਬਾਹਰੀ ਜੜੀਆਂ ਬੂਟੀਆਂ ਉਹੋ ਜਿਹੀਆਂ ਖੋਜੀਆਂ ਰਿਸ਼ੀਆਂ ਨੇ ਕਿ ਅੰਦਰ ਜੇ ਚੰਦਨ, ਉਹ ਸੁਗੰਧੀ ਪਹਿਲਾਂ ਅੰਦਰੋਂ ਆਈ, ਜਦੋਂ ਬਾਹਰ ਦੇਖੀ ਉਹੋ ਜਿਹੀ ਸੁਗੰਧੀ ਆ ਚੰਦਨ ਨਾਮ ਦੇ ਦਰਖਤ 'ਚੋਂ ਆਉਂਦੀ ਹੈ। ਉਹਦੀ ਬੂਟੀ ਬਣਾ ਕੇ ਫਿਰ ਲੋਕਾਂ ਨੂੰ ਧੂਪ ਬਣਾ ਕੇ ਦਿੱਤੀ ਕਿ ਇਹੋ ਜਿਹੀਆਂ ਆਨੰਦ ਆਉਂਦੇ ਆ। ਉਹ ਜਿਹੜੀ ਬਾਹਰੀ ਬਣਾ ਕੇ ਦੱਸੀ, ਉਹ ਵੀ ਸਾਡੀਆਂ ਦਿਮਾਗ ਦੀਆਂ ਪੰਖੜੀਆਂ ਨੂੰ ਖੇੜੇ 'ਚ ਲਿਆਉਂਦੀ ਆ, ਉਧਰ ਨੂੰ ਤੋਰਨ ਦਾ ਕੰਮ ਕਰਦੀ ਆ। ਇਹ ਫਿਰ ਚੱਲਦਾ ਸਿਸਟਮ। ਫਿਰ ਐਸੀ ਅਵਸਥਾ ਆਉਂਦੀ ਆ ਕਿ ਤੁਸੀਂ ਕੰਮ ਕਰੀ ਚਲੋ, ਕਾਰ ਕਰੀ ਚਲੋ, ਕੁਛ ਕਰੋ। ਬੇਸ਼ੱਕ ਤੁਸੀਂ ਇੱਕ ਬਹੁਤ ਵੱਡੀ ਵਰਕਸ਼ਾਪ ਦੇ ਵਿੱਚ ਜਿੱਥੇ 24 ਘੰਟੇ ਖੜਕਾ ਹੁੰਦਾ, ਉੱਥੇ ਕੰਮ ਕਰਦੇ ਹੋ, ਪਰ ਇੱਕ ਖਾਸ ਤਰ੍ਹਾਂ ਦੀ ਕਿੰਕਰੀ ਉਹ ਤੁਹਾਨੂੰ ਲੱਗ ਹੀ ਸੁਣਦੀ ਰਹਿਣੀ ਆ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾ, ਅਤੇ ਮਨ ਨੂੰ ਇੱਕ ਖਾਸ ਤਰ੍ਹਾਂ ਦੀ ਤ੍ਰਿਪਤੀ। ਇੱਥੇ ਆ ਕੇ ਪੰਗਾ ਪੈਂਦਾ ਕਿ ਜਿਹਨੂੰ ਇਹ ਸੁਣਨ ਲੱਗ ਗਈ, ਜਿਹੜਾ ਇੱਧਰ ਤੁਰ ਪਿਆ, ਬਾਹਰੀ ਤੌਰ 'ਤੇ ਦੇਖਣ ਵਾਲਿਆਂ ਨੂੰ ਲੱਗਦਾ ਕਿ ਇਹਦੇ ਕੋਲੇ ਕੁਛ ਨਹੀਂ, ਇਹ ਫਿਰ ਖੁਸ਼ ਕਿਉਂ ਆ? ਫਿਰ ਉਹਦੀ ਖੁਸ਼ੀ ਇੰਨਾ ਚੁੱਭਦੀ ਆ, ਫਿਰ ਅਸੀਂ ਕਦੇ ਤਾਂ ਜ਼ਹਿਰ ਦਾ ਪਿਆਲਾ ਪਿਆਉਣੇ ਆ ਉਹਨੂੰ, ਕਦੇ ਮਨਸੂਰ ਵਰਗਿਆਂ ਨੂੰ ਫਿਰ ਸੂਲੀ ਚੜਾਉਣੇ ਆ, ਕਦੇ ਡਲੇ ਮਾਰਦੇ ਆ, ਕਦੇ ਫਿਰ ਘਾੜਤਾਂ ਘੜ ਘੜ ਬਦਨਾਮ ਕਰਦੇ ਆ। ਕਾਰਨ ਕਿ ਜਿੰਨੀਆਂ ਚੀਜ਼ਾਂ ਨਾਲ ਅਸੀਂ ਖੁਸ਼ੀ ਸਮਝਦੇ ਹਾਂ, ਜਾਇਦਾਦ, ਮਹਿਲ, ਮਾੜੀਆਂ ਗੱਡੀਆਂ, ਇਹਦੇ ਕੋਲ ਕੁਛ ਵੀ ਨਹੀਂ, ਫਿਰ ਖੁਸ਼ ਕਿਉਂ ਆ? ਅਤੇ ਉਹਦੀ ਖੁਸ਼ੀ ਮੂੰਹ ਚੜਾਉਂਦੀ ਆ ਸਾਰਿਆਂ ਦਾ। ਇੱਥੇ ਆ ਕੇ ਫਿਰ ਭਗਤਾਂ ਅਤੇ ਸੰਸਾਰੀਆਂ ਦਾ ਟਕਰਾਅ ਹੋ ਜਾਂਦਾ, ਮੇਲ ਕੋਈ ਹੋ ਨਹੀਂ ਸਕਦਾ। ਉਹਨਾਂ ਨੂੰ ਇਹ ਸਮਝ ਆ ਨਹੀਂ ਸਕਦੀ ਕਿ ਅੰਦਰ ਖਜ਼ਾਨਾ ਉਹ ਜਿਹੜਾ ਖੁਸ਼ੀਆਂ ਖੇੜੇ ਦਿੰਦਾ, ਉਹ ਦਿਖਾ ਨਹੀਂ ਸਕਦਾ, ਉਹਦੇ ਕੋਲ ਮਜਬੂਰੀ ਇਹ ਆ। ਇਹ ਚੱਕਰ ਫਿਰ ਪੈਂਦੇ ਆ। ਮਹਾਰਾਜ ਕਹਿੰਦੇ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ। ਉਹ ਤ੍ਰਿਪਤੀ ਵਾਲਾ ਮਨ ਆ ਜਿਹੜਾ, ਇਹ ਨਹੀਂ ਹੈਗਾ ਕਿ ਉਹ ਨਹੀਂ ਮਹਿਲ ਮਾੜੀਆਂ ਪਾ ਸਕਦਾ, ਉਹ ਨਹੀਂ ਵੱਡੀਆਂ ਚੀਜ਼ਾਂ ਕਰ ਸਕਦਾ, ਉਹਦੇ ਅੰਦਰ ਭਾਵ ਹੀ ਨਹੀਂ ਉੱਠਦਾ ਹੈ। ਜੇ ਉਹਦਾ ਭਾਵ ਉੱਠੇ ਤਾਂ ਕੁਦਰਤ ਹਰ ਮੰਗ ਪੂਰੀ ਕਰਦੀ ਹੈ। ਪਰਮਾਤਮਾ ਉਹਦੀ ਹਰ ਮੰਗ ਪੂਰੀ ਕਰਦਾ। ਅਤੇ ਅਸੀਂ ਦੇਖਦੇ ਹਾਂ ਸੰਸਾਰ 'ਚ ਕਿਵੇਂ ਭਾਗ ਲੱਗਦੇ ਆ। ਜਿੱਥੇ ਕਿਤੇ ਐਡੀਆਂ ਐਡੀਆਂ ਕੁਟੀਆਂ ਸੀ, ਅੱਜ ਮਹਿਲ ਬਣੇ ਵੇ 13-13 ਮੰਜ਼ਲੇ, ਐਂ ਬਣਦੇ ਆ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤਾ, ਗੁਰਮੁਖ ਅੰਮ੍ਰਿਤ ਪੀਵਾ। ਗੁਰੂ ਦੇ ਆਖੇ ਲੱਗ ਕੇ ਜਦੋਂ ਗੁਰੂ ਨਾਨਕ ਦੀ ਗੱਲ ਸਮਝ ਲਈ, ਦੱਸ ਤਾਂ ਗੁਰੂ ਨਾਨਕ ਨੇ ਕਿ ਪਵਨ ਗੁਰੂ ਆ, ਅਤੇ ਜਦੋਂ ਤੈਨੂੰ ਕਹਿਣਾ ਗੁਰੂ ਦਾ ਸੰਗ ਕਰ, ਗੁਰੂ ਦੇ ਚਰਨ ਪਰਸ, ਉਦੋਂ ਇਹਨੂੰ ਹੀ ਵੇਖਣਾ, ਮਹਿਸੂਸ ਕਰਨਾ। ਅਤੇ ਜਦੋਂ ਹੀ ਗੁਰੂ ਦਾ ਸੰਗ ਕਰਾਂਗੇ, ਗੁਰਮੁਖ ਬਣਾਂਗੇ, ਆਪਣਾ ਮੁੱਖ ਆਪਣੀ ਸੁਰ 'ਤੇ ਗੁਰੂ ਦੇ ਚਰਨਾਂ 'ਚ ਲੈ ਜਾਵਾਂਗੇ, ਅੰਦਰ ਫਿਰ ਅੰਮ੍ਰਿਤ ਦਾ ਖੂਟਾ। ਪਹਿਲਾਂ ਸਰਵਣਾ ਰਾਹੀਂ ਪਤਾ ਲੱਗਦਾ, ਪੂਰੇ ਬ੍ਰਹਮੰਡ 'ਚੋਂ ਆਉਂਦੀਆਂ ਅੰਮ੍ਰਿਤ ਦੀਆਂ ਬੂੰਦਾਂ। ਫਿਰ ਅੰਤਰਾਤਮੇ ਜਿਹੜਾ ਖੂਟਾ ਭਰਿਆ, ਮਹਾਰਾਜ ਕਹਿੰਦੇ ਗੁਰਮੁਖ ਅੰਮ੍ਰਿਤ ਪੀਵਾ। ਅੰਦਰ ਫਿਰ ਗੁਰਮੁਖ ਦੇ ਅੰਮ੍ਰਿਤ ਝਰਦਾ, ਤੌਕੇ ਡਿੱਗਦੇ 10ਵੇਂ ਦੁਆਰ ਤੋਂ, ਸਹਿਸਤਰਾਰ ਤੋਂ। ਕਿਆ ਬਾਤਾਂ! ਇਹ ਰਸਤੇ ਹੀ ਅਲੱਗ ਆ। ਇਹ ਨਾਅਰੇ ਲਾਉਣ ਵਾਲੇ ਰਸਤੇ ਨਹੀਂ ਹੈਗੇ।
ਇਹ ਚੱਕਰਾਂ 'ਚ ਪੈਣ ਵਾਲੇ ਰਸਤੇ ਨਹੀਂ। ਇੰਨਾ ਟਾਈਮ ਕਿੱਥੇ ਗੁਰਮੁਖ ਕੋਲੇ ਕਿ ਬਾਹਰੀ ਗੱਲਾਂ ਦੀ ਖਾਤਰ ਮੈਂ ਇੱਥੇ ਆਹ ਕਰ ਦੇਣਾ, ਮੈਂ ਇੱਥੇ ਐਂ ਕਰ ਦੂੰ, ਮੈਂ ਇੱਥੇ ਆਹ ਕਰ ਦੂੰ। ਇਹਨਾਂ ਦਾ ਟਾਈਮ ਹੀ ਨਹੀਂ ਰਹਿੰਦਾ। ਪਤਾ ਲੱਗਦਾ ਇੱਥੇ ਬੜੇ ਕਰ ਤੁਰ ਗਏ, ਬੜੇ ਸਿਕੰਦਰ ਵਰਗੇ ਕਹਿੰਦੇ ਅਸੀਂ ਮੇਰਾ ਹੀ ਰਾਜ ਹੋਵੇ। ਇਹ ਰਾਜਾਂ ਰੂਜਾਂ ਵਾਲੇ ਬਥੇਰੇ ਆ ਗਏ ਆ ਇੱਥੇ, ਕੁਛ ਨਹੀਂ ਬੱਟੀ ਦਾ। ਨਿਸ਼ਚਲ ਰਾਜ ਹੈ ਨਾ ਜਿਹੜਾ ਸਦਾ ਅਟਲ, ਉਹ ਕਰਤੇ ਪੁਰਖ ਦਾ ਰਾਜ ਹੈ। ਉਹਦੇ ਬਣ ਜਾਓ ਜਿਹਦਾ ਸਾਰਾ ਸੰਸਾਰ ਹੈ, ਫਿਰ ਸੋਡਾ ਹੀ ਹੈ ਬਈ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਣਦਨ ਵਿਵੇਕ ਬੁੱਧ ਵਿਚਰੈ। ਨਦਰ ਲੈਣ ਖਾਤਰ ਹੀ ਆਪਾਂ ਸਾਰਾ ਕੁਝ ਕਰਦੇ ਹਾਂ। ਨਦਰ ਦੀ ਖਾਤਰ ਹੀ ਅਸੀਂ ਗੁਰੂ ਘਰ ਜਾਂਦੇ ਹਾਂ। ਨਦਰ ਦੀ ਖਾਤਰ ਹੀ ਅਸੀਂ ਸੇਵਾ ਕਰਦੇ ਹਾਂ। ਨਦਰ ਦੀ ਖਾਤਰ ਹੀ ਅਸੀਂ ਜਾਪ ਕਰਦੇ ਹਾਂ। ਨਦਰ ਦੀ ਖਾਤਰ ਹੀ ਅਸੀਂ ਪਾਠ ਕਰਦੇ ਹਾਂ। ਨਦਰ ਚਾਉਣ ਖਾਤਰ ਹੀ ਸਾਰੀਆਂ ਦੇਂਦੜੀਆਂ ਕੱਢਦੇ ਹਾਂ। ਪਰ ਉਹ ਕਰਦਾ ਆਪਦੀ ਮਰਜ਼ੀ ਨਾਲ ਆ ਭਾਈ, ਕਿਸੇ ਦਾ ਬੱਚਾ ਨਹੀਂ ਹੈ। ਨਦਰ ਕਰੇ ਤਾਂ ਸਤਿਗੁਰ ਮੇਲੇ। ਜਦੋਂ ਨਦਰ ਕਰ ਦਿੰਦਾ ਫਿਰ ਸਤਿਗੁਰੂ ਮਿਲ ਜਾਂਦਾ। ਫਿਰ ਕੀ ਹੁੰਦਾ? ਅਣਦਿਨ ਵਿਵੇਕ ਬੁੱਧ ਵਿਚਰੈ। ਫਿਰ ਦਿਨ ਰਾਤ ਜਿਹੜੀ ਅੰਦਰ ਦੀ ਉਹ ਸੱਚਾਈ ਆ, ਜਿਹੜੀ ਉਹ ਪਰਮ ਸੱਤਾ, ਉਹ ਜਿਹੜਾ ਵਿਵੇਕ ਆ, ਜਿਹੜਾ ਕਹਿੰਦਾ ਕਿ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ, ਬੰਧਨ ਹੀ ਮਿਟਾ ਦਿੰਦਾ। ਦੂਜਾ ਕਹੋਗੇ ਕਿਹਨੂੰ ਜਦੋਂ ਵਿਵੇਕ ਬੁੱਧੀ ਜਾਗ ਗਈ? ਵਿਵੇਕ ਨੂੰ ਹੀ ਪਤਾ ਲੱਗਦਾ ਕਿ ਇੱਕ ਓਂਕਾਰ ਦਾ ਹੀ ਪਸਾਰਾ ਸਾਰਾ, ਦੂਜਾ ਹੈ ਹੀ ਕੋਈ ਨਹੀਂ। ਦੂਜਾ ਦਿਸਦਾ ਹੀ ਨਹੀਂ, ਪੰਗਾ ਬੜਾ ਵੱਡਾ ਪੈਂਦਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਣ ਦਿਨ ਵਿਵੇਕ ਬੁੱਧ ਵਿਚਰੈ। ਫਿਰ ਵਿਵੇਕ ਬੁੱਧ ਦੇ ਅਧੀਨ ਚੱਲਦਾ, ਉਹੀ ਚੱਲਦੀ ਹੈ, ਫਿਰ ਉਹਦਾ ਹੀ ਵਿਚਾਰ ਚੱਲਦਾ, ਉਹਦਾ ਹੀ ਰਾਜ ਚੱਲਦਾ। ਇਹ ਅਵਸਥਾ ਬਣਦੀ ਹੈ। ਸਾਰੇ ਸੌੜੀ ਕੱਟੇ ਜਾਂਦੇ ਆ। ਇਹ ਐਸੇ ਤਰ੍ਹਾਂ ਹੀ ਆ। ਕੋਈ ਬੰਦਾ ਪਿੰਡ ਦੇ ਵਿੱਚ, ਪਿੰਡ ਪੱਧਰ 'ਤੇ ਕਿਸੇ ਸ਼ਹਿਰ 'ਚ ਬੜੀਆਂ ਮਿਹਨਤਾਂ ਕਰਦਾ ਫਿਰੇ ਕਿ ਇਹਨੂੰ ਮੈਂ ਹਰਾ ਦੇਣਾ, ਇਹਨੂੰ ਮੈਂ ਇੱਧਰ ਕਰ ਦੇਣਾ, ਇਹਨਾਂ ਨੂੰ ਪ੍ਰਚਾਰ ਕਰਕੇ ਸਾਰਿਆਂ ਨੂੰ ਮੈਂ ਐਂ ਲਿਆਉਣਾ ਹੈ, ਇਹਨਾਂ ਨੂੰ ਆਪਦੇ ਅਧੀਨ ਕਰ ਲੈਣਾ ਹੈ, ਇਹਨਾਂ ਤੋਂ ਸਾਰੀ ਗ੍ਰਾਹੀ ਕਰਕੇ ਇੱਥੇ ਜਮ੍ਹਾਂ ਕਰ ਲੈਣੀ ਆ, ਆਹ ਕਰ ਲੈਣਾ। ਅਤੇ ਉਹਨੂੰ ਐਂ ਕਰਦੇ ਕਰਦੇ ਨੂੰ ਕੋਈ ਬੰਦਾ ਟਕਰੇ, ਉਹ ਦੱਸੇ ਕਿ ਮਾਲਕੀ ਮੈਂ ਆ ਸਾਰੇ ਸ਼ਹਿਰਾਂ ਦਾ, ਤਾਂ ਜਿੰਨੇ ਟੈਕਸ ਭਰਦੇ ਮੇਰੇ ਕੋਲ ਹੀ ਆਉਂਦਾ। ਭਾਵੇਂ ਕੋਈ ਕਾਸੇ ਦਾ ਵਪਾਰੀ ਹੈ, ਜਿਹੜੇ ਟੈਕਸ ਆ ਉਹ ਮੇਰੇ ਕੋਲ ਹੀ ਆਉਂਦੇ ਆ। ਆਹ ਸਾਰੀਆਂ ਜਿਹੜੀਆਂ ਪਾਰਟੀਆਂ ਖੜੀਆਂ ਕੀਤੀਆਂ ਵੀ ਮੈਂ ਕੀਤੀਆਂ ਮੁਕਾਬਲੇ ਵਾਸਤੇ, ਵੀ ਇੱਕ ਦੂਜਾ ਕੰਮ ਕਰੇ, ਚਲੋ ਕੰਮ ਮੇਰਾ ਹੀ ਆ ਸਾਰਾ, ਸਾਰਾ ਕੁਛ ਹੀ ਉਸੇ ਦਾ। ਫੇਰ ਤੁਹਾਨੂੰ ਪਤਾ ਲੱਗੇ ਕਿ ਨਫ਼ਰਤ ਕਿਹਨੂੰ ਕਰੋ। ਆ ਧਰਮਾਂ ਦਾ ਵੀ ਵੰਡੀਆਂ ਮੈਂ ਹੀ ਪਾਈਆਂ ਹੋਈਆਂ ਵੀ ਚਲੋ ਇਹਨਾਂ ਨਾਲ ਕੰਮ ਲੱਗੇ ਰਹਿੰਦੇ ਸਾਰੇ। ਫਿਰ ਉਹ ਸਮਝ ਪੈਂਦੀ ਹੈ ਕਿ ਇਹ ਤਾਂ ਇੱਕ ਹੋਰ ਹੀ ਸਿਸਟਮ ਹੈ। ਅਸੀਂ ਅਣਜਾਣਪਣੇ 'ਚ ਕਹਿ ਲਓ, ਅਗਿਆਨਤਾ ਬਸ ਕਹਿ ਲਓ, ਨਫ਼ਰਤਾਂ 'ਚ ਪਏ ਹੋਏ ਸੀ। ਜੇ ਉਸੇ ਦਾ ਹੀ ਆ ਸਾਰਾ ਕੁਛ, ਆਪਾਂ ਫਿਰ ਕਿਉਂ ਲੜਨਾ ਵੀ? ਲੜਾਈਆਂ ਖਤਮ, ਝਗੜੇ ਖਤਮ ਹੋ ਜਾਂਦੇ ਆ। ਉਹਦਾ ਹੀ ਹੱਥ ਦਿੰਦਾ ਸਾਰੇ ਪਾਸੇ। ਇਹੀ ਗੁਰਬਾਣੀ ਦਾ ਆਸਾ ਕਿ ਉਹਨੂੰ ਜਗਾ ਲਓ, ਉਹਦੀ ਨਜ਼ਰੇ ਠਾ ਜਾਓ, ਵਿਵੇਕ ਬੁੱਧ ਜਗਾਓ। ਇਕੱਲਾ ਵਿਵੇਕੀ ਨਾਂ ਰੱਖਣ ਨਾਲ ਵਿਵੇਕ ਨਹੀਂ ਹੋ ਜਾਂਦਾ। ਇੱਥੇ ਸਾਡੇ ਕੋਲ ਕਈ ਵਾਰ ਦਰਸ਼ਨ ਕਰਨ ਆ ਜਾਂਦੇ, ਅਸੀਂ ਤਾਂ ਹੈਰਾਨ ਰਹਿੰਦੇ ਹਾਂ ਵੀ ਇਹ ਵਿਵੇਕੀ ਆ। ਉਹਨਾਂ ਨੇ ਇੰਨਾ ਟਫ ਕਰ ਲਿਆ ਸਿਸਟਮ ਆਪਦੇ ਆਪ ਨੂੰ, ਕਹਿੰਦੇ ਜੇ ਅਸੀਂ ਵਿਵੇਕੀ ਹਾਂ, ਆਪਦਾ ਆਪ ਹੀ ਬਣਾ ਕੇ ਖਾਵਾਂਗੇ, ਤੁਹਾਡੇ ਹੱਥ ਦੀ ਦੇਗ ਵੀ ਨਹੀਂ ਲੈਣੀ। ਉਹ ਇੰਨੇ ਕੱਟ ਆਫ ਹੋ ਗਏ ਜਿਵੇਂ ਇਕੱਲੇ ਹੀ ਬਸ ਇਕੱਲੇ ਰੱਬ ਦੇ ਪੁੱਤ ਆ, ਦੂਜੀ ਦੁਨੀਆ ਸਾਰੀ ਰਾਖਸ਼ ਹੈ। ਉਹਦਾ ਵੀ ਨਾ ਹੱਥ ਲੱਗ ਜੇ, ਉਹਦਾ ਵੀ ਨਾ ਹੱਥ ਲੱਗ ਜੇ, ਆ ਵੀ ਨਾ ਹੋ ਜੇ, ਉਹ ਵੀ ਨਾ ਹੋ ਜੇ। ਬੱਚਿਆਂ ਨੂੰ ਵੀ ਇਹੀ ਸਿਕਸ਼ਾ, ਕਿਸੇ ਨੂੰ ਬੁਲਾਉਣਾ ਨਹੀਂ, ਕਿਸੇ ਨਹੀਂ ਝਾਕਣਾ ਨਹੀਂ, ਉੱਥੇ ਨਹੀਂ ਜਾਣਾ, ਆਹ ਨਹੀਂ ਕਰਨਾ। ਸਾਰਾ ਸੰਸਾਰ ਵੈਰੀ ਹੈ ਤੁਹਾਡਾ, ਆਪਾਂ ਇਕੱਲੇ ਰੱਬ ਦੇ ਬੰਦੇ ਆ। ਦੂਜੀ ਦੁਨੀਆ ਤਾਂ ਬਸ ਐਵੇਂ ਲੱਲੀ ਛੱਲੀ ਫਿਰਦੀ ਹੈ। ਹੱਦ ਹੋ ਗਈ। ਫਿਰ ਉਹਨਾਂ ਦੀਆਂ ਸੁਣਨ ਤੋਂ ਬਾਅਦ 'ਚ ਅਰਦਾਸ ਕੀਤੀ, ਮਹਾਰਾਜ ਇਹ ਵੀ ਤੇਰਾ ਹੀ ਰੂਪ ਆ ਨਾ, ਐਂ ਵੀ ਲੋਕ ਹੁੰਦੇ ਆ, ਹੈ ਐਂ ਵੀ ਬਣ ਜਾਂਦਾ। ਚੱਲ ਇਹ ਵੀ ਠੀਕ ਆ, ਜਿਵੇਂ ਕਿਸੇ ਦੇ ਲੋਟ ਲੱਗਦਾ ਦੱਬੀ ਚਲੋ, ਕੁਛ ਨਹੀਂ ਹੁੰਦਾ। ਅੰਦਰ ਸਾਚਾ ਨੇਹ ਪੂਰੇ ਸਤਿਗੁਰ ਹੈ। ਅਸਲ ਗੱਲ ਦਾ ਸੱਚਾ ਨੇਹ, ਸੱਚਾ ਨੇਹ ਤੇ ਜਿਹੜਾ ਸੱਚ ਹੈ ਨਾ, ਨਫ਼ਰਤ ਨਹੀਂ ਕਰ ਸਕਦਾ।
ਸੱਚ ਤਾਂ ਫਿਰ ਇਹੀ ਹੈ ਨਾ ਕਿ ਇੱਕੋ ਹੀ ਸੱਤਾ, ਏਕ ਨੂਰ ਤੋਂ ਹੀ ਸਾਰਾ ਜੱਗ ਉਪਜਿਆ। ਜੇ ਨੂਰ ਇੱਕ ਤੋਂ ਉਪਜਿਆ, ਫਿਰ ਅਸੀਂ ਇਹ ਘੇਰਾ ਜਾ ਕਿਉਂ ਘੱਤਦੇ ਹਾਂ ਕਿ ਠੀਕ ਹੈ ਉਪਜਿਆ ਇੱਕ ਤੋਂ, ਪਰ ਇਹ ਫਲਾਣੇ ਆ, ਇਹ ਫਲਾਣੇ। ਇਹ ਗੱਲ ਸਾਡੀ ਹਉਮੈ ਨੂੰ ਹਜਮ ਨਹੀਂ ਆਉਂਦੀ ਵੀ ਇੱਕ ਨੂਰ ਤੋਂ ਉਪਜਿਆ। ਸਾਡੀ ਹਉਮੈ ਕਹਿੰਦੀ ਹੈ ਵੀ ਅਸੀਂ ਯਾਰ, ਸਾਡਾ ਖਾਨਦਾਨ। ਫਿਰ ਵੀ ਫਰਕ ਤਾਂ ਹੁੰਦਾ ਹੀ ਆ, ਅਸੀਂ ਐਂ ਕਰਦੇ ਹਾਂ। ਪਰ ਉਹ ਜਿਹੜੀ ਅਟੱਲ ਸੱਚਾਈ ਉਹ ਕਹਿੰਦੀ ਵੀ ਨਹੀਂ, ਤੂੰ ਕੋਸ਼ੀ ਕਹਾਈ ਚੱਲ, ਕੋਸ਼ੀ ਬਣੀ ਚੱਲ, ਉਹਦਾ ਰੂਪ ਹੀ ਹੈ। ਫਿਰ ਉੱਚਾ ਨੀਵਾਂ ਕਿਹਨੂੰ ਮੰਨੇ, ਫਿਰ ਹਉਮੈ ਨੂੰ ਦਿੱਕਤ ਬੜੀ ਆਉਂਦੀ ਹੈ। ਅੱਜ ਜਦੋਂ ਜਾਤ ਪਾਤ ਦੀ ਕਿਹੜੀ ਗੱਲ ਚੱਲ ਪੈਂਦੀ ਹੈ, ਵਧੀਆ ਵਧੀਆ ਅੰਮ੍ਰਿਤਧਾਰੀ ਗੁਰਸਿੱਖ ਆਉਂਦੇ ਆ, ਫਿਰ ਉਹ ਇੱਥੋਂ ਤੱਕ ਵੀ ਕਹਿ ਜਾਂਦੇ ਆ ਜੀ ਠੀਕ ਆ ਗੱਲ, ਮਹਾਰਾਜ ਨੂੰ ਕੀ ਪਤਾ, ਵਰਤਣਾ ਤਾਂ ਆਪਾਂ ਨਾ, ਰਿਸ਼ਤੇਦਾਰੀਆਂ ਨਿਭਾਉਣੀਆਂ, ਆਪਾਂ ਨੂੰ ਪਤਾ ਵੀ ਅਸਲ ਦੇ ਵਿੱਚ ਕਿਵੇਂ ਆ ਜੀਵਨ। ਉਹ ਤਾਂ ਚਲੋ ਲਿਖਤਾ ਠੀਕ ਆ, ਆਪਾਂ ਚਲੋ ਸਤਿਕਾਰ ਕਰਦੇ ਹਾਂ, ਐਂ ਗੱਲਾਂ ਕਰਨਗੇ। ਪਤਾ ਨਹੀਂ ਲੱਗਦਾ ਕਿ ਅਸੀਂ ਉੱਥੋਂ ਤੱਕ ਨਹੀਂ ਪਹੁੰਚੇ ਹਾਂ। ਬਾਣਾ ਪਾਲਿਆ ਕੋਈ ਚੱਕਰ ਨਹੀਂ, ਕੋਈ ਵੀ ਪਾ ਸਕਦਾ। ਇਹ ਤਾਂ ਬਹੁਤ ਸੌਖੀ ਖੇਡ ਆ। ਇਹ ਤਾਂ ਇੰਨੀ ਸੌਖੀ ਕਰਤੀ ਅਸੀਂ ਕਿ ਫ੍ਰੀ ਦੇਣ ਲੱਗ ਗਏ ਕਿ ਆਹ ਚੱਕੋ ਫ੍ਰੀ, ਪਾਓ ਸਹੀ। ਕਾਹਦੀ ਖਾਤਰ ਬਈ, ਕਰਾਉਣਾ ਕੀ ਆ? ਸਾਨੂੰ ਤਾਂ ਗੁਰੂ ਨਾਨਕ ਨੇ ਪਰਮ ਸੱਤਾ ਨਾਲ ਜੋੜਿਆ, ਜਿਹਦਾ ਸਾਰਾ ਸੰਸਾਰ ਆ, ਜਿਹੜਾ ਖੁਦ ਮਾਲਕ ਆ, ਅੱਖ ਝਪਕਣ ਨਾਲ ਕੁਛ ਦੀ ਕੁਛ ਕਰ ਸਕਦਾ। ਅਸੀਂ ਕੋਈ ਇਹਨਾਂ ਗੱਲਾਂ 'ਚ ਪੱਗੇ ਜਿਹੜੀਆਂ 'ਚ ਆਮ ਪਏ ਵੇ ਆ ਲੋਕ। ਜਿਹਨੂੰ ਨਹੀਂ ਬਾਣੀ ਦੀ ਸਮਝ, ਉਹ ਪਿਆ ਰਹੇ। ਸਾਰੇ ਹੀ ਉਹਦੇ ਆ, ਕਿਸੇ ਰੂਪ 'ਚ ਰਹਿਣ, ਭੱਜ ਹੀ ਨਹੀਂ ਸਕਦੇ, ਉਸੇ ਦੇ ਅਧੀਨ ਹੀ ਰਹਿਣਾ। ਅੰਦਰ ਸਾਚਾ ਨੇ ਪੂਰੇ ਸਤਿਗੁਰ ਹੈ। ਪੂਰਾ ਸਤਿਗੁਰੂ ਤੇ ਸੱਚਾ ਨੇ ਜੀਵਨ ਸਵਾਰ ਦਿੰਦਾ। ਸਹੀ ਪ੍ਰਕਾਸ਼, ਸਹੀ ਦ੍ਰਿਸ਼ਟੀ ਬਖਸ਼ਿਸ਼ ਕਰ ਦਿੰਦਾ। ਸਤ ਸੰਗਤ ਮਿਲੈ ਬਡ ਭਾਗ, ਤਾਂ ਹਰ ਰਸ ਆਵੇ ਜੀਓ। ਮਹਾਰਾਜ ਕਹਿੰਦੇ ਜਿਹੜੀ ਐਸੀ ਸੰਗਤ ਆ ਨਾ ਜਿੱਥੇ ਸੱਤ ਚੱਲਦਾ, ਪਰਮ ਸੱਤਾ ਦਈ ਪ੍ਰਚਾਰ ਪ੍ਰਸਾਰ ਤੇ ਉਹਦਾ ਹੀ ਸਿਸਟਮ ਦੱਸਿਆ ਜਾਂਦਾ, ਉਹ ਸੰਗਤ ਮਿਲਦੀ ਬੜੇ ਵੱਡੇ ਭਾਗਾਂ ਨਾਲ ਆ। ਵੱਡ ਭਾਗ, ਬਹੁਤ ਉੱਚੇ ਭਾਗ ਹੋਣ। ਅਰਬਾਂ ਖਰਬਾਂ ਦੀ ਦੁਨੀਆ ਦੇ ਵਿੱਚੋਂ ਉਸ ਗੱਲ ਦਾ ਪਤਾ ਲੱਗ ਜਾਣਾ, ਜਿਹੜਾ ਅਟੱਲ ਸੱਚਾਈ ਹੈ, ਜਿੱਥੋਂ ਸਾਰਾ ਸਿਸਟਮ ਚੱਲਦਾ, ਬਹੁਤ ਭਾਗ ਉੱਚੇ ਹੁੰਦੇ ਆ। ਅਸੀਂ ਕਹਿ ਸਕਦੇ ਹਾਂ ਅਸੀਂ ਭਾਗਾਂ ਵਾਲੇ ਆ, ਸਾਨੂੰ ਗੁਰੂ ਨਾਨਕ ਮਿਲੇ ਆ। ਅਸੀਂ ਕਹਿ ਸਕਦੇ ਹਾਂ ਕਿ ਐਡੇ ਵੱਡੇ ਸੰਸਾਰ ਦੇ ਵਿੱਚ ਸਾਰੇ ਛੌੜ ਕੱਟਣ ਵਾਲਾ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲਿਆ। ਅਸੀਂ ਭਾਗਾਂ ਵਾਲੇ ਆ। ਪਰ ਅਸਲੀ ਭਾਗਾਂ ਵਾਲੇ ਉਦੋਂ ਹੋਵਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਉਹਨੂੰ ਲਾਗੂ ਕਰ ਲਾਂਗੇ ਤੇ ਇਹਦੇ ਸਾਰੇ ਕਾਹੇ ਚੋਂ ਨਿਕਲ ਜਾਵਾਂਗੇ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ। ਵੱਡੇ ਭਾਗਾਂ ਨਾਲ ਸੱਤ ਦੀ ਸੰਗਤ ਮਿਲਦੀ ਹੈ, ਸਤਨਾਮ ਦਾ ਪਤਾ ਲੱਗਦਾ, ਏਕ ਓਂਕਾਰ ਦਾ ਪਤਾ ਲੱਗਦਾ। ਤੇ ਜਦੋਂ ਹੀ ਸਤ ਸੰਗਤ ਦਾ ਪਤਾ ਲੱਗਦਾ ਉਸ ਦਾ, ਫਿਰ ਮਹਾਰਾਜ ਕਹਿੰਦੇ ਤਾਂ ਦੇਖੋ, ਇਹ ਹੌਲੀ ਹੌਲੀ ਪੜ੍ਹਿਆ ਕਰੋ, ਤਾਂ ਹਰ ਰਸ ਆਵੇ ਜੀਓ। ਜਿਹੜਾ ਰਸ ਅਸੀਂ ਭਾਲਦੇ ਹਾਂ ਨਾ, ਜਿਹੜਾ ਆਤਮ ਰਸ, ਨਾਮ ਰਸ, ਇੱਕ ਮਿਕਤਾ, ਉਹ ਤਾਂ ਆਉਣਾ। ਮਹਾਰਾਜ ਕਹਿੰਦੇ ਪਹਿਲਾਂ ਸਤ ਸੰਗਤ ਉਹ ਮਿਲਣੀ ਆ ਵੱਡੇ ਭਾਗਾਂ ਨਾਲ। ਤੇ ਵੱਡੇ ਭਾਗ ਬਣਾਉਣ ਵਾਸਤੇ ਅਸੀਂ ਸੇਵਾ ਕਰਦੇ ਹਾਂ, ਵੱਡੇ ਭਾਗ ਬਣਾਉਣ ਵਾਸਤੇ ਬਾਣੀ ਪੜ੍ਹਦੇ ਹਾਂ, ਸਾਧੂਆਂ ਦੇ ਚਰਨ ਸੇਵਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ। ਤੇ ਜਦੋਂ ਬਣ ਜਾਂਦੇ ਆ, ਫਿਰ ਉਹ ਹਰੀ ਰਸ ਆਉਣਾ ਸ਼ੁਰੂ ਹੋ ਜਾਂਦਾ। ਅਣਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਵੈ ਜੀਓ। ਫਿਰ ਜਦੋਂ ਇੱਕ ਵਾਰੀ ਗੱਲ ਪੱਲੇ ਪੈ ਗਈ ਕਿ ਬਾਹਰ ਦਾ ਚੱਕਰ ਸਾਰਾ ਨਿਬੜਿਆ, ਜੋ ਕੁਛ ਬਾਹਰ ਹੈ ਓਨਾ ਕੁ ਬਾਹਰ ਕਰਨਾ ਪੈਣਾ ਕਿਰਤ ਬਿਰਤ ਵਾਸਤੇ, ਸ਼ੁਰੂਆਤ ਵਾਸਤੇ। ਉਦੋਂ ਬਾਅਦ ਤਾਂ ਅਣਦਿਨ ਰਹਿ ਲਿਵ ਲਾਈ, ਫਿਰ ਲਿਵ ਲਾਉਣੀ ਹੈ ਕਿੱਥੇ? ਪਵਨ ਗੁਰੂ ਦੇ ਚਰਨਾਂ 'ਚ। ਪਵਨ ਗੁਰੂ ਦੇ ਚਰਨ ਤੁਹਾਨੂੰ ਲੈ ਜਾਣਗੇ ਸ਼ਬਦ ਗੁਰੂ ਕੋਲ। ਸ਼ਬਦ ਗੁਰੂ ਆ ਸਰਵ ਵਿਆਪਕ। ਜਿਹੜਾ ਸਰਵ ਵਿਆਪਕ ਆ, ਉਹ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਲਿਜਾ ਕੇ ਤੁਹਾਡੀ ਕੁੰਡੀ ਪਵਾ ਦਿੰਦਾ। ਇੰਨੀ ਕੀ ਖੇਡ ਹੈ ਇਹ। ਤੇ ਹਉਮੈ ਨਹੀਂ ਚੱਲਣ ਦਿੰਦੀ। ਜਿੰਨਾ ਜਲਦੀ ਹਉਮੈ ਛੱਡ ਦਿਓਗੇ, ਬਹੁਤ ਬੰਦਿਆਂ ਨੂੰ ਹੁੰਦਾ ਜੀ ਫਿਰ ਸਾਡੀ 80 ਸਾਲ ਉਮਰ, ਸਾਡੀ 60 ਸਾਲ 70, ਅਸੀਂ ਸਾਧਨਾਵਾਂ ਕੀਤੀਆਂ, ਅਸੀਂ ਐਂ ਕੀਤਾ, ਫਿਰ ਅਸੀਂ ਜਿਹੜਾ ਕਰਦੇ ਹਾਂ ਗਲਤ ਹੈ। ਨਾ ਗਲਤ ਦਾ ਪਤਾ, ਨਾ ਠੀਕ ਦਾ ਪਤਾ। ਜੇ ਸਹੀ ਰਸਤਾ ਪਤਾ ਲੱਗ ਗਿਆ, ਗਰਨ ਦੇ ਨੇ ਸਰੈਂਡਰ ਕਰਕੇ ਤੁਰ ਪਓ, ਆਨੰਦ ਹੀ ਆਨੰਦ ਹੈ।
ਜਦੋਂ ਇਹ ਸਤ ਸੰਗਤ ਮਿਲ ਗਈ, ਅਣ ਦਿਨ ਰਹਿ ਲਿਵ ਲਾਏ, ਜਦੋਂ ਦਿਨ ਰਾਤ ਲਿਵ ਇੱਧਰ ਹੀ ਰਹਿਣੀ ਹੈ। ਸੁੱਤਿਆਂ ਵੀ ਸੁਰਤ ਗੁਰੂ ਚਰਨਾਂ 'ਚ, ਸੁਪਨੇ ਵੀ ਗੁਰੂਆਂ ਪੀਰਾਂ ਸਾਧੂਆਂ ਦੇ, ਦਿਨੇ ਵੀ ਗੁਰੂ ਦੇ ਚਰਨਾਂ 'ਚ, ਰਾਤੀ ਵੀ ਗੁਰੂ ਦੇ ਚਰਨਾਂ 'ਚ। ਬਿਰਤੀ ਜੁੜ ਗਈ ਨਾ, ਪਤਾ ਲੱਗ ਗਿਆ ਟੱਲ ਸੱਚਾਈ ਇੱਥੋਂ ਹੀ ਮਿਲਣੀ ਹੈ। ਅਣ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ। ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਸਹਿਜੇ 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 ਤੁਸੀਂ ਸਮਾ ਜਾਣਾ ਉਹਦੇ ਚਰਨਾਂ 'ਚ, ਉਹਦਾ ਰੂਪ ਹੋ ਜਾਣਾ। ਜਿਵੇਂ ਉਦਾਹਰਨਾਂ ਨਹੀਂ ਦਿੰਦੇ ਹੁੰਦੇ ਗਿਆਨੀ ਕਿ ਨੂਣ ਦੀ ਡਲੀ ਗਈ ਸੀ ਪਤਾ ਕਰਨ ਸਾਗਰ ਦਾ ਕਿੰਨਾ ਕੁ ਡੂੰਘਾ, ਪਰ ਅੱਜ ਤਾਂ ਹੀ ਨਹੀਂ ਮੁੜੀ। ਮੁੜੇ ਕਿਵੇਂ? ਖੁਰ ਖੁਰ ਕੇ ਉਹਦੇ ਵਿੱਚ ਹੀ ਉਹਦਾ ਰੂਪ ਹੀ ਹੋ ਗਈ। ਇਵੇਂ ਜਿਵੇਂ ਤੁਰਦੇ ਅਸੀਂ ਜ਼ਰੂਰ ਹਾਂ, ਪਰ ਅਸੀਂ ਮੁੜ ਨਹੀਂ ਸਕਦੇ। ਅਸੀਂ ਗਾਂਹ ਕੋ ਤਰਾਂਗ ਵਾਲੀ ਗੱਲ 'ਚ ਚਲੀ ਚੱਲਦੇ ਇੱਕ ਦਿਨ ਉਹਦਾ ਰੂਪ ਹੀ ਹੋ ਜਾਣਾ। ਕਿਉਂਕਿ ਜਿਹੜੀਆਂ ਚੀਜ਼ਾਂ ਰੂਪ ਨਹੀਂ ਹੋਣ ਦਿੰਦੀਆਂ ਉਹ ਕੱਟਦੇ ਤੁਰੇ ਜਾਂਦੇ ਆਪਾਂ। ਜਿਵੇਂ ਐਵਰੈਸਟ ਦੀ ਚੋਟੀ 'ਤੇ ਚੜ੍ਹਨ ਵਾਸਤੇ ਸਾਡੀ ਤਿਆਰੀ ਹੁੰਦੀ ਹੈ ਕਿ ਬੂਟ ਕਿਹੋ ਜਿਹੇ, ਸੂਟ ਕਿਹੋ ਜਿਹੇ, ਭਾਰ ਕਿਵੇਂ ਘਟਾਉਣਾ, ਆਹ ਚੀਜ਼ਾਂ ਕਿਵੇਂ ਛੱਡ ਕੇ ਜਾਣੀਆਂ। ਛੱਡਦੇ ਸਭ ਕੁਛ ਹੀ ਪਿੱਛੇ ਰਹਿ ਜਾਂਦਾ। ਇੱਕ ਬਹੁਤ ਪਤਲੀ ਜੀ ਕਮੀਜ਼ ਦੇ ਨਾਲ ਅਸੀਂ ਉੱਥੇ ਪਹੁੰਚਦੇ ਹਾਂ। ਉਵੇਂ ਜਿਵੇਂ ਅਧਿਆਤਮਿਕ ਇੱਕ ਚੜ੍ਹਾਈ ਆ, ਪਤਾ ਹੀ ਨਹੀਂ ਕਿਹੜੇ ਵੇਲੇ ਪੈਰ ਫਿਸਲ ਜੇ ਤੇ ਫਿਰ ਮੂਲਾ ਧਾਰ 'ਤੇ ਵੱਜ ਗਏ, ਫਿਰ ਉਹੀ ਜੀਵਨ ਸ਼ੁਰੂ ਜਿਹੜਾ ਚੱਕਰ ਚੱਲਦਾ। ਸਤਿਗੁਰੂ ਕਹਿੰਦੇ ਜਦੋਂ ਅਣ ਦਿਨ ਲਿਵ ਲੱਗੀ ਰਹਿਣੀ ਆ ਤੇ ਸਹਿਜੇ ਸਹਿਜੇ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਆਤਮਿਕ ਰੂਪ ਦੇ ਵਿੱਚ ਸਮਾ ਜਾਣਾ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਜਦੋਂ ਸਹਿਜ ਦੇ ਵਿੱਚ ਸਮਾਉਣਾ ਸ਼ੁਰੂ ਹੋ ਜਾਂਦਾ ਤੇ ਉਹ ਹਰੀ ਪਰਮ ਪਿਤਾ ਪਰਮਾਤਮਾ, ਉਹਦੀ ਜਿਹੜੀ ਸੱਤਾ, ਉਹਦੀ ਇੱਕ ਆਪਣੀ ਇੰਟੈਲੀਜੈਂਸ ਆ ਜਿਹਨੂੰ ਮਨ ਕਿਹਾ। ਜਿਵੇਂ ਅਸੀਂ ਬੰਦੇ ਇੱਕ ਦੂਜੇ ਦੀ ਨਿਗਾਹ 'ਚ ਨਿਗਾਹ ਪਾ ਕੇ ਗੱਲ ਸਮਝਦੇ ਹਾਂ ਨਾ, ਉਹ ਇੰਟੈਲੀਜੈਂਸ ਹੈ ਸਮਝਦੀ, ਉਸੇ ਇੰਟੈਲੀਜੈਂਸ ਨੇ ਅਸੀਂ ਸਮਝਦੇ ਹਾਂ। ਸਾਨੂੰ ਤਾਂ ਉਹਨੇ ਕਿਣਕਾ ਕੀ ਦਿੱਤੀ ਵੀ ਆ, ਉਹਦੇ ਕੋਲ ਤਾਂ ਖਜ਼ਾਨੇ ਭਰਪੂਰ ਆ। ਉਸ ਇੰਟੈਲੀਜੈਂਸ ਨੂੰ ਉਹਦੀ ਭਾਉਂਦਾ ਬੰਦਾ ਜਦੋਂ ਬਿਲਕੁਲ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ, ਇੱਕ ਮਿੱਕ। ਸਹਿਜ ਸਮਾਵੈ, ਜਦੋਂ ਸਹਿਜ ਦੇ ਵਿੱਚ ਸਮਾਉਣ ਬਣੀ ਤੁਰਦਾ ਹੀ ਉਦੋਂ ਆ ਨਾ, ਆਪਾਂ ਪਿੱਛੇ ਪੜ੍ਹ ਚੁੱਕੇ। ਤਾਂ ਹਰ ਮਨ ਭਾਵੈ, ਉਹ ਹਰੀ ਦੀ ਜਿਹੜੀ ਇੰਟੈਲੀਜੈਂਸ ਆ, ਉਹਦੀਆਂ ਊਰਜਾਵਾਂ ਦੀ ਤੁਹਾਨੂੰ ਪ੍ਰਵਾਨ ਹੀ ਉਦੋਂ ਕਰਦੀ ਹੈ ਜਦੋਂ ਤੁਸੀਂ ਸਹਿਜ ਹੋ ਜਾਂਦੇ ਹੋ। ਸਦਾ ਅਤੀਤ ਬੈਰਾਗੀ, ਫਿਰ ਸਦਾ ਹੀ ਉਹਦੇ ਪਿਆਰ ਦੇ ਵਿੱਚ ਨਿਰਮੋਹ ਹੋ ਕੇ ਸਿਰਫ ਉਸੇ ਦਾ ਪਿਆਰ, ਜੋ ਕੁਛ ਆ ਉਹੀ ਆ। ਉਹਨੂੰ ਪਿਆਰ ਕਹਿ ਲਓ, ਪ੍ਰਮਾਤਮਾ ਕਹਿ ਲਓ, ਪ੍ਰੇਮ ਕਹਿ ਲਓ, ਪਰਮ ਸੱਤਾ ਕਹਿ ਲਓ, ਫਿਰ ਉਹੀ ਬਣ ਜਾਂਦਾ। ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਫਿਰ ਜਿੰਨਾ ਚਿਰ ਆਹ ਬੋਡੀ 'ਚ ਬੈਠਾ ਹੈ, ਇਹਦੇ 'ਚ ਬੈਠਾ ਨਾ, ਇਹ ਹਰਮੰਦਰ ਦੇ ਵਿੱਚ ਜਾਗ ਚੁੱਕਿਆ, ਚਾਹੇ ਤਾਂ ਅੱਜ ਹੀ ਜਾ ਸਕਦਾ। ਇਹ ਅਥਾਰਟੀਆਂ ਮਿਲਦੀਆਂ ਪ੍ਰਮਾਤਮਾ ਬੰਨਿਓ ਕਿ ਜੇ ਤੂੰ ਵਾਪਸ ਆਉਣਾ ਚਾਹਣਾ, ਤੇਰਾ ਕਾਰਜ ਪੂਰਾ ਹੋ ਗਿਆ, ਤੂੰ ਆ ਸਕਦਾ। ਪਰ ਉੱਥੇ ਫਿਰ ਜਿਹੜੀਆਂ ਪਰਮ ਸੱਤਾ ਦੀਆਂ ਸ਼ਕਤੀਆਂ, ਸਾਧੂ ਸੰਤ ਗੁਰੂ ਪੀਰ ਜਿਹੜੇ ਬੋਡੀ ਤੋਂ ਬਾਹਰ ਨੇ, ਉਹਨਾਂ ਦੀ ਫਿਰ ਰਾਏ ਲੈਂਦਾ, ਉਹਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ। ਉਹ ਕਹਿੰਦੇ ਆ ਕਿ ਪਰ ਉਪਕਾਰ ਲਈ ਰੁਕ ਜਾ। ਇਹ ਵੀ ਇੱਕ ਬਹੁਤ ਵੱਡਾ ਮੌਕਾ ਮਿਲਦਾ ਕਦੇ ਸਦੀਆਂ ਬਾਅਦ, ਪਰ ਉਪਕਾਰ ਕਰਨ ਲਈ ਰੁਕਣਾ। ਫਿਰ ਜਦੋਂ ਰੁਕਦਾ ਤਾਂ ਮਹਾਰਾਜ ਕਹਿੰਦੇ ਹਲਤ ਪਲਤ ਪਲ ਪਲ, ਹਰ ਹਾਲ ਦੇ ਵਿੱਚ ਸੋਭਾ ਜਗ ਅੰਤਰ। ਫਿਰ ਉਹ ਪ੍ਰਮਾਤਮਾ ਉਹਦੀ ਸੋਭਾ ਕਰਾਉਂਦਾ, ਉਹ ਤੋਂ ਇਹੋ ਜਿਹੇ ਕਾਰਜ ਕਰਵਾ ਦਿੰਦਾ ਜਿਹੜੇ ਦੁਨੀਆ ਕਹਿੰਦੀ ਹੁੰਦੀ ਇੱਕ ਬੰਦੇ ਦੇ ਤਾਂ ਬੱਸ ਦਾ ਰੋਗ ਹੀ ਨਹੀਂ। ਸੋਚ ਕੇ ਦੇਖੀਏ, ਜਿੱਦੇ ਬਾਬਾ ਨਵੀਂ ਜੀ ਉਮਰ ਖੇਤ ਕੰਨੀ ਜਾਂਦਾ, ਰਾਹ 'ਚ ਮਰਦਾਨਾ ਟੱਕਰਦਾ, ਮਰਦਾਨੇ ਨਾਲ ਗੱਲਬਾਤ ਹੁੰਦੀ ਹੈ, ਮਰਦਾਨਾ ਮੱਥਾ ਟੇਕਦਾ, ਸਤਿਕਾਰ ਕਰਦਾ। ਕੀ ਕਰਦਾ ਹੁੰਨਾ? ਦੱਸਦਾ ਕਿ ਰਬਾਬ ਵਜਾਉਣਾ ਹੁੰਨਾ। ਤੇ ਉੱਥੇ ਖੇਤ ਦੀ ਵੱਟ 'ਤੇ ਬੈਠੇ ਰਹਿ ਕਰੀ ਜਾਂਦੇ ਆ, ਮਰਦਾਨਿਆਂ ਨਾਲ ਚੱਲ ਸਾਡੇ, ਚੱਲਣਾ ਆਪਾਂ ਲੁਕਾਈ ਨੂੰ ਹੋਕਾ ਦੇਣ ਨਿਰੰਕਾਰ ਦਾ। ਦੋਨਾਂ ਦੀ ਇੱਕ ਮਿਕਤਾ ਹੋ ਜਾਂਦੀ ਹੈ ਵੀ ਚੱਲਾਂਗੇ, ਚਲੋ ਕਿੱਦੇ ਤੁਰਨਾ ਦੱਸੋ। ਸਾਰੀ ਗੱਲਬਾਤ ਹੁੰਦੀ ਹੈ। ਤੇ ਜਿਹੜੇ ਲੋਕ ਉਦੋਂ ਪਿੰਡ ਦੇ ਸੀਗੇ, ਉਹਦੇ ਚਾਚੇ ਤਾਏ ਸੀ ਬਾਬਾ ਜੀ ਦੇ, ਨਗਰ ਵਾਲੇ ਸੀ, ਮਾਤਾ ਪਿਤਾ ਸੀ, ਕਦੇ ਸੋਚ ਸਕਦਾ ਸੀ ਕੋਈ ਉਸ ਟਾਈਮ, ਅੱਜ ਤੋਂ 550 ਸਾਲ ਪਹਿਲਾਂ, ਕਿ ਆਹ ਦੋ ਜਾਣੇ ਜਿਹੜੇ ਵੱਟ 'ਤੇ ਬੈਠੇ ਰਾਇ ਕਰੀ ਜਾਂਦੇ ਆ, ਇਹ ਤਖਤਾ ਪਲਟ ਦੇਣਗੇ ਦੁਨੀਆ ਦਾ? ਸੋਚ ਸਕਦਾ ਕੋਈ?
ਕਿ ਰਬਾਬ ਲੈਣ ਨੂੰ ਤਾਂ ਪੈਸੇ ਨਹੀਂ ਕੋਲੇ, ਜਿਹੜੀ ਚਾਹੀਦੀ ਹੈ। ਕਿਵੇਂ ਫਿਰ ਬੇਬੇ ਨਾਨਕੀ ਕੋਲ ਦੱਸਦੇ ਆ, ਫਿਰ ਉਹ ਆਪਦੇ ਕੋਲੋਂ ਕਿਵੇਂ ਜਮ੍ਹਾਂ ਪੂੰਜੀ 'ਚੋਂ ਮਾਇਆ ਦਿੰਦੀ ਆ, ਉਹ ਸਾਰੀ ਸਾਖੀ ਹੈ। ਪਰ ਆਪਾਂ ਜਿਹੜਾ ਥਾਟ ਲੈਣਾ ਚਾਹੁੰਦੇ ਆ ਕਿ ਸੋਚ ਕੇ ਦੇਖੋ ਕਿਹੋ ਜਿਹਾ ਦਾਰੋ ਮਦਾਰ ਸੀ 550 ਸਾਲ ਪਹਿਲਾਂ ਭਾਰਤ ਵਰਸ ਦਾ, ਭਾਰਤ ਦੇ ਕੀ ਰੰਗ ਰੂਪ ਸੀਗੇ। ਉਹ ਟਾਈਮ ਦੇ ਵਿੱਚ ਬਾਬਾ ਜੀ ਰਹਿ ਕਰ ਰਹੇ ਆ, ਤੇ ਉਦੋਂ ਦੁਨੀਆ ਨੂੰ ਨਹੀਂ ਨਾ ਪਤਾ ਸੀ ਇਹ ਬਾਬਾ ਜੀ ਹੈ, ਬਾਬਾ ਨਾਨਕ ਹੈ, ਇਹ ਨਾਨਕ ਨਿਰੰਕਾਰੀ ਹੈ। ਉਹ ਤਾਂ ਇੱਕ ਮਹਿਤੇ ਕਾਲੂ ਦਾ ਪਟਵਾਰੀ ਦਾ ਮੁੰਡਾ ਹੀ ਸੀ ਲੋਕਾਂ ਲਈ, ਤਾਂ ਕਿ ਉਹ ਪਟਵਾਰੀ ਦਾ ਮੁੰਡਾ ਵਿਹਲਾ ਹੀ ਰਹਿੰਦਾ, ਕਰਦਾ ਨਹੀਂ ਕੁਛ, ਉਧਰੋਂ ਪਿਓ ਤੰਗ ਰਹਿੰਦਾ ਸੀ, ਕੰਮ ਨਹੀਂ ਕਰਦੇ। ਉਦੋਂ ਗੱਲਾਂ ਕਰ ਰਹੇ ਆ ਦੋਨੋਂ ਕਿ ਕਰੀਏ ਫਿਰ ਕੁਛ, ਆਪਾਂ ਵੀ ਚੱਲੀਏ ਮੈਸੇਜ ਲੈ ਕੇ। ਫਿਰ ਜਾਂਦੇ ਆ। ਸੋਚ ਕੇ ਦੇਖੋ ਕਿ ਸੋਚ ਸਕਦੀ ਆ ਉਹ ਦੁਨੀਆ, ਕਿ ਦੁਨੀਆ ਤੇ ਜਿੱਥੇ ਜਿੱਥੇ ਜਾਣਗੇ ਰੌਂ ਬਦਲ ਜੂ ਦੁਨੀਆ ਦਾ। ਜਿੱਥੇ ਹੀ ਚਰਨ ਪੈ ਗਏ ਸਭ ਕੁਝ ਫ੍ਰੀ। ਜਿਹੜੇ ਅੰਨ ਧਨ ਨੂੰ ਕਮਾਉਣ ਖਾਤਰ ਦੁਨੀਆ ਤੜਫਦੀ ਤੁਰੀ ਫਿਰਦੀ ਹੈ, ਜੀਵਨ ਲਾ ਦਿੰਦੀ ਹੈ, ਉਹ ਅੰਨ ਪਾਣੀ ਫ੍ਰੀ, ਬਾਣੀ ਫ੍ਰੀ, ਉਪਦੇਸ਼ ਫ੍ਰੀ, ਕੱਪੜਾ ਫ੍ਰੀ, ਰਹਿਣ ਨੂੰ ਫ੍ਰੀ। ਕੀ ਕੁਛ ਬਦਲਤਾ ਦੁਨੀਆ ਦੇ ਵਿੱਚ, ਅੱਜ ਪੂਰੇ ਵਰਲਡ ਦੇ ਵਿੱਚ ਨਿਸ਼ਾਨ ਝੁਲਦੇ ਆ। ਇਹ ਸਿਸਟਮ ਆ ਨਿਰੰਕਾਰ ਦਾ। ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਜਦੋਂ ਕਿਸੇ ਸਾਧੂ ਦੀ ਉਹ ਰਾਮ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ ਨਾ, ਉਹ ਜਿਹੜਾ ਰਮਿਆ ਹੋਇਆ, ਜਿਹੜਾ ਸਵਾਸਾਂ 'ਚ ਵੀ ਰਮਿਆ ਹੋਇਆ, ਉਹਦਾ ਜਿਹੜਾ ਨਾਮ ਹੈ ਜਦੋਂ ਅੰਦਰ ਚੱਲਦਾ ਹੈ, ਰਾਮ ਨਾਮ, ਜਦੋਂ ਲਿਵ ਲੱਗ ਜਾਂਦੀ ਹੈ ਉਹ ਧੁਨੀ ਨਾਲ, ਤਾਂ ਮਹਾਰਾਜ ਕਹਿੰਦੇ ਜੱਗ ਦੇ ਵਿੱਚ ਸੋਭਾ ਕਰਾ ਦਿੰਦਾ ਮਾਲਕ, ਬੜੇ ਬੜੇ ਕਾਰਜ ਕਰਵਾ ਦਿੰਦਾ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਫਿਰ ਅਵਸਥਾ ਕੀ ਬਣ ਜਾਂਦੀ ਹੈ। ਹਰਖ ਹੁੰਦਾ ਬਹੁਤੀ ਖੁਸ਼ੀ ਚੜ੍ਹਨੀ, ਸੋਗ ਹੁੰਦਾ ਮੂਲ ਮੁਕਾ ਕੇ ਬਹਿ ਜਾਣਾ। ਮਹਾਰਾਜ ਕਹਿੰਦੇ ਫਿਰ ਇਹ ਇੱਕ ਤਾਂ ਦੁਨੀਆ ਵਾਲਿਆਂ ਨੂੰ ਸਮਝ ਨਹੀਂ ਆਉਂਦਾ ਕਿ ਜੇ ਇਹ ਇੰਨਾ ਜੁੜਿਆ ਵਾ ਇਹਦੇ ਨਾਲ ਗੱਲਾਂ ਕਿਉਂ ਵਾਪਰਦੀਆਂ। ਉਹ ਇਹ ਗੱਲ ਜਾਣ ਹੀ ਨਹੀਂ ਸਕਦੇ ਕਿ ਨਿਰੰਕਾਰ ਦੇ ਨਿਯਮਾਂ ਤਹਿਤ ਜੋ ਪੂਰਵ ਕਰਮਾਂ ਦਾ ਕੀਤਾ ਵਾ, ਇਹਨੂੰ ਵੀ ਉਵੇਂ ਹੀ ਲੰਘਣਾ ਪੈਣਾ। ਜੇ ਸੂਰਜ ਚੜ੍ਹਿਆ, ਧੁੱਪ ਲੱਗਦੀ ਆ, ਤਾਂ ਇਹਨੂੰ ਵੀ ਧੁੱਪੇ ਪੈਰ ਇਹਦੇ ਉਵੇਂ ਹੀ ਮੱਚਣਗੇ ਜਿਵੇਂ ਆਮ ਇਨਸਾਨਾਂ ਦੇ ਮੱਚਣਗੇ। ਜੇ ਛਾਂ ਆ ਗਈ ਹੈ ਤਾਂ ਇਹਨੂੰ ਵੀ ਛਾਂ ਉਵੇਂ ਹੀ ਮਿਲਣੀ ਹੈ। ਜੇ ਮੀਂਹ ਆ ਗਿਆ ਤਾਂ ਇਹਨੇ ਵੀ ਭਿੱਜਣਾ ਹੈ। ਉਹ ਸਾਰੇ ਕਾਰੋ ਵਿਹਾਰ ਤੁਹਾਡੇ ਬਰਾਬਰ ਹੀ ਹੋਣੇ ਆ, ਸਭ ਕੁਝ ਬਰਾਬਰ ਹੀ ਹੋਣਾ। ਇੱਕ ਤਾਕਤ ਹੈ ਪ੍ਰਮਾਤਮਾ ਨੇ ਦਿੱਤੀ ਵੀ ਜੇ ਚਾਹੇ ਵਰਤ ਸਕਦਾ, ਪਰ ਨਾਲ ਜਿਹੜਾ ਇੱਕ ਨਿਯਮ ਦਿੱਤਾ ਹੁੰਦਾ ਕਿ ਭਾਣੇ 'ਚ ਰਹਿਣਾ, ਉਹ ਵੀ ਬਹੁਤ ਜ਼ਰੂਰੀ। ਉਹ ਤੋਂ ਬਿਨਾਂ ਸਾਧੂ ਫੇਲ ਹੋ ਜਾਂਦਾ। ਜੇ ਸਾਧੂ ਭਾਣੇ 'ਚ ਨਹੀਂ ਹੈ, ਪਾਵਰਾਂ ਲੈ ਕੇ, ਜਿਵੇਂ ਸਾਡਾ ਹੀ ਕੋਈ ਚਾਚਾ ਤਾਇਆ ਭੈਣ ਭਾਈ ਕਰਨਲ ਜਰਨਲ ਫੌਜ 'ਚ ਬਣ ਗਿਆ, ਬੜੀਆਂ ਤੋਪਾਂ ਦਾ ਮਾਲਕ ਆ, ਉਹ ਬੜੀਆਂ ਸਾਲਟਾਂ ਚੱਕੀ ਫਿਰਦਾ, ਜੇ ਉਹ ਨਿਯਮ ਨੂੰ ਭੁੱਲ ਕੇ ਉਸ ਨੂੰ ਪਿੰਡ ਕੰਨੀ ਮੂੰਹ ਕਰ ਲਿਆ ਆਪਦੇ ਵੈਰੀਆਂ ਕੰਨੀ, ਫਿਰ ਕੀ ਅਨਰਥ ਕਰ ਸਕਦਾ। ਦੇਖ ਲਓ, ਇੱਕ ਵਾਰੀ ਕਰ ਤਾਂ ਦੇਊਗਾ, ਪਰ ਨਾਲ ਆਪਦਾ ਵੀ ਹੋ ਜੂ। ਦੁਬਾਰਾ ਉਹ ਕਰਨ ਨਾਲ ਨਹੀਂ ਕਹਾ ਸਕੂਗਾ, ਫੌਜ ਦਾ ਸਿਪਾਹੀ ਨਹੀਂ ਕਹਾ ਸਕੂਗਾ, ਕੈਦੀ ਬਣ ਜਾਣਾ ਉਹਨੇ। ਇਸੇ ਸੰਵਿਧਾਨ ਦਾ ਕੈਦੀ ਬਣ ਜਾਣਾ ਜੇ ਮਰਜ਼ੀ ਨਾਲ ਵਰਤ ਲਈਆਂ ਸ਼ਕਤੀਆਂ। ਸ਼ਕਤੀ ਵਰਤ ਸਕਦਾ ਪਰ ਉਹਦੇ ਨਿਯਮ 'ਚ। ਇਵੇਂ ਜਿਵੇਂ ਫਿਰ ਸਤਿਗੁਰ ਕਹਿੰਦੇ ਉਹ ਹਰਖ ਤੇ ਸੋਗ ਤੋਂ ਮੁਕਤ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੈ ਜੇ ਖੁਸ਼ੀ ਆਈ ਹੈ ਵੀ ਉਹਦੇ ਹੁਕਮ 'ਚ ਆਈ ਹੈ, ਉਦੋਂ ਵੀ ਉਹ ਸਮ ਰਹਿੰਦਾ, ਮੁਸਕਰਾਉਂਦਾ ਹੀ ਰਹਿੰਦਾ। ਜੇ ਸੋਗ ਪੈ ਗਿਆ ਕੋਈ, ਉਹਨੂੰ ਪਤਾ ਹੈ ਵੀ ਹੁਕਮ 'ਚ ਹੈ। ਸੋਗ ਆਉਂਦਾ ਹੀ ਉਦੋਂ ਆ ਨਾ, ਕੋਈ ਜਾਨ ਮਾਲ ਤੇ ਬਣਾਵੇ, ਜਾਣ ਜਾਂਦੀ ਆ ਉਹਨੂੰ ਤਾਂ ਵੀ ਪਤਾ ਕਿ ਹੁਕਮ ਸੀ, ਇਹਦੇ ਦਿਨ ਪੂਰੇ ਹੋ ਗਏ, ਇਹਨੇ ਜਾਣਾ ਸੀ। ਮਰਦਾ ਮੁਰਦਾ ਤਾਂ ਇੱਥੇ ਕੁਛ ਹੈ ਹੀ ਨਹੀਂ, ਸਰੀਰ ਹੀ ਇੱਥੇ ਰਹਿੰਦਾ, ਦੂਜਾ ਤਾਂ ਜਾਂਦਾ ਹੀ ਹੈ। ਜੇ ਮਾਲੀ ਚੀਜ਼ ਕੋਈ ਚਲੀ ਗਈ, ਉਹਦਾ ਵੀ ਇੱਕ ਟਾਈਮ ਆ, ਭਰਪਾਈ ਕਰਨੀ ਪੈਂਦੀ। ਉਹ ਗੁਰੂ ਕਰਦਾ ਕਿਸੇ ਟਾਈਮ ਕਿਸੇ ਦਾ ਲਿਆ ਹੁੰਦਾ, ਦੱਬਿਆ ਹੁੰਦਾ, ਚੱਕਿਆ ਹੁੰਦਾ, ਤਾਂ ਹੀ ਦਸਵੰਧ ਕਢਾਇਆ ਜਾਂਦਾ ਕਿ ਉਹ ਦਸਵੰਧ ਨਾਲ ਹੀ ਪੂਰਾ ਜਾਵੇ। ਅਸੀਂ ਮੰਨ ਲਓ ਦਸਵੰਧ ਕੱਢ ਕੇ ਫੜਾਤਾ ਆਪਣੇ ਗੁਰੂ ਨੂੰ, ਗੁਰੂ ਦੀ ਗੇਟ 'ਤੇ ਸਿਸਟਮ ਬਣਾਇਆ ਵਾ ਇੱਕ। ਸਾਡਾ ਕੋਈ ਦੇਣੇ ਲੈਣੇ ਵਾਲਾ ਆਇਆ, ਉਹ ਬੇਇੱਜ਼ਤੀ ਕਰਨ ਦੇ ਰੌਂ 'ਚ ਆਇਆ, ਪਰ ਗੁਰੂ ਨੇ ਪੁੱਛਣਾ ਕਿਵੇਂ ਆਇਆ। ਉਹ ਕਹਿੰਦਾ ਮੈਂ ਤਾਂ 10,000 ਰੁਪਇਆ ਲੈਣਾ, ਮੈਂ ਬੇਇੱਜ਼ਤੀ ਕਰੂੰ, ਲੈ ਕੇ ਜਾਊਂ। ਅਸੀਂ ਦਸਵੰਧ ਕੱਢ ਜਮ੍ਹਾਂ ਕਰਾਈ ਬੈਠੇ ਹਾਂ ਗੁਰੂ ਕੋਲੇ। ਗੁਰੂ ਕਹਿੰਦਾ ਵੀ ਆਹ ਚੈੱਕ ਲੈ ਜਾ, ਤੇਰਾ 10 ਮਿਲ ਗਿਆ, ਤੂੰ ਕੀ ਲੈਣਾ। ਫਿਰ ਕੋਈ ਹੋਰ ਆਇਆ, ਜਿਹੜਾ ਜਿੰਨਾ ਦੇਣਾ ਲੈਣਾ ਉਹ ਗੁਰੂ
ਸਾਡੀ ਕਮਾਈ ਨਾਲ ਹੀ ਬਾਹਰ ਦੀ ਬਾਹਰ ਸਾਂਭੀ ਜਾਂਦਾ। ਅਸੀਂ ਗੁਰੂ ਨੂੰ ਦਸਵੰਧ ਦਿੱਤਾ ਹੋਇਆ। ਉਹ ਦਸਵੰਧ ਨਾਲ ਕਿਹੜੇ ਸਾਡੇ ਕਿਲ ਵਿਖ ਕੱਟਦਾ, ਕਿਹੜੇ ਸਾਡੇ ਤੇ ਪਏ ਹੋਏ ਜਨਮਾਂ ਜਨਮਾਂ ਦੇ ਜਿਹੜੇ ਰੋਗ ਆ ਉਹ ਕੱਟਦਾ, ਉਹ ਗੁਰੂ ਨਹੀਂ ਪਤਾ। ਉਹ ਦਸਵੰਧ ਸਾਂਭਦਾ ਸਾਰੇ ਕਾਸੇ ਨੂੰ। ਜਦੋਂ ਅਸੀਂ ਦਸਵੰਧ ਨਹੀਂ ਕੱਢਦੇ ਹਾਂ ਫਿਰ ਸਾਨੂੰ ਪਰਸਨਲ ਭੋਗਣੇ ਪੈਂਦੇ ਆ। ਬੜੇ ਵੱਡੀਆਂ ਕਮਾਈਆਂ ਵਾਲੇ ਗੁਰਸਿੱਖ ਵੀ ਇਸ ਰੀਤ ਤੋਂ ਅਣਜਾਣ ਆ ਕਿ ਜੋ ਕਿਰਤ ਕਰਦੇ ਹੋ ਉਹਦਾ ਦਸਵੰਧ ਲਾਜ਼ਮੀ ਕੱਢੋ। ਉਹਨੇ ਆਪੇ ਉਹਨਾਂ ਥਾਵਾਂ ਤੇ ਪਹੁੰਚ ਜਾਣਾ ਜਿੱਥੇ ਤੁਹਾਡੀਆਂ ਕਮੀਆਂ ਪੇਸ਼ੀਆਂ ਸੀਗੀਆਂ। ਕੁਛ ਹੋਸ ਨਾਲ ਤੁਸੀਂ ਬਚਾਉਣਾ, ਮਾਨਵਤਾ ਦੀ ਸੇਵਾ ਕਰਨੀ ਹੈ। ਜਿਹੜਾ ਉਧਰ ਜੁੜ ਗਿਆ ਉਹਦੇ ਹੁਕਮ ਚ ਆ ਗਿਆ, ਉਹ ਹਰਖ ਸੋਗ ਦੋਹਾਂ ਤੇ ਮੁਕਤਾ, ਦੋਨਾਂ ਤੇ ਮੁਕਤ ਹੋ ਜਾਂਦਾ। ਜੋ ਪ੍ਰਭ ਕਰੇ ਸੋ ਭਾਵੇ। ਉਹ ਕਹਿੰਦੇ ਵੀ ਜੋ ਉਹ ਕਰਦਾ ਠੀਕ ਹੀ ਕਰਦਾ ਤੇ ਹੁੰਦਾ ਹੀ ਠੀਕ ਆ। ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ। ਤੇ ਮਹਾਰਾਜ ਕਹਿੰਦੇ ਸਤ ਦੀ ਸੰਗਤ ਆ ਜਿਹੜੀ ਵੱਡੇ ਭਾਗਾਂ ਨਾਲ ਮਿਲਦੀ ਆ, ਤੇ ਜਦੋਂ ਮਿਲਦੀ ਆ ਤੇ ਫਿਰ ਹਰੀ ਰਸ ਝਰਨਾ ਸ਼ੁਰੂ ਹੋ ਜਾਂਦਾ। ਉਹਦੀ ਪ੍ਰੈਜੈਂਸ ਨਾਲ ਸਾਡਾ ਆਭਾ ਮੰਡਲ ਸਾਫ਼ ਹੁੰਦਾ। ਸਤਿਗੁਰੂ ਦੱਸਦੇ ਨੇ ਕਿ ਸਾਡੇ ਕੋਲੇ ਜਿਹੜਾ ਰੋਗ ਸੋਗ ਆਉਂਦਾ ਤਕਰੀਬਨ 6 ਮਹੀਨੇ ਪਹਿਲਾਂ ਸਾਡੇ ਆਭਾ ਮੰਡਲ ਨੂੰ ਗ੍ਰਸਤ ਕਰਦਾ, ਇੱਧਰ ਨੂੰ ਆ ਜਾਂਦਾ। ਤੇ ਜਦੋਂ ਅਸੀਂ ਗੁਰੂ ਦੇ ਚਰਨੀ ਲੱਗਦੇ ਹਾਂ, ਜਾ ਕੇ ਮੱਥਾ ਟੇਕਦੇ ਹਾਂ, ਸਿਰ ਝੁਕਾਉਣੇ ਆ, ਤੇ ਸਾਡੇ ਆਭਾ ਮੰਡਲ 'ਚ ਹੀ ਸਫਾਈ ਹੋ ਜਾਂਦੀ ਆ। ਸਰੀਰ ਤੀਕਰ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ। ਸਰੀਰ ਤੀਕਰ ਤਾਂ ਉਹੀ ਪਹੁੰਚਦਾ ਜਿਹੜਾ ਬਹੁਤ ਹੀ ਜ਼ਿਆਦਾ ਤੀਬਰ ਗਤੀ ਨਾਲ ਕੀਤਾ ਪਾਪ ਹੈ, ਜਿਹਦਾ ਭੁਗਤਾਨ ਸਾਨੂੰ ਕਰਨਾ ਹੀ ਪੈਣਾ ਹੈ। ਨਹੀਂ ਇੱਲ ਬਦਾਮਾਂ ਵਾਲੇ ਸਿਸਟਮ ਬਾਹਰ ਦੀ ਬਾਹਰ ਹੀ ਟਲ ਜਾਂਦੇ ਆ ਮੱਥਾ ਟੇਕਣ ਨਾਲ ਹੀ। ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ। ਤੇ ਜਦੋਂ ਸਾਡੇ ਅੰਦਰ ਭਾਵ ਦੂਜਾ ਚੱਲਦਾ, ਦਵੈਤ ਵਾਲਾ, ਮੇਰੀ ਵਾਲਾ, ਕਿ ਮੈਂ ਨਹੀਂ ਆਏ ਹੋਣ ਦੇਣਾ, ਮੈਂ ਐਂ ਕਰਕੇ ਰਹੂੰ, ਮੈਂ ਐਂ ਕਰੂੰ, ਉਹ ਚੀਜ਼ ਜਿੰਨਾ ਚਿਰ ਕਰਦਾ ਦੂਜੇ ਭਾਅ 'ਚ ਹੈ ਤੇ ਉਹ ਜਮ ਦੇ ਅਧੀਨ ਆ ਜਾਂਦਾ। ਜਿਵੇਂ ਇਸ ਸੰਵਿਧਾਨ ਦੇ ਜਿਹੜੀਆਂ ਗੱਲਾਂ ਤੋਂ ਸਾਨੂੰ ਰੋਕਿਆ, ਉਹ ਗੱਲਾਂ ਜੇ ਅਸੀਂ ਕਰੀਏ ਤਾਂ ਅਸੀਂ ਪੁਲਿਸ ਕੇਸ ਦੇ ਅਧੀਨ ਫਸ ਜਾਂਦੇ ਹਾਂ। ਆਈ ਜਮਾਂ ਦੇ ਅਧੀਨ ਉਹ ਫਸਦਾ ਜਿਹੜਾ ਮੇਰੀ ਬਹੁਤੀ ਕਰਦਾ, ਦੂਜੇ ਭਾਉ 'ਚ ਜਿਉਂਦਾ। ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਉਹ ਹਾਏ ਕਰਦਾ ਕਿਉਂਕਿ ਉਹ ਮੇਰੀ ਮੰਨ ਬੈਠਾ। ਜਿਹਨੂੰ ਭੋਲੇ ਨੂੰ ਪਤਾ ਨਹੀਂ ਤੇਰਾ ਤਾਂ ਇਹ ਸਰੀਰ ਵੀ ਨਹੀਂ, ਇਹ ਗਿਫਟ ਮਿਲਿਆ ਹੋਇਆ ਨਿਰੰਕਾਰ ਦੇ ਦਰ ਤੋਂ, ਪਰ ਉਹਨੂੰ ਫਿਰ ਬਹੁਤ ਕੁਝ ਮੇਰਾ ਲੱਗਦਾ। ਤੇ ਜਦੋਂ ਉਹ ਦੂਰ ਹੁੰਦਾ ਫਿਰ ਉਹ ਹਾਏ ਕਰਦਾ, ਪਿੱਟਦਾ, ਕਿਉਂਕਿ ਸਮਝ ਨਹੀਂ ਹੈ ਨਾ। ਗੁਰੂ ਕੋਈ ਮਿਲਿਆ ਨਹੀਂ, ਸਾਧੂ ਦੀ ਸੰਗਤ ਨਹੀਂ ਕੀਤੀ, ਭਾਵ ਪ੍ਰਗਟ ਨਹੀਂ ਹੋਏ ਅੰਦਰ। ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਮਾਇਆ ਦੇ ਦੁੱਖ ਦੇ ਵਿੱਚ ਮੋਹਿਆ ਵਾ, ਮਾਇਆ ਦੁੱਖ ਮੋਹਿਆ ਹਉਮੈ ਰੋਹਿਆ ਮੇਰੀ ਕਰਤ ਵਿਹਾਵੇ। ਮਾਇਆ ਦੇ ਦੁੱਖ ਦਾ ਮੋਹਿਆ ਵਾ, ਹਉਮੈ 'ਚ ਰੋਂਦਾ ਹੀ ਰਹਿੰਦਾ। ਹਉਮੈ ਕਿਸੇ ਪਾਸੇ ਦਾ ਨਹੀਂ ਛੱਡਦੀ, ਕਿੰਨੇ ਬੈਣ ਪਾਵੇ ਕੁਛ ਕਰੇ। ਸਤਿਗੁਰੂ ਕਹਿੰਦੇ ਇਹ ਮਨਮੁਖਾਂ ਦੀ ਦੁਰਗਤੀ ਹੋਣੀ ਹੈ। ਮਾਇਆ ਦੁੱਖ ਮੋਹਿਆ ਹਉਮੈ ਰੋਹਿਆ ਮੇਰੀ ਕਰਤ ਵਿਹਾਵੇ। ਮੇਰੀ ਕਰਦਾ ਪਿੜਦਾ ਹੀ ਤੁਰਿਆ ਫਿਰਦਾ, ਪਰ ਗੱਲ ਨਹੀਂ ਬਣਦੀ। ਇੱਕ ਦਿਨ ਰਜਾ 'ਚ ਆਉਣਾ ਪੈਣਾ। ਜੋ ਪ੍ਰਭ ਦੇ ਤਿਸ ਚੇਤਾ ਨਾਹੀਂ ਅੰਤ ਗਿਆ ਪਛਤਾਵੇ। ਮਹਾਰਾਜ ਕਹਿੰਦੇ ਜੋ ਪ੍ਰਭੂ ਨੇ ਦਿੱਤਾ ਸੀ ਨਾ, ਉਹ ਤਾਂ ਚੇਤਾ ਹੀ ਨਹੀਂ ਕੀਤਾ ਕਦੇ ਵੀ। ਸ਼ੁਕਰਾਨਾ ਤਾਂ ਆਇਆ ਹੀ ਨਹੀਂ। ਨਿੱਕੀ ਚੀਜ਼ ਦਾ ਵੀ ਸ਼ੁਕਰਾਨਾ ਕਰਾਂਗੇ ਤਾਂ ਪ੍ਰਫੁੱਲਤਾ ਆਉਂਦੀ ਹੈ, ਪਰ ਸਾਡੇ ਤਾਂ ਬੜਾ ਜੀਵਨ ਮਿਲਿਆ ਤਾਂ ਸ਼ੁਕਰਾਨਾ ਨਹੀਂ। ਹੋਰ ਦੁਨੀਆ ਤੇ ਬਹੁਤ ਕੁਝ ਸਾਨੂੰ ਦਿੱਤਾ, ਉਹਦਾ ਸ਼ੁਕਰਾਨਾ ਨਹੀਂ। ਜੋ ਪ੍ਰਭ ਦੇ ਤੇ ਚੇਤਾ ਨਾਹੀਂ, ਉਹਦੇ ਚੇਤੇ ਨਹੀਂ ਹੁੰਦਾ, ਸਿਰਫ ਮੇਰੀ ਕੰਨੀ ਧਿਆਨ ਹੁੰਦਾ। ਅੰਤ ਗਿਆ ਪਛਤਾਵੇ। ਇੱਥੋਂ ਪਿੱਟਦਾ ਰੋਂਦਾ ਪਛਤਾਵੇ 'ਚ ਹੀ ਜਾਂਦਾ, ਗਾਹਾਂ ਜਮਾਂ ਦੇ ਬਸ ਪੈਂਦਾ। ਫਿਰ ਜਿਹੜੀ ਜਮਾਂ ਦੀ ਮਾਰ ਹੈ ਉਹ ਤਾਂ ਬੇਹੱਦੀ ਭੈੜੀ ਹੈ। ਬਿਨ ਨਾਵੈ ਕੋ ਸਾਥ ਨਾ ਚੱਲੈ ਪੁੱਤਰ ਕਲੱਤਰ ਮਾਇਆ ਧੋਇਆ। ਨਾਮ ਜਪਿਆ ਨਹੀਂ, ਨਾਮ ਧਿਆਇਆ ਨਹੀਂ, ਸਾਧੂ ਦੀ ਸੰਗਤ ਨਹੀਂ ਕੀਤੀ, ਗੁਰੂ ਘਰ ਨੂੰ ਤਾਂ ਟਾਈਮ ਦਿੱਤਾ ਹੀ ਨਹੀਂ ਕਦੇ। ਕੱਲੇ ਟਚਕਾਰੇ ਹੀ ਕਰੇ ਆ ਕਿ ਤਾਂ ਵਿਹਲਿਆਂ ਦੇ ਕੰਮ ਹੈ ਭਾਈ, ਅਸੀਂ ਕੰਮ ਧੰਦੇ ਵਾਲੇ ਬੰਦੇ ਆ। ਤੇ ਮਹਾਰਾਜ ਕਹਿੰਦੇ ਕਰ ਕਰਕੇ ਕੰਮ ਧੰਦੇ ਪੁੱਤਰ ਧੀ ਪਾਲੇ ਆ, ਹੁਣ ਲੈ ਜਾ ਫਿਰ ਨਾਲ ਖੜਾਲਾ ਨਾਲ, ਜਿੰਨਾ ਕਰਕੇ ਬਾਹਲਾ ਹੀ ਭੱਜਿਆ ਫਿਰਦਾ ਸੈਂ, ਲੈ ਜਾ ਭਾਈਆਂ ਨੂੰ ਨਾਲ। ਕਿਸੇ ਯਾਰ ਦੋਸਤ ਨੂੰ ਮਾਰ ਲਾ ਆਵਾਜ਼, ਕੋਈ ਨਹੀਂ ਆਉਂਦਾ। ਬਿਨ ਨਾਮੈ ਕੋ ਸਾਥ ਨਾ ਚੱਲੈ। ਇਹ ਨਾਮ ਨਹੀਂ ਸਾਥ ਦੇਣਾ। ਜਿਹੜਾ ਰਾਮ ਦਾ ਨਾਮ ਹੈ ਨਾ, ਜਿਹੜਾ ਹਰੀ ਦਾ ਨਾਮ ਹੈ, ਜਿਹੜਾ ਅੱਲਾ ਵਾਹਿਗੁਰੂ ਦਾ ਨਾਮ ਹੈ, ਜਿਹੜੀ ਉਹਦੀ ਪ੍ਰੈਜੈਂਸ ਹੈ, ਜੇ ਜਿਉਂਦੇ ਜੀ ਧਿਆਉਂਦਾ ਰਿਹਾ ਉਹਨੇ ਹੀ ਖੜਨਾ ਨਾਲ ਕੰਧ ਬਣ ਕੇ। ਤੇ ਨਹੀਂ ਕਹਿੰਦੇ ਪੁੱਤਰ ਕਲੱਤਰ ਮਾਇਆ ਧੋਇਆ। ਤੇਰੀ ਇੱਥੋਂ ਦੀ ਮਾਇਆ, ਤੇਰੀ ਇੱਥੋਂ ਦੀ ਅਹੁਦੇ, ਤੇਰਾ ਇੱਥੋਂ ਦੇ ਪੁੱਤਰ ਧੀਆਂ ਕਿਸੇ ਨੇ ਨਹੀਂ ਖੜਨਾ।
ਤਾਂ ਹੀ ਬਾਣੀ ਵਾਰੀ ਵਾਰੀ ਕਹਿੰਦੀ ਆ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਕਦੇ ਕੱਢ ਲਿਆ ਕਰ ਟਾਈਮ। ਜੇ 5-4 ਮਿੰਟ ਵੀ ਅੱਖਾਂ ਮੀਚ ਕੇ ਬੈਠੇ ਨਾ, ਤੈਨੂੰ ਸਮਝ ਆ ਜੇ ਆਪਣੇ ਆਪੇ ਦੀ, ਤੈਨੂੰ ਸਮਝ ਆ ਜੇ ਬਾਣੀ ਦੀ। ਬਾਣੀ ਦੀ ਸਮਝ ਆਵੇ ਨਾ ਆਵੇ, ਸੁਣਿਆ ਕਰ। ਸਹਿਜ ਪਾਠ ਫੋਨ 'ਚ ਪ੍ਰਕਾਸ਼ ਹੀ ਰੱਖੋ, ਜਦੋਂ ਹੀ ਟਾਈਮ ਆ ਸੁਣਦੇ ਰਹੋ, ਸੁਣਦੇ ਰਹੋ। ਅੱਜ ਹੋਰ ਸਵੇਰ ਹੋ ਰਹੇ, ਗੱਲਾਂ ਸਾਰੀਆਂ ਸਾਡੇ ਅੰਤਰਾਤਮੇ ਪਹੁੰਚਣੀਆਂ ਸ਼ੁਰੂ ਹੋ ਜਾਣੀਆਂ, ਤੇ ਇਹਨਾਂ ਨੇ ਸਾਧੂ ਟਕਰਾ ਦੇਣੇ ਆ, ਤੇ ਸਾਧੂ ਨੇ ਸਭ ਕੁਝ ਤੁਹਾਨੂੰ ਖੋਲ ਕੇ ਰੱਖ ਦੇਣਾ, ਦੱਸ ਦੇਣਾ। ਦੂਜਾ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਮਹਾਰਾਜ ਕਹਿੰਦੇ ਦੂਜੇ ਭਾਅ 'ਚ ਹੀ ਜਿਉਂਦਾ ਰਿਹਾ। ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਪੁੱਤਾਂ ਧੀਆਂ ਮੇਰੇ, ਜਾਇਦਾਦ ਮੇਰੀ, ਗੱਡੀ ਮੇਰੀ, ਮੇਰੀ ਰੀਸ ਕੌਣ ਕਰ ਲੂ। ਆਹੀਂ ਕਰਦਾ ਤੁਰਿਆ ਫਿਰਿਆ। ਉਦੋਂ ਹੀ ਪਤਾ ਲੱਗਿਆ ਜਿਹਦੇ ਜਾਮਣੇ ਅਚਿੰਤੇ ਬਾਜ ਪਏ, ਸੰਗੀ ਮਰੋੜ ਲਈ, ਥਾਂ ਹੀ ਖਤਮ। ਦੂਜੇ ਭਾਏ 'ਚ ਹੀ ਮਾਰਿਆ ਗਿਆ। ਦੂਜੇ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਜਮਾ ਨੇ ਜੋ ਲਿਆ ਕੇ ਵੀ ਕਿਵੇਂ ਆ ਮਿੱਤਰਾ, ਕਦੇ ਯਾਦ ਹੀ ਨਹੀਂ ਕੀਤਾ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ। ਇਹ ਤਾਂ ਕਿਤੇ ਜਿਉਂਦੇ ਜੀ ਹੱਥ ਜੁੜ ਜਾਣ, ਕਦੇ ਦਿਲੋਂ ਹੂਕ ਨਿਕਲ ਜਿਓ ਬਾਬਾ ਨਾਨਕਾ, ਕਰਦੇ ਮਿਹਰ ਕਦੇ। ਕਰ ਕਿਰਪਾ ਲਿਹੋ ਮਿਲਾਏ, ਮੈਨੂੰ ਵੀ ਪਾਪੀ ਨੂੰ ਜੋੜਦਾ ਚੱਲਦਾ ਨਾ, ਮਹਿਲ ਹਰ ਪਾਇਆ ਜੀਓ। ਫਿਰ ਉਹਦਾ ਜਿਹੜਾ ਮਹਿਲ ਹੈ ਸਾਰਾ ਹੀ ਉਹਦਾ ਅਸਲ 'ਚ, ਇਹ ਉਹਦੇ ਚਰਨਾਂ 'ਚ ਫਿਰ ਸੁਰਤ ਲੱਗ ਜਾਂਦੀ ਹੈ, ਸਕੂਨ ਆਉਣਾ ਸ਼ੁਰੂ ਹੋ ਜਾਂਦਾ, ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਫਿਰ ਇੱਕ ਹੋਰ ਹੀ ਤਰ੍ਹਾਂ ਦਾ ਸਿਸਟਮ ਬਣ ਜਾਂਦਾ। ਬਿੰਦੇ ਬਿੰਦੇ ਹੱਥ ਜੋੜਦੇ ਆ, ਬਿੰਦੇ ਬਿੰਦੇ। ਨਿੱਕੀ ਨਿੱਕੀ ਗੱਲ ਤੇ ਸ਼ੁਕਰਾਨਾ ਜਾਗਦਾ, ਨਿੱਕੀ ਨਿੱਕੀ ਗੱਲ ਤੇ। ਕਦੇ ਘੰਟਾ ਆਕਸੀਜਨ ਲੈਣੀ ਪੈ ਜੇ ਨਾ, ਤੇ ਪਤਾ ਲੱਗਦਾ ਵੀ 5000 ਬਿੱਲ ਬਣ ਗਿਆ। ਫਿਰ ਐ ਸੋਚਦਾ ਵੀ ਯਾਰ ਬਚਪਨ ਤੋਂ ਲੈ ਕੇ ਆ ਫ੍ਰੀ ਦੇ ਰਿਹਾ ਸੀ ਪ੍ਰਮਾਤਮਾ। 1 ਘੰਟੇ ਦੇ 5000 ਦੇ ਹਿਸਾਬ ਨਾਲ ਜੇ ਕੈਲਕੂਲੇਸ਼ਨ ਕਰਾਂ ਤੇ ਪਤਾ ਨਹੀਂ ਕਿੱਥੇ ਜਾਂਦਾ। ਫਿਰ ਹੱਥ ਹੀ ਜੁੜੀ ਜਾਂਦੇ ਆ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਜਦੋਂ ਪ੍ਰਭੂ ਮਨ 'ਚ ਵਸਿਆ, ਮਨ ਨੂੰ ਖਿੱਚ ਪਈ, ਉਧਰੋਂ ਉਹਦੀ ਇੰਟੈਲੀਜੈਂਸ ਨੂੰ ਖਿੱਚ ਪਈ, ਇੱਕ ਮਿਕਤਾ ਆਈ, ਸਦਾ ਹੀ ਹੱਥ ਜੁੜੇ ਰਹਿੰਦੇ ਆ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਉਧਰੋਂ ਉਹਨੂੰ ਭਾਉਣਾ ਸ਼ੁਰੂ ਹੋ ਜਾਂਦਾ, ਦੋਨੋਂ ਪਾਸੇ ਮੇਲ ਹੁੰਦਾ। ਇੱਧਰੋਂ ਖਿੱਚ ਪੈਂਦੀ ਹੈ, ਹੂਕ ਉੱਠਦੀ ਹੈ, ਪਿਆਸ ਉੱਠਦੀ ਹੈ, ਤੇ ਉਧਰੋਂ ਉਹਦੀ ਇੰਟੈਲੀਜੈਂਸ ਤੁਰ ਪੈਂਦੀ ਹੈ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ। ਫਿਰ ਉਹਦੇ ਹੁਕਮ ਦੀ, ਨਿਯਮ ਦੀ ਸਮਝ ਆਉਂਦੀ ਹੈ ਕਿ ਕਿਵੇਂ ਹੁੰਦਾ ਇਹ, ਕਿਵੇਂ ਸੁਰਤ ਜੁੜਦੀ ਹੈ। ਫਿਰ ਉਹ ਨਿਯਮ ਸਮਝ ਆਉਂਦੇ ਆ। ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਫਿਰ ਉਹਦੇ ਹੁਕਮ ਨੂੰ ਮੰਨਦਾ, ਪਹਿਲਾਂ ਪਤਾ ਲੱਗਦਾ ਹੁਕਮ ਕੀ ਆ, ਫਿਰ ਉਹਨੂੰ ਮੰਨਦਾ। ਫਿਰ ਜੋ ਮੰਨ ਲੈਂਦਾ ਫਿਰ ਸੁੱਖ ਪਾਉਂਦਾ। ਫਿਰ ਇਸ ਲਈ 'ਚ ਆ ਜਾਂਦਾ, ਉਹ ਭੀੜ 'ਚੋਂ ਬਾਹਰ ਨਿਕਲ ਜਾਂਦਾ। ਫਿਰ ਉਹ ਤਾਂ ਗੁਰੂ ਦੱਸਦਾ ਨਾ ਕਿਹੜੇ ਚੱਕਰ ਤੋਂ ਜਿਹੜੀ ਸੜਕ ਮਾੜੀ ਜੀ ਇੱਧਰ ਨੂੰ ਮੁੜਦੀ, ਇੱਧਰ ਨੂੰ ਆ ਜੀ। ਫਿਰ ਪਤਾ ਲੱਗਦਾ ਵੀ ਐਡੀ ਵੱਡੀ ਭੀੜ ਸੰਘੀੜ 'ਚੋਂ ਇਕੱਲੇ ਆਏ, ਲਹਿ ਲਹਾਉਂਦੀਆਂ ਬਾਦੀਆਂ ਕਰਨੀ ਸ਼ੂਕਦੇ ਜਾਂਦੇ ਆ। ਇੰਨਾ ਸੋਹਣਾ ਮਾਹੌਲ ਬਣ ਜਾਂਦਾ, ਨਾਲ ਦੀ ਨਾਲ ਹੀ ਸਾਰੇ ਕਾਹੇ ਦਾ। ਅਣ ਦਿਨ ਜਪਤ ਰਹਿ, ਦਿਨ ਰਾਤੀ ਸਹਿਜੇ ਨਾਮ ਧਿਆਇਆ। ਫਿਰ ਜੋ ਸਮਝ ਪੈ ਜਾਂਦੀ ਆ, ਫਿਰ ਦਿਨ ਰਾਤ ਉਹਦਾ ਜਾਪ ਚੱਲਦਾ ਦਿਲ 'ਚ, ਉਹਦੀ ਖਿੱਚ, ਉਹਦਾ ਧਿਆਨ। ਅਣ ਦਿਨ ਜਪਤ ਰਹਿ, ਦਿਨ ਰਾਤੀ ਸਹਿਜੇ ਨਾਮ ਧਿਆਇਆ। ਉਹਦਾ ਨਾਮ ਫਿਰ ਸਹਿਜੇ ਧਿਆਉਂਦਾ ਰਹਿੰਦਾ, ਤੂੰ ਹੀ ਤੂੰ, ਤੂੰ ਹੀ ਤੂੰ। ਫਿਰ ਪਾਸਾ ਕੀ ਪਲਟਿਆ ਕਿ ਤੂੰ ਹੀ ਆ ਸਾਰੇ ਥਾਈਂ। ਫਿਰ ਮੇਰੇ ਪਿਤਾ 'ਚ ਵੀ ਉਹੀ ਆ। ਫਿਰ ਪਿਤਾ ਦਾ ਵੀ ਸਤਿਕਾਰ, ਪੈਰੀ ਹੱਥ ਲਾਉਣੇ, ਪਿਆਰ ਕਰਨਾ, ਜੱਫੀ 'ਚ ਲੈ ਕੇ ਮਿਲਣਾ। ਮਾਤਾ ਵੀ ਉਹੀ ਆ। ਫਿਰ ਮਾਤਾ ਦਾ ਵੀ ਸਤਿਕਾਰ, ਪਿਆਰ। 68 ਤੀਰਥਾਂ ਦਾ ਐਵੇਂ ਨਹੀਂ ਫਲ ਕਿਹਾ। ਫਿਰ ਘਰ ਵਾਲੀ 'ਚ ਵੀ ਉਹੀ ਆ, ਮਾਲਕੀ ਆ, ਇੰਨਾ ਸਾਥ ਦਿੱਤਾ, ਕਿੱਦੇ ਦੇ ਇਕੱਠੇ ਚੱਲੇ ਸੀ। ਮੇਰੀ ਧੀ 'ਚ ਵੀ ਉਹੀ ਆ, ਮੇਰੇ ਪੁੱਤ 'ਚ ਵੀ ਉਹੀ ਆ, ਮੇਰੇ ਪੁੱਤ ਦੇ ਦੋਸਤਾਂ 'ਚ ਵੀ ਉਹੀ ਆ, ਮੇਰੀ ਧੀ ਦੀਆਂ ਸਹੇਲੀਆਂ 'ਚ ਵੀ ਉਹੀ ਆ। ਫਿਰ ਉਹੀ ਦਿੰਦਾ ਹਰ ਪਾਸੇ। ਫਿਰ ਦੁਸ਼ਮਣਾਂ 'ਚ ਵੀ ਉਹੀ ਦਿਸਣ ਲੱਗ ਜਾਂਦਾ, ਇਹ ਵੀ ਵਾਪਰਦਾ। ਫਿਰ ਇੱਕ ਰਹਿਮ ਆਉਂਦਾ, ਪਰਮਾਤਮਾ ਇਹਨਾਂ ਨੂੰ ਵੀ ਰਾਹ ਦੱਸਦੇ। ਇਹ ਅਣਦਿਨ ਜਪਤ ਰਹਿ, ਦਿਨ ਰਾਤੀ ਸਹਿਜੇ ਨਾਮ ਧਿਆਇਆ। ਫਿਰ ਇਹ ਸਹਿਜੇ ਲੜੀ ਤੁਰ ਪੈਂਦੀ ਹੈ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਫਿਰ ਉਹ ਨਾਮ, ਜਿਹੜਾ ਉਹ ਨਾਮ ਆ ਨਾ, ਉਹਦੀ ਫਿਰ ਇੱਕ ਆਪਣੀ ਵਡਿਆਈ ਹੈ, ਉਹਦੀ ਪ੍ਰੈਜੈਂਸ ਹੈ। ਜਿੱਥੇ ਉਹ ਸੱਚਾਈ ਨਾਲ ਆ ਜਾਂਦਾ, ਉੱਥੇ ਬੜਾ ਕੁਛ ਲੈ ਕੇ ਆਉਂਦਾ। ਉੱਥੇ ਫਿਰ ਲਹਿਰਾਂ ਵਹਿਰਾਂ, ਸੁੱਖ ਸ਼ਾਂਤੀ ਪਿਆਰ
ਦੁਲਾਰ, ਸਹਿਜ ਆਪਣੇ ਆਪ ਆਉਂਦਾ, ਕਿਸੇ ਦੀ ਗੁਲਾਮੀ ਨਹੀਂ। ਉਹ ਸੱਚੇ ਬੰਨਿਓ ਆਉਂਦਾ। ਨਾਮੋ ਨਾਮ ਮਿਲੀ ਵਡਿਆਈ। ਵਡਿਆਈ ਚਾਹੁੰਦਾ ਨਹੀਂ ਹੈ, ਇੱਥੇ ਫਰਕ ਆ। ਪਹਿਲਾਂ ਚਾਹੁੰਦਾ ਸੀ ਲੋਕ ਮੈਨੂੰ ਚੰਗਾ ਕਹਿਣ, ਲੋਕ ਮੈਨੂੰ ਐਂ ਕਰਨ, ਨਹੀਂ ਕਰਦੇ ਸੀ। ਹੁਣ ਉਹ ਕਹਿੰਦਾ ਮੈਨੂੰ ਲੋੜ ਨਹੀਂ, ਤੂੰ ਮਾਲਕਾ ਮੇਰੇ ਨਾਲ ਸਿੱਧਾ ਰਹਿ, ਸਾਨੂੰ ਲੋੜ ਹੀ ਨਹੀਂ ਕਾਹੇ ਦੀ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਤੇ ਨਾਮਦਗੀ ਵਡਿਆਈ ਤੇ ਨਾਮ ਹੀ ਹੁਣ ਪਾਉਂਦਾ। ਹੁਣ ਉਹ ਬਾਹਰੀ ਵਡਿਆਈਆਂ ਦੀ ਲੋੜ ਨਹੀਂ। ਕਰਤੇ ਨਾਲ ਸਿੱਧੀ ਹੋ ਗਈ, ਬਾਬੇ ਨਾਨਕ ਨਾਲ ਸਿੱਧੀ ਹੋ ਗਈ, ਗੱਲ ਨਿਬੜ ਗਈ। ਜਿਹੜਾ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਜਗਤ ਚ ਆਇਆ ਸੀ, ਉਹਦੀ ਬਾਣੀ ਮਿਲੀ, ਉਹਦਾ ਹੱਥ ਮਿਲ ਗਿਆ, ਗੁਰੂ ਨਾਨਕ ਮਿਲ ਗਿਆ। ਹੁਣ ਕਿਸੇ ਦੀ ਲੋੜ ਨਹੀਂ। ਹੁਣ ਬੰਦਨਾ ਫਰਿਆਦ ਜੋ ਵੀ ਕਰਾਂਗੇ, ਦੁੱਖ ਸੁੱਖ ਸਭ ਉਹਨੇ ਠੀਕ ਕਰਨੇ ਆ। ਉਹਨੇ ਰਾਹ ਦਿਖਾਉਣਾ ਕਿ ਕਿੱਥੋਂ ਕੀ ਹੋਣਾ ਹੈ। ਉਹਨੇ ਰਾਹ ਦਿਖਾਉਣਾ ਤੇਰੀ ਦਵਾਈ ਕਿੱਥੇ ਪਈ ਹੈ। ਉਹਨੇ ਰਾਹ ਦਿਖਾਉਣਾ ਕਿਹਨੂੰ ਮਿਲ। ਉਹਨੇ ਰਾਹ ਦਿਖਾਉਣਾ ਕਿਵੇਂ ਤੰਦਰੁਸਤ ਰਹੀਦਾ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਫਿਰ ਉਹਦੀ ਕਿਰਪਾ ਹੋ ਜਾਂਦੀ ਹੈ, ਸਾਰਿਆਂ ਤੇ ਹੋ ਜਾਂਦੀ ਹੈ। ਫਿਰ ਅਰਦਾਸ ਉੱਠਦੀ ਹੈ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀ। ਉਹਦੇ ਮਹਿਲਾਂ ਦੇ ਵਾਸੀ ਹੋ ਜਾਈਦਾ, ਚੜ੍ਹਦੀ ਕਲਾ 'ਚ ਹੋ ਜਾਈਦਾ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵਾਏ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ, ਬੜੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤਾ ਬਾਕ ਅੱਜ ਦਾ ਆਪਾਂ ਸਾਂਝ ਪਾਈ ਹੈ। ਜੁੜੇ ਰਹੀਏ, ਸਤਿਗੁਰੂ ਨਾਨਕ ਦੀ ਉਂਗਲ ਫੜ ਲਈਏ, ਹੱਥ ਫੜਾ ਦਈਏ ਆਪਣਾ, ਉਹਦੀ ਬਾਣੀ ਨੂੰ ਪੜ੍ਹ ਲਈਏ, ਜਪਜੀ ਸਾਹਿਬ ਦਾ ਸੰਗ ਬਣਾ ਲਓ ਜ਼ਿੰਦਗੀ 'ਚ। ਜਿਵੇਂ ਜਿਵੇਂ ਗੁਰੂ ਦੀ ਬਾਣੀ ਪੜ੍ਹੋਗੇ, ਸੁਣੋਗੇ, ਟਾਈਮ ਦਿਓਗੇ, ਸਭ ਕੁਝ ਬਦਲ ਜਾਣਾ। ਜੁੜੇ ਰਹੋ, ਧਿਆਨ ਕਰਦੇ ਰਹੋ, ਉਹਦੀ ਯਾਦ 'ਚ ਬਹਿੰਦੇ ਰਹੋ। ਜਦੋਂ ਅਸੀਂ ਸਮਰਪਿਤ ਹੋ ਜਾਂਦੇ ਆ ਨਾ ਕਿ ਮਾਲਕਾ ਚੰਗੇ ਮਾੜੇ ਦਾ ਤੈਨੂੰ ਪਤਾ, ਤੂੰ ਬਖਸ਼ੀ, ਫਿਰ ਉਹਦੀਆਂ ਸ਼ਕਤੀਆਂ ਡਿਊਟੀਆਂ ਸਾਂਭ ਲੈਂਦੀਆਂ ਸਾਨੂੰ ਕਿੱਥੋਂ ਕੀ ਕਰਨਾ। ਨਹੀਂ ਆਪ ਤਾਂ ਅਸੀਂ ਅਣਭੋਲਪਣੇ 'ਚ ਇੰਨੇ ਜ਼ਿਆਦਾ ਗਲਤ ਹੋ ਸਕਦੇ ਹਾਂ ਕਿ ਕਿਹਾ ਵੀ ਨਹੀਂ ਜਾ ਸਕਦਾ, ਪਰ ਉਹਦੀਆਂ ਸ਼ਕਤੀਆਂ ਰੋਕ ਲੈਂਦੀਆਂ। ਜਿੱਦੇ ਜਾਗਰਤੀ ਆਈ ਉਹਦੇ ਪਤਾ ਲੱਗਿਆ ਕਿ ਕਿਵੇਂ ਰੋਕਦਾ ਰਿਹਾ ਉਹ ਗਲਤ ਪਾਸੇ ਜਾਣੋ, ਕਿਵੇਂ ਬ੍ਰੇਕਾਂ ਲਾ ਦਿੰਦਾ, ਕਿਵੇਂ ਪਾਸੇ ਪਲਟ ਦਿੰਦਾ ਸਾਰੇ ਕਾਹੇ ਦੇ। ਇਹ ਚੀਜ਼ਾਂ ਆਪਣੇ ਨਾਲ ਫਿਰ ਵਾਪਰਦੀਆਂ। ਅਰਦਾਸ ਕਰਕੇ ਗੁਰੂ ਨਾਨਕ ਦੇ ਚਰਨਾਂ 'ਚ ਜੁੜੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਸਾਰਾ ਸੰਸਾਰ ਹੀ ਉਹਦਾ, ਹਰ ਥਾਂ ਗੁਰੂ ਨਾਨਕ ਹੀ ਦਿਸੂਗਾ, ਹਰ ਥਾਂ ਕਣ ਕਣ 'ਚੋਂ ਹੀ ਦਿਸਣਾ, ਉਹਦਾ ਰੂਪ ਹੀ ਹੈ। ਸਾਰੇ ਹੀ ਉਹਦਾ ਰੂਪ ਆ। ਜਿੰਨੇ ਦੇਵੀ ਦੇਵਤੇ, ਪੀਰ ਅਵਤਾਰ, ਪੈਗੰਬਰ ਸਾਰੇ ਇੱਕੋ ਹੀ ਆ, ਇੱਕੋ ਨੂਰ ਤੋਂ ਹੀ ਬਣੇ ਆ। ਤੁਸੀਂ ਰਸਤਾ ਅਖਤਿਆਰ ਕਰੋ। ਠੀਕ ਹੈ ਜੀ। ਸਤਿਗੁਰੂ ਮਿਹਰ ਕਰਨ, ਅੰਗ ਸੰਗ ਰਹਿਣ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।